Psalms in Punjabi context the Psalms of Asaph series ਅੱਜ 7ਵੇਂ ਐਪੀਸੋਡ ਵਿੱਚ ਅਸੀਂ ਜ਼ਬੂਰ 78 ਤੇ ਗੌਰ ਕਰਾਂਗੇ। ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰ ਕਰਦੀ ਹਾਂ ਜੋ ਤੁਸੀਂ ਸਮੇਂ ਕੱਢ ਕੇ ਸਾਰੇ ਐਪੀਸੋਡਸ ਨੂੰ ਦੇਖਦੇ ਤੇ ਸਾਡੇ ਨਾਲ ਇੰਗੇਜ ਕਰਦੇ ਆ। ਅਸੀਂ ਤੁਹਾਨੂੰ ਇਨਵਾਈਟ ਕਰਦੇ ਕਿ ਤੁਸੀਂ ਵੀ ਆਪਣੇ ਸਵਾਲ ਆਪਣੇ ਕਮੈਂਟਸ ਸਾਡੇ ਨਾਲ ਸ਼ੇਅਰ ਕਰੋ ਕਮੈਂਟ ਬਾਕਸ ਦੇ ਵਿੱਚ। ਸਾਡੇ ਵਿੱਚ ਅੱਜ ਆਂਟੀ ਜੋਤੀ ਤੇ ਅੰਕਲ ਜੋਸ਼ੂਆ ਸਕ੍ਰਿਪਚਰ ਪੜ੍ਹਨਗੇ ਤੇ ਪਾਸਟਰ ਐਰਿਕ ਰਿਫਲੈਕਸ਼ਨ ਦੇਣਗੇ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੀ ਸਕ੍ਰਿਪਚਰ ਰੀਡਿੰਗ ਵਿੱਚ ਚੱਲੀਏ ਮੈਂ ਦਰਖਾਸਤ ਕਰਾਂਗੀ ਕਿ ਅੰਕਲ ਜੋਸ਼ੂਆ ਸਾਨੂੰ ਦੁਆ ਵਿੱਚ ਲੈ ਕੇ ਜਾਣ। ਆਓ ਅਸੀਂ ਆਪਣੇ ਆਪ ਨੂੰ ਖੁਦਾ ਦੀ ਹਜ਼ੂਰੀ ਦੇ ਵਿੱਚ ਲੈ ਕੇ ਸ਼ੁਕਰ ਕਰਦੇ ਹਾਂ ਤੁਹਾਡੀ ਹਿਫਾਜ਼ਤ ਨਿਗਰਾਨੀ ਦੇ ਲਈ ਜੋ ਤੁਸੀਂ ਸਾਨੂੰ ਸਹੀ ਸਲਾਮਤੀ ਨਾਲ ਰੱਖਿਆ। ਖੁਦਾਵੰਦ ਸਾਡੇ ਕੰਮਾਂ ਤੇ ਲੈ ਕੇ ਗਿਆ ਤੇ ਕੰਮ ਵਾਪਸ ਘਰ ਲੈ ਕੇ ਆਇਆ। ਖਾਸ ਤੌਰ ਤੇ ਖੁਦਾਵੰਦ ਇਸ ਸਮੇਂ ਲਈ ਤੇਰਾ ਸ਼ੁਕਰ ਕਰਦੇ ਹਾਂ ਜੋ ਤੂੰ ਸਾਡੀ ਜ਼ਿੰਦਗੀ 'ਚ ਸਾਨੂੰ ਦਿੱਤਾ। ਖੁਦਾਵੰਦ ਕਿ ਅੱਜ ਅਸੀਂ 78 ਜ਼ਬੂਰ ਪੜ੍ਹਨਾ ਹੈ ਖੁਦਾਵੰਦ ਔਰ ਜੋ ਕੁਛ ਵੀ ਖੁਦਾਵੰਦ ਉਸ ਦੇ ਉੱਤੇ ਤੇਰਾ ਖਾਦਮ ਸਾਨੂੰ ਸਿਖਾਉਂਦਾ ਹੈ ਸਭ ਨੂੰ ਖੁਦਾਵੰਦ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਸਤੇਮਾਲ ਕਰਨ ਵਾਲੇ ਤੇ ਉਸ ਨੂੰ ਯਾਦ ਰੱਖ ਸਕੀਏ। ਤੂੰ ਸਾਡੇ ਦਿਲੋਂ ਦਿਮਾਗ ਨੂੰ ਖੋਲ ਸਾਡੀ ਬੁੱਧੀ ਨੂੰ ਖੁਦਾਵੰਦ ਤਾਂ ਜੋ ਖੁਦਾਵੰਦ ਅਸੀਂ ਉਸ ਨੂੰ ਯਾਦ ਰੱਖ ਸਕੀਏ। ਜਿੰਨੇ ਵੀ ਅੱਜ ਦੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਖੁਦਾਵੰਦ ਤੂੰ ਉਹਨਾਂ ਦੇ ਵੀ ਨਾਲ ਹੋ ਤੇ ਉਹਨਾਂ ਦੇ ਵਿੱਚ ਵੀ ਤੂੰ ਖੁਦਾਵੰਦ ਸਮਝਣ ਦੀ ਇਜ਼ਾਫਾ ਕਰ ਖੁਦਾਵੰਦ ਤਾਂ ਜੋ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਜੋ ਖਾਦਮ ਦੇ ਜ਼ਰੀਏ ਸਿੱਖਦੇ ਨੇ ਉਸ ਨੂੰ ਲੈ ਕੇ ਚੱਲਣ ਵਾਲੇ ਹਨ। ਇਹ ਸਭ ਕੁਛ ਮੰਗਦੇ ਆ ਤੇਰੇ ਬੇਟੇ ਆਪਣੇ ਨਜਾਤ ਦਹਿੰਦਾ ਯਿਸੂ ਨਾਸਰੀ ਦੇ ਜਲਾਲੀ ਤੇ ਪੁੱਤਰ ਨਾਂ 'ਚ ਆਮੀਨ। ਆਮੀਨ। ਥੈਂਕ ਯੂ ਅੰਕਲ ਜੋਸ਼ੂਆ। ਆਓ ਹੁਣ ਅਸੀਂ ਅੱਜ ਦੀ ਸਕ੍ਰਿਪਚਰ ਰੀਡਿੰਗ ਵਿੱਚ ਚੱਲਾਂਗੇ ਆਂਟੀ ਜੋਤੀ ਤੇ ਅੰਕਲ ਜੋਸ਼ੂਆ ਦੇ ਨਾਲ। ਇੱਕ ਵਾਰ ਫੇਰ ਮੇਰੇ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਜਿੰਨੇ ਵੀ ਸਾਨੂੰ ਇਸ ਵਕਤ ਆਨਲਾਈਨ ਦੇਖ ਰਹੇ ਹਨ ਖੁਦਾਵੰਦ ਸਾਰਿਆਂ ਨੂੰ ਬਰਕਤ ਦੇਵੇ। ਅੱਜ ਅਸੀਂ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਜ਼ਬੂਰ ਲੈ ਕੇ ਆਏ ਹਾਂ ਔਰ ਅਸੀਂ ਅੱਜ ਦਾ ਜ਼ਬੂਰ ਜਿਹੜਾ ਹੈਗਾ ਜ਼ਬੂਰ ਨੰਬਰ 78 78 ਅੱਜ ਅਸੀਂ ਇਹ ਤੁਹਾਡੇ ਸਾਹਮਣੇ ਪੜਾਂਗੇ। ਇਸ ਦਾ ਜੋ ਮੇਨ ਟਾਈਟਲ ਹੈ ਉਹ ਹੈ ਪਰਮੇਸ਼ਵਰ ਅਤੇ ਉਸਦੇ ਲੋਕੀ। ਇਹ ਅਸਾਫ ਦਾ ਭਜਨ ਹੈ। ਮੈਂ ਇਸਦੀ ਪਹਿਲੀ ਆਇਤ ਪੜਾਂਗੀ। हे ਮੇਰੇ ਲੋਕੋ ਮੇਰੀ ਵਿਵਸਥਾ ਤੇ ਆਪਣੇ ਕੰਨ ਲਾਵੋ ਅਤੇ ਮੇਰੇ ਮੂੰਹ ਦੇ ਬੋਲਾਂ ਨੂੰ ਧਿਆਨ ਨਾਲ ਸੁਣੋ। ਮੈਂ ਆਪਣਾ ਮੂੰਹ ਦ੍ਰਿਸ਼ਟਾਂਤਾਂ ਵਿੱਚ ਖੋਲਾਂਗਾ। ਮੈਂ ਪੁਰਾਣਿਆਂ ਸਮਿਆਂ ਦੀਆਂ ਬੁਝਾਰਤਾਂ ਉਚਰਾਂਗਾ। ਜੋ ਅਸੀਂ ਸੁਣਿਆ ਅਤੇ ਜਾਣਿਆ ਸੀ ਅਤੇ ਜੋ ਸਾਡੇ ਪੁਰਖਿਆਂ ਨੇ ਸਾਨੂੰ ਦੱਸਿਆ ਸੀ। ਅਸੀਂ ਉਹਨਾਂ ਨੂੰ ਉਹਨਾਂ ਦੀ ਅੰਸ਼ ਤੋਂ ਨਾ ਲੁਕਾਵਾਂਗੇ ਸਗੋਂ ਆਉਣ ਵਾਲੀ ਪੀੜ੍ਹੀ ਨੂੰ ਯਹੋਵਾ ਦੀ ਉਸਤਤ ਉਸ ਦੀ ਸ਼ਕਤੀ ਅਤੇ ਅਚਰਜ ਕੰਮ ਜੋ ਉਸਨੇ ਕੀਤੇ ਦੱਸਾਂਗੇ। ਪ੍ਰਭੂ ਨੇ ਯਾਕੂਬ ਦੀ ਸੰਤਾਨ ਸਾਹਮਣੇ ਇੱਕ ਸਾਖੀ ਕਾਇਮ ਕੀਤੀ ਅਤੇ ਇਜ਼ਰਾਈਲ ਨੂੰ ਵਿਵਸਥਾ ਦਿੱਤੀ ਜਿਸ ਬਾਰੇ ਉਸਨੇ ਸਾਡੇ ਪੁਰਖਿਆਂ ਨੂੰ ਆਗਿਆ ਦਿੱਤੀ ਕਿ ਉਹ ਆਪਣੀ ਸੰਤਾਨ ਨੂੰ ਇਹ ਸਭ ਸਿਖਾਉਣ ਤਾਂ ਜੋ ਆਉਣ ਵਾਲੀ ਪੀੜ੍ਹੀ ਅਰਥਾਤ ਉਹ ਬੱਚੇ ਜਿਹੜੇ ਜੰਮਣਗੇ ਉਹਨਾਂ ਨੂੰ ਜਾਣ ਲੈਣ ਕਿ ਉਹ ਵੀ ਉੱਠ ਕੇ ਆਪਣੀ ਅੰਸ਼ ਨੂੰ ਦੱਸਣ ਤਾਂ ਜੋ ਉਹ ਵੀ ਪਰਮੇਸ਼ਵਰ ਤੇ ਭਰੋਸਾ ਰੱਖਣ ਅਤੇ ਉਸਦੇ ਕੰਮਾਂ ਨੂੰ ਨਾ ਭੁੱਲਣ ਸਗੋਂ ਉਸਦੇ ਹੁਕਮਾਂ ਨੂੰ ਮੰਨਣ ਅਤੇ ਉਹ ਆਪਣੇ ਪਿਓ ਦਾਦਿਆਂ ਵਾਂਗੂ ਨਾ ਹੋਣ ਇੱਕ ਕੱਬੀ ਤੇ ਆਖੀ ਪੀੜ੍ਹੀ ਅਜਿਹੀ ਪੀੜ੍ਹੀ ਜਿਸ ਆਪਣਾ ਮਨ ਕਾਇਮ ਨਾ ਰੱਖਿਆ ਅਤੇ ਜਿਹਦਾ ਆਤਮਾ ਪਰਮੇਸ਼ਵਰ ਵਿੱਚ ਦ੍ਰਿੜ ਨਾ ਰਿਹਾ। ਇਸ ਦੀ 9ਵੀਂ ਆਇਤ ਪੜਾਂਗੇ। ਇਫਰਾਹੀਮ ਦੀ ਸੰਤਾਨ ਪੂਰਨ ਹਥਿਆਰ ਬੰਦ ਹੋਣ ਤੇ ਵੀ ਜੰਗ ਦੇ ਦਿਨ ਪਿੱਛੋਂ ਨੱਠ ਗਈ ਸੀ। ਉਹਨਾਂ ਨੇ ਪਰਮੇਸ਼ਵਰ ਦੇ ਨੇਮ ਦੀ ਪਾਲਣਾ ਨਾ ਕੀਤੀ ਅਤੇ ਉਸ ਦੀ ਵਿਵਸਥਾ ਵਿੱਚ ਚੱਲਣ ਤੋਂ ਨਾ ਕੀਤੀ। ਉਹ ਉਸਦੇ ਸਭ ਕੀਤੇ ਕੰਮਾਂ ਨੂੰ ਭੁੱਲ ਗਏ ਅਤੇ ਆਪਣੀ ਅੱਖ ਉਸਦੇ ਕੀਤੇ ਚਮਤਕਾਰਾਂ ਨੂੰ ਵੀ ਅਣਦੇਖੇ ਕਰ ਦਿੱਤਾ। ਉਹਨਾਂ ਦੇ ਪਿਓ ਦਾਦਿਆਂ ਦੇ ਅੱਗੇ ਮਿਸਰ ਦੇਸ਼ ਵਿੱਚ ਸੋਅਨ ਦੀ ਰੜ ਵਿੱਚ ਉਸਨੇ ਇੱਕ ਅਚਰਜ ਕੰਮ ਕੀਤਾ। ਆਇਤ ਨੰਬਰ 13 ਉਹ ਸਾਗਰ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਉਹਨਾਂ ਨੂੰ ਪਾਰ ਲੈ ਗਿਆ ਅਤੇ ਪਾਣੀ ਨੂੰ ਉਹਨਾਂ ਤੇ ਆਸੀ ਪਾਸੀ ਕੰਧਾ ਬਣਾ ਕੇ ਖੜਾ ਕਰ ਦਿੱਤਾ। ਉਸਨੇ ਦਿਨ ਨੂੰ ਬੱਦਲ ਨਾਲ ਅਤੇ ਸਾਰੀ ਰਾਤ ਅੱਗ ਦੀ ਲੋ ਨਾਲ ਉਹਨਾਂ ਦੀ ਅਗਵਾਈ ਕੀਤੀ। ਉਸਨੇ ਸੁਨਸਾਨ ਥਾਂ ਵਿੱਚ ਚਟਾਨਾਂ ਤੋੜ ਕੇ ਉਹਨਾਂ ਨੂੰ ਡੂੰਘਾਈਆਂ ਵਿੱਚ ਬਹੁਤਾਤ ਵਿੱਚ ਪਾਣੀ ਪੀਣ ਲਈ ਦਿੱਤਾ। ਉਸਨੇ ਢਿੱਗ ਵਿੱਚੋਂ ਧਾਰਾਂ ਕੱਢੀਆਂ
ਅਤੇ ਪਾਣੀ ਦਰਿਆਵਾਂ ਵਾਂਗੂ ਵਗਾਇਆ। ਪਰ ਉਹ ਲੋਕ ਇਹ ਸਭ ਹੋਣ ਤੇ ਵੀ ਪਰਮੇਸ਼ਵਰ ਦੇ ਵਿਰੁੱਧ ਪਾਪ ਕਰਦੇ ਰਹੇ ਅਤੇ ਉਹਨਾਂ ਨੇ ਸੁਨਸਾਨ ਥਾਂ ਵਿੱਚ ਵਿਦਰੋਹ ਕੀਤਾ। ਉਹਨਾਂ ਨੇ ਆਪਣੀ ਖੁਦੀਆਂ ਲਈ ਭੋਜਨ ਮੰਗ ਕੇ ਆਪਣੇ ਮਨ ਵਿੱਚ ਪਰਮੇਸ਼ਵਰ ਦਾ ਪਰਤਾਵਾ ਕੀਤਾ। ਇਸ ਦੀ 19 ਆਇਤ, ਉਹ ਪਰਮੇਸ਼ਵਰ ਦੇ ਵਿਰੁੱਧ ਇਸ ਤਰ੍ਹਾਂ ਨਾਲ ਬੋਲੇ ਕਿ ਉਹ ਉਹਨਾਂ ਨੂੰ ਜੰਗਲ ਵਿੱਚ ਭੋਜਨ ਦੇ ਸਕਦਾ ਹੈ। ਵੇਖੋ, ਉਸਨੇ ਚਟਾਨ ਨੂੰ ਮਾਰਿਆ, ਪਾਣੀ ਫੁੱਟ ਨਿਕਲਿਆ ਅਤੇ ਧਾਰਾਂ ਵਗ ਪਈਆਂ। ਕੀ ਉਹ ਰੋਟੀ ਵੀ ਦੇ ਸਕੇਗਾ, ਨਾਲੇ ਆਪਣੀ ਪ੍ਰਜਾ ਨੂੰ ਮਹਾਪ੍ਰਸਾਦ ਵੀ ਅਪੜਾਵੇਗਾ। ਆਇਤ 21, ਪਰ ਪ੍ਰਭੂ ਇਹ ਸੁਣ ਕੇ ਕ੍ਰੋਧਿਤ ਹੋ ਉੱਠਿਆ, ਯਾਕੂਬ ਦੀ ਸੰਤਾਨ ਦੇ ਵਿਰੁੱਧ ਇੱਕ ਅੱਗ ਭੜਕ ਉੱਠੀ ਅਤੇ ਇਜ਼ਰਾਈਲ ਦੇ ਵਿਰੁੱਧ ਉਸਦਾ ਗੁੱਸਾ ਠਾਠਾ ਮਾਰਨ ਲੱਗਾ। ਕਿਉਂਕਿ ਉਹਨਾਂ ਨੇ ਪਰਮੇਸ਼ਵਰ ਉੱਤੇ ਪ੍ਰਤੀਤ ਨਾ ਕੀਤੀ ਅਤੇ ਉਸ ਦੇ ਬਚਾਅ ਉੱਤੇ ਭਰੋਸਾ ਨਾ ਰੱਖਿਆ। ਪਰਮੇਸ਼ਵਰ ਨੇ ਆਕਾਸ਼ਾਂ ਨੂੰ ਹੁਕਮ ਦਿੱਤਾ ਅਤੇ ਸਵਰਗ ਦੇ ਦਰਵਾਜ਼ੇ ਖੋਲ ਦਿੱਤੇ। ਆਇਤ 24, ਅਤੇ ਉਹਨਾਂ ਦੇ ਖਾਣ ਲਈ ਮਨ ਵਰਾਇਆ ਅਤੇ ਉਹਨਾਂ ਨੂੰ ਸਵਰਗੀ ਅੰਨ ਦਿੱਤਾ। ਇਸ ਤਰ੍ਹਾਂ ਮਨੁੱਖਾਂ ਨੇ ਸਵਰਗ ਦੂਤਾਂ ਦਾ ਭੋਜਨ ਖਾਧਾ ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਲੋੜ ਅਨੁਸਾਰ ਸਭ ਕੁਝ ਦਿੱਤਾ। ਉਸਨੇ ਆਕਾਸ਼ ਦੇ ਵਿੱਚ ਪੂਰੇ ਦੀ ਹਵਾ ਵਗਾਈ ਅਤੇ ਆਪਣੀ ਸਮਰੱਥਾ ਨਾਲ ਦੱਖਣੀ ਹਵਾ ਚਲਾਈ। ਉਸਨੇ ਉਹਨਾਂ ਨੂੰ ਬਹੁਤ ਸਾਰਾ ਭੋਜਨ ਦਿੱਤਾ ਅਤੇ ਉਹਨਾਂ ਦੇ ਕੋਲ ਭਾਰੀ ਗਿਣਤੀ ਵਿੱਚ ਪੰਛੀ ਕੱਲੇ। ਅਤੇ ਉਹਨਾਂ ਦੇ ਡੇਰੇ ਵਿੱਚ ਅਤੇ ਉਹਨਾਂ ਦੇ ਵਸੇਬਿਆਂ ਦੇ ਆਲੇ ਦੁਆਲੇ ਗਿਰਾਏ। ਇਸ ਦੀ 29 ਆਇਤ, ਸੋ ਉਹਨਾਂ ਨੇ ਰੱਜ ਕੇ ਖਾਧਾ ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਉਹ ਸਭ ਦਿੱਤਾ ਜਿਨ੍ਹਾਂ ਦੀ ਉਹਨਾਂ ਨੂੰ ਚਾਹ ਸੀ। ਉਹ ਆਪਣੀ ਹਿਰਸ ਤੋਂ ਨਾ ਹਟੇ, ਉਹਨਾਂ ਦਾ ਖਾਣਾ ਅਜੇ ਉਹਨਾਂ ਦੇ ਮੂੰਹ ਵਿੱਚ ਹੀ ਸੀ। ਆਇਤ 31, ਕੀ ਪਰਮੇਸ਼ਵਰ ਦਾ ਗੁੱਸਾ ਉਹਨਾਂ ਦੇ ਵਿਰੁੱਧ ਭੜਕ ਉੱਠਿਆ ਅਤੇ ਉਹਨਾਂ ਦੇ ਬਲੀ ਆਦਮੀਆਂ ਨੂੰ ਅਤੇ ਨੌਜਵਾਨਾਂ ਨੂੰ ਮਾਰ ਦਿੱਤਾ। ਤਾਂ ਇਹ ਸਾਰੇ ਦੇ ਹੋਣ ਚਰਜ ਕਰਤਬਾਂ ਤੇ ਪ੍ਰਤੀਤ ਨਾ ਕੀਤੀ। ਇਸ ਲਈ ਉਸਨੇ ਉਹਨਾਂ ਦੇ ਦਿਨਾਂ ਨੂੰ ਪਲ ਭਰ ਵਿੱਚ ਖਤਮ ਕਰ ਦਿੱਤਾ ਅਤੇ ਉਹਨਾਂ ਦੇ ਸਾਲਾਂ ਨੂੰ ਭੈ ਵਿੱਚ ਬਦਲ ਦਿੱਤਾ। ਆਇਤ 34, ਜਦ ਉਸਨੇ ਉਹਨਾਂ ਨੂੰ ਵਡਿਆਇਆ ਤਾਂ ਉਹਨਾਂ ਨੇ ਉਸ ਦੀ ਭਾਲ ਕੀਤੀ। ਉਹ ਮੁੜੇ ਤੇ ਉਹਨਾਂ ਨੇ ਮਨੋ ਤਨੋਂ ਪਰਮੇਸ਼ਵਰ ਨੂੰ ਢੂੰਡਿਆ। ਉਹਨਾਂ ਯਾਦ ਕੀਤਾ ਕਿ ਉਹ ਉਹਨਾਂ ਦੀ ਚਟਾਨ ਹੈ ਅਤੇ ਪਰਮ ਪ੍ਰਧਾਨ ਪਰਮੇਸ਼ਵਰ ਹੀ ਉਹਨਾਂ ਦਾ ਛੁਟਕਾਰਾ ਦੇਣ ਵਾਲਾ ਹੈ। ਆਇਤ 36, ਉਹਨਾਂ ਨੇ ਆਪਣੇ ਮੂੰਹ ਨਾਲ ਲੱਲੋ ਪੱਤੋ ਕੀਤੀ ਅਤੇ ਆਪਣੀ ਜ਼ੁਬਾਨ ਨਾਲ ਉਸ ਦੇ ਲਈ ਝੂਠ ਮਾਰਿਆ। ਕਿਉਂਕਿ ਪਰਮੇਸ਼ਵਰ ਦੇ ਵੱਲ ਉਹਨਾਂ ਦੇ ਮਨ ਸਾਫ਼ ਨਹੀਂ ਸਨ ਅਤੇ ਉਹ ਉਸ ਦੇ ਨੇਮ ਦੇ ਆਗਿਆਕਾਰ ਨਹੀਂ ਸਨ। ਪਰ ਉਸ ਰਹੀਮ ਹੋ ਕੇ ਉਹਨਾਂ ਦੀ ਬੁਰਾਈ ਨੂੰ ਖਿਮਾ ਕੀਤਾ ਅਤੇ ਉਸਨੇ ਉਹਨਾਂ ਦਾ ਨਾਸ ਨਾ ਕੀਤਾ। ਹਾਂ, ਬਹੁਤ ਵਾਰੀ ਉਸਨੇ ਆਪਣਾ ਕ੍ਰੋਧ ਰੋਕ ਛੱਡਿਆ ਅਤੇ ਆਪਣਾ ਸਾਰਾ ਗੁੱਸਾ ਨਾ ਭੜਕਾਇਆ। ਉਹ ਜਾਣਦਾ ਸੀ ਕਿ ਉਹ ਕੇਵਲ ਪ੍ਰਾਣੀ ਹਨ, ਉਹ ਕੇਵਲ ਹਵਾ ਮਾਤਰ ਹਨ ਜੋ ਇੱਕ ਵਾਰ ਵਗ ਕੇ ਵਾਪਸ ਨਹੀਂ ਆਉਂਦੀ। ਆਇਤ 40, ਕਿੰਨੀ ਵਾਰ ਉਹ ਉਜਾੜ ਵਿੱਚ ਉਸ ਤੋਂ ਆਕੀ ਹੋਏ ਅਤੇ ਉਸ ਨੂੰ ਥਲ ਵਿੱਚ ਉਦਾਸ ਕੀਤਾ। ਉਹਨਾਂ ਬਾਰ-ਬਾਰ ਉਸ ਨੂੰ ਪਰਖਿਆ ਅਤੇ ਇਜ਼ਰਾਈਲ ਦੇ ਪਵਿੱਤਰ ਨੂੰ ਚੜਾਇਆ। ਉਹਨਾਂ ਨੇ ਉਸ ਦੇ ਹੱਥ ਨੂੰ ਚੇਤੇ ਨਾ ਰੱਖਿਆ, ਨਾ ਉਸ ਦਿਨ ਨੂੰ ਜਦ ਉਸਨੇ ਉਹਨਾਂ ਨੂੰ ਵਿਰੋਧੀ ਤੋਂ ਛੁਡਾਇਆ। ਉਹ ਸਭ ਕੁਝ ਭੁੱਲ ਗਏ ਸਨ, ਉਸ ਦੇ ਮਿਸਰ ਵਿੱਚ ਦਿਖਾਏ ਚਿੰਨ੍ਹਾਂ ਨੂੰ ਅਤੇ ਸੋਨ ਦੀ ਧਰਤੀ ਤੇ ਚਮਤਕਾਰਾਂ ਨੂੰ ਵੀ। ਉਸਨੇ ਉਹਨਾਂ ਦੇ ਦਰਿਆਵਾਂ ਨੂੰ
ਲਹੂ ਬਣਾ ਦਿੱਤਾ, ਨਾਲੇ ਉਹਨਾਂ ਦੀਆਂ ਨਦੀਆਂ ਨੂੰ, ਸੋ ਉਹ ਉਹਨਾਂ ਤੋਂ ਪੀ ਨਾ ਸਕੇ। 45 ਆਇਤ। ਉਸਨੇ ਉੱਥੇ ਮੱਖਾਂ ਦੇ ਝੁੰਡ ਘੱਲੇ ਜੋ ਉਹਨਾਂ ਨੂੰ ਖਾ ਗਏ, ਉਸ ਝੁੰਡ ਘੱਲੇ ਜਿਨ੍ਹਾਂ ਨੇ ਉਹਨਾਂ ਦਾ ਨਾਸ਼ ਕਰ ਦਿੱਤਾ। ਉਸਨੇ ਉਹਨਾਂ ਦੀ ਪੈਦਾਵਾਰ ਕੀੜਿਆਂ ਨੂੰ ਅਤੇ ਉਹਨਾਂ ਦੀ ਮਿਹਨਤ ਸਲਾਹ ਨੂੰ ਦਿੱਤੀ। ਉਸਨੇ ਉਹਨਾਂ ਦੇ ਅੰਗੂਰੀ ਬਾਗ ਗੜਿਆਂ ਨਾਲ ਅਤੇ ਗੁੱਲਰ ਦੇ ਰੁੱਖ ਕੋਰੇ ਨਾਲ ਨਾਸ਼ ਕਰ ਦਿੱਤੇ। ਉਸਨੇ ਉਹਨਾਂ ਦੇ ਪਸ਼ੂਆਂ ਨੂੰ ਗੜਿਆਂ ਦੇ ਅਤੇ ਉਹਨਾਂ ਦੇ ਵਗਾਂ ਨੂੰ ਤੇਜ਼ ਲਸ਼ਕਰਾਂ ਦੇ ਹਵਾਲੇ ਕੀਤਾ। ਉਸਨੇ ਉਹਨਾਂ ਉੱਤੇ ਆਪਣੇ ਕਹਿਰ ਦਾ ਗੁੱਸਾ ਭੜਕਾਇਆ ਅਤੇ ਉਹਨਾਂ ਉੱਤੇ ਆਪਣਾ ਕ੍ਰੋਧ, ਰੋਸ ਅਤੇ ਸੰਕਟ ਪ੍ਰਗਟ ਕੀਤਾ। ਇਸ ਤਰ੍ਹਾਂ ਉਸਨੇ ਉਹਨਾਂ ਕੋਲ ਬੁਰਾਈ ਦੇ ਦੂਤ ਘੱਲੇ। ਆਇਤ 50। ਉਸਨੇ ਆਪਣੇ ਕ੍ਰੋਧ ਦੇ ਲਈ ਰਾਹ ਸਿੱਧਾ ਕੀਤਾ। ਉਸਨੇ ਉਹਨਾਂ ਦੀਆਂ ਜਾਨਾਂ ਨੂੰ ਮੌਤ ਤੋਂ ਨਾ ਰੋਕਿਆ, ਸਗੋਂ ਉਹਨਾਂ ਦੀਆਂ ਹਯਾਤੀਆਂ ਨੂੰ ਬਵਾ ਦੇ ਹਵਾਲੇ ਕੀਤਾ। ਉਸਨੇ ਮਿਸਰ ਦੇ ਸਭ ਪਲੋਠੇ ਅਰਥਾਤ ਹਾਮ ਦੀ ਸੰਤਾਨ ਦੇ ਪਹਿਲੇ ਫਲਾਂ ਨੂੰ ਵਾਰ ਦਿੱਤਾ। ਪਰ ਆਪਣੀ ਪ੍ਰਜਾ ਨੂੰ ਭੇਡਾਂ ਵਾਂਗੂ ਲੈ ਤੁਰਿਆ ਅਤੇ ਉਜਾੜ ਵਿੱਚ ਇੱਜੜ ਵਾਂਗੂ ਉਹਨਾਂ ਦੀ ਅਗਵਾਈ ਕੀਤੀ। ਉਸਨੇ ਸੁਰੱਖਿਆ ਰੂਪ ਵਿੱਚ ਉਹਨਾਂ ਦੀ ਅਗਵਾਈ ਕੀਤੀ ਅਤੇ ਉਹ ਨਾ ਡਰੇ। ਉਹ ਉਹਨਾਂ ਦੇ ਵੈਰੀਆਂ ਨੂੰ ਸਮੁੰਦਰ ਦੇ ਪਾਣੀਆਂ ਨੇ ਦਬਾ ਦਿੱਤਾ। ਤਾਂ ਉਸਨੇ ਉਹਨਾਂ ਨੂੰ ਆਪਣੇ ਪਵਿੱਤਰ ਥਾਂ ਦੇ ਬੰਨੇ ਤੀਕ ਅਪੜਾਇਆ, ਇਸ ਪਹਾੜ ਤੀਕ ਜਿਹਨੂੰ ਉਸਦੇ ਸੱਜੇ ਹੱਥ ਨੇ ਲਿਆ ਸੀ। ਆਇਤ 55। ਉਸਨੇ ਉਹਨਾਂ ਦੇ ਆਗੂਆਂ ਕੌਮਾਂ ਨੂੰ ਕੱਢ ਦਿੱਤਾ ਅਤੇ ਉਹਨਾਂ ਨੂੰ ਉਹਨਾਂ ਦੀ ਧਰਤੀ ਵਿਰਸੇ ਦੇ ਤੌਰ ਤੇ ਦੇ ਦਿੱਤੀ ਅਤੇ ਇਜ਼ਰਾਈਲ ਦੇ ਕਬੀਲਿਆਂ ਨੂੰ ਉੱਥੇ ਵਸਾ ਦਿੱਤਾ। ਤਾਂ ਵੀ ਉਹਨਾਂ ਨੇ ਆਤਮਹਾਨ ਪਰਮੇਸ਼ਵਰ ਨੂੰ ਪਰਤਾਇਆ ਅਤੇ ਉਸ ਤੋਂ ਆਕੀ ਹੋ ਗਏ ਅਤੇ ਉਸ ਦੀਆਂ ਸਾਖੀਆਂ ਦੀ ਪਾਲਣਾ ਨਾ ਕੀਤੀ। ਉਹਨਾਂ ਨੇ ਆਪਣੇ ਪੁਰਖਿਆਂ ਵਾਂਗ ਆਪਣੇ ਮੂੰਹ ਉਸ ਵੱਲੋਂ ਪਿੱਛਾ ਮੋੜ ਲਿਆ ਅਤੇ ਪਰਮੇਸ਼ਵਰ ਵਿਰੋਧ ਵਿਸ਼ਵਾਸਘਾਤ ਕੀਤਾ। ਉਹ ਵਿਗੇ ਤੀਰ ਕਮਾਨਾਂ ਵਾਂਗ ਨਿਕੰਮੇ ਹੋ ਨਿਕਲੇ। ਆਪਣੀਆਂ ਉੱਚੀਆਂ ਥਾਵਾਂ ਦੇ ਕਾਰਨ ਉਸ ਦੇ ਗੁੱਸੇ ਨੂੰ ਛੇੜਿਆ ਅਤੇ ਆਪਣੀਆਂ ਉਕਰੀਆਂ ਹੋਈਆਂ ਮੂਰਤਾਂ ਦੇ ਕਾਰਨ ਉਸ ਦੀ ਅਣਖ ਨੂੰ ਹਿਲਾਇਆ। ਆਇਤ 59। ਪਰਮੇਸ਼ਵਰ ਇਹ ਸਭ ਦੇਖ ਕੇ ਕ੍ਰੋਧਿਤ ਹੋਇਆ ਅਤੇ ਉਸਨੇ ਇਜ਼ਰਾਈਲ ਨੂੰ ਤਿਆਗ ਦਿੱਤਾ। ਉਸਨੇ ਸਿਲੋ ਦੇ ਡੇਰੇ ਨੂੰ ਅਤੇ ਉਸ ਤੰਬੂ ਨੂੰ ਜਿਹੜਾ ਉਸ ਦੇ ਆਦਮੀਆਂ ਵਿੱਚ ਖੜਾ ਕੀਤਾ ਸੀ ਛੱਡ ਦਿੱਤਾ। ਉਸਨੇ ਆਪਣੀ ਮਹਿਮਾ ਅਤੇ ਸ਼ਕਤੀ ਦੇ ਚਿੰਨ੍ਹ ਅਰਥਾਤ ਨੇਮ ਦੇ ਤੰਬੂ ਨੂੰ ਸਾਡੇ ਵੈਰੀਆਂ ਦੇ ਹੱਥੀਂ ਸੌਂਪ ਦਿੱਤਾ। ਉਸਨੇ ਆਪਣੀ ਪ੍ਰਜਾ ਨੂੰ ਤਲਵਾਰ ਦੇ ਵਸ ਪਾਇਆ ਅਤੇ ਆਪਣੀ ਮਿਲਖ ਨਾਲ ਅਤ ਕ੍ਰੋਧਵਾਨ ਹੋਇਆ। ਆਇਤ 63। ਸੋ ਉਹਨਾਂ ਦੇ ਜਵਾਨ ਗੱਭਰੂ ਨਾਸ਼ ਹੋ ਗਏ ਅਤੇ ਉਹਨਾਂ ਦੀਆਂ ਕੁਆਰੀਆਂ ਨਾਲ ਵਿਆਹ ਕਰਨ ਵਾਲਾ ਪਿੱਛੇ ਕੋਈ ਵੀ ਨਾ ਰਿਹਾ। ਉਹਨਾਂ ਦੇ ਜਾਜਕ ਤਲਵਾਰ ਨਾਲ ਡਿੱਗੇ, ਪਰ ਉਹਨਾਂ ਦੀਆਂ ਵਿਧਵਾ ਨੇ ਵਿਰਲਾਪ ਨਾ ਕੀਤਾ। ਪਰ ਅੰਤ ਸਵਾਮੀ ਨੀਂਦਰ ਤੋਂ ਜਾਗਿਆ। ਉਹ ਇੱਕ ਤਕੜੇ ਮਨੁੱਖ ਦੇ ਵਾਂਗ ਨਿਸ਼ਚੈ ਹੋਏ ਉੱਠਿਆ। ਉਸਨੇ ਆਪਣੇ ਵਿਰੋਧੀਆਂ ਨੂੰ ਮਾਰ ਕੇ ਪਿਛਾਂਹ ਹਟਾ ਦਿੱਤਾ। ਉਸਨੇ ਉਹਨਾਂ ਨੂੰ ਸਦਾ ਲਈ ਨਿੰਦਿਆ ਦਾ ਥਾਂ ਬਣਾਇਆ। ਪਰ ਉਸਨੇ ਯੂਸਫ ਦੇ ਕਬੀਲੇ ਨੂੰ ਰੱਦ ਦਿੱਤਾ ਅਤੇ ਨਾ ਇਬਰਾਹਿਮ ਦੇ ਕਬੀਲੇ ਵਿੱਚੋਂ ਕਿਸੇ ਨੂੰ ਚੁਣਿਆ। ਪਰ ਉਸਨੇ ਯਹੂਦਾ ਦੇ ਗੋਤ ਨੂੰ ਚੁਣਿਆ, ਅਰਥਾਤ ਸਿਯੋਨ ਦੇ ਪਰਬਤ ਨੂੰ, ਜਿਹੜਾ ਉਸ ਨੂੰ ਪਿਆਰਾ ਸੀ। ਆਇਤ 69। ਉੱਥੇ ਹੀ ਉਸਨੇ ਆਪਣਾ ਮੰਦਰ ਆਪਣੇ ਸਵਰਗ ਵਿਚਲੇ ਘਰ ਵਰਗਾ ਬਣਾਇਆ। ਉਸਨੇ ਉਹ ਹਮੇਸ਼ਾ ਰਹਿਣ ਵਾਲੀ ਧਰਤੀ ਦੇ ਵਾਂਗ ਸੁਰੱਖਿਅਤ ਬਣਾਇਆ। ਆਇਤ 70। ਉਸਨੇ ਆਪਣੇ ਦਾਸ ਦਾਊਦ ਨੂੰ ਵੀ ਚੁਣਿਆ ਅਤੇ ਭੇਡਾਂ ਦੇ ਵਾੜਿਆਂ ਵਿੱਚੋਂ ਉਹਨੂੰ ਲੈ ਲਿਆ। ਉਸਨੇ ਦਾਊਦ ਨੂੰ ਭੇਡਾਂ ਦੇ ਪਿੱਛੋਂ ਹਟਾ ਕੇ ਆਪਣੇ ਲੋਕਾਂ ਯਾਕੂਬ ਦੀ ਸੰਤਾਨ ਅਰਥਾਤ ਆਪਣੇ ਵਿਰਸੇ ਇਜ਼ਰਾਈਲ ਦਾ ਚਰਵਾਹਾ ਥਾਪ ਦਿੱਤਾ।
ਸੋ ਉਹਨੇ ਆਪਣੇ ਮਨ ਦੀ ਸਚਾਈ ਨਾਲ ਉਹਨਾਂ ਨੂੰ ਚਰਾਇਆ ਅਤੇ ਆਪਣੇ ਹੱਥਾਂ ਦੇ ਗੁਣ ਨਾਲ ਉਹਨਾਂ ਦੀ ਅਗਵਾਈ ਕੀਤੀ। ਖੁਦਾ ਦੀ ਬਰਕਤ ਉਹਦੇ ਕਲਾਮ ਦੇ ਪੜ੍ਹੇ ਤੇ ਸੁਣੇ ਜਾਣ ਤੇ ਹੋਵੇ। ਆਮੀਨ। Amen. Thank you, scripture reading ਲਈ। ਆਓ ਹੁਣ ਅਸੀਂ ਪਾਸਟਰ ਐਰਿਕ ਸਰਵਾਰ ਦੇ ਨਾਲ ਕਲਾਮ ਦੇ ਰਿਫਲੈਕਸ਼ਨ ਤੇ ਇੰਟਰਪ੍ਰੀਟੇਸ਼ਨ ਵਿੱਚ ਜਾਵਾਂਗੇ। बहुत बहुत शुक्रिया एंजल, ज्योति और अंकल जोशुआ। और अज दा जिहड़ा असां ज़बूर नंबर 78 पढ़िया है ना, जिहड़ा मतलब इनू बंदा अखां बंद करके इमेजिन करे ना ते बंदा नाल नाल टुरी आउंदा ज़बूर नूं इससे कि बनी इसराइल दी पूरी तारीख दाऊद दे बादशाह बनन तक और हैकल खड़ी होण तक जिहड़ा वे ना आसफ जिहड़ा वे और आसफ दी नस्ल जिहड़ी वे और जिहड़े आसफ दी नस्ल दे बंदे ने जिस जनरेशन ने इस ज़बूर नूं लिखिया वे उन्होंने इस गीत दे विच इस मशकील दे विच ना उन्होंने जिहड़ी इसराइली हिस्टरी है जिहड़ी ना उन्होंने उन्होंने बयान किया है। ठीक है, सो असां वेख्या वे कि असी लेमंट जिहड़ा नोहा या मातम या आहो नाला लेमंट सामने असी उहदे विच ज़बूर दी किताब दा तर्जुमा है और असी आसफ दे ज़बूरां दे उत्ते असी गलबात करन लगे हां। और जिहड़ा आसफ दा जिहड़ा मशकील है इहनूं मशकील दा नाम दिता गया। अगेन इट्स अ पोएटिक जॉनरा जिहड़ा कि एक सिनफ है जिहड़ी कि इब्रानी शायरी च इस्तेमाल हुंदी है। तुसीं वेखो कि मज़मूर असां पढ़िया वे, असां मशकील पढ़िया वे, फिर उहदे बाद असां गीत भी साडे कोल तर्जमे च आया वे। तुसीं पढ़ोगे अपने दा सरनामा की है, आसफ दा की लिखिया सिस्टर ज्योति तुहाडे कोल? परमेश्वर अते उस दे लोकी, आसफ दा मशकील दे नाम पर भजन। ओके, थैंक यू। मशकील है अंकल जी, तुहाडे कोल की है? मेरे को है जी इतिहासक उपदेश आसफ दा मशकील। ओके, मशकील ही है। ठीक है ना। साढ़े तिन्ना दे कोल जिहड़ा ओहदा जिहड़ा सरनामा वे ज़बूर दा जिहड़ा वे सो ओ मशकील ही है। ठीक है ना। अच्छा, मशकील जिहड़ा वे ना इन्नू अमूमन कहा जांदा वे कि इट्स ऐसी शायराना सिनफ जिहदे विच तुसी हिस्टोरिकल जिन्नू ना अंग्रेजी च कहा जांदा ना एक अंग्रेजी टर्म है जिहड़ी ना यूज हुंदी है जिदों तुसी म्यूजिकल टर्म एक्चुअली बैलड। ओके, बैलड उन्नू कहा जांदा वे। सो बैलड मीनस हुंदा ते सॉन्ग है लेकिन ਉਹਦੇ ਵਿੱਚ ਤੁਸੀਂ ਕੋਈ ਨਾ ਕੋਈ ਵਾਕਿਆ ਬਿਆਨ ਕਰਦੇ ਹੋ। ਠੀਕ ਹੈ, ਜਿਵੇਂ ਵਾਰਿਸ ਸ਼ਾਹ ਦੀ ਹੀਰ ਰਾਂਝਾ ਵੇ। ਠੀਕ ਹੈ, ਜਾਂ ਸਾਡੇ ਪੰਜਾਬੀ ਫੋਕ ਦੇ ਵਿੱਚ ਜਿਹੜੇ ਕਿੱਸੇ ਨੇ, ਠੀਕ ਹੈ ਨਾ, ਇੱਕ ਤੇ ਬੋਲੀਆਂ ਨੇ ਨਾ ਜਿਹੜੇ ਪੰਜਾਬੀ ਲੋਕੀ ਗਾਉਂਦੇ ਨੇ, ਇੱਕ ਨੇ ਕਿੱਸੇ ਵੇ ਦੁੱਲੇ ਭੱਟੀ ਦਾ ਕਿੱਸਾ ਵੇ, ਫਿਰ ਆਪਣਾ ਹੀਰ ਰਾਂਝਾ ਦੀ ਕਹਾਣੀ ਹੈ, ਆਪਣਾ ਸੋਹਣੀ ਮਹੀਵਾਲ ਹੈ। ਮਤਲਬ ਇਹ ਉਹ ਕਿੱਸੇ ਨੇ ਜਿਨ੍ਹਾਂ ਨੂੰ ਪੋਇਟਰੀ ਦੇ ਵਿੱਚ ਕੀ ਕੀਤਾ ਗਿਆ ਵੇ, ਬਿਆਨ ਕੀਤਾ ਗਿਆ ਵੇ ਤਾਂ ਕਿ ਲੋਕੀ ਉਹਨੂੰ ਯਾਦ ਰੱਖ ਸਕਣ। ਸੋ ਦਿਸ ਇਜ਼ ਕਾਈਂਡ ਆਫ ਅ ਸਟੋਰੀ। ਸੋ ਅਸੀਂ ਵੇਖਦੇ ਹਾਂ ਕਿ ਜਿਹੜੇ ਜ਼ਬੂਰਾਂ ਦੀ ਅਸੀਂ ਕੈਟਾਗਰੀ ਦੇ ਵਿੱਚ ਆ, ਆਲਦੋ ਮਾਤਮੀ ਜ਼ਬੂਰ ਨੇ, ਲੇਕਿਨ ਇਹ ਜਿਹੜਾ ਜ਼ਬੂਰ ਹੈ ਇਹਨੂੰ ਤਾਰੀਖ ਕਿਹਾ ਗਿਆ ਵੇ, ਇਤਿਹਾਸੀ ਜ਼ਬੂਰ ਕਿਹਾ ਗਿਆ ਵੇ। ਠੀਕ ਹੈ ਨਾ, ਕਿਉਂਕਿ ਇਹਦੇ ਵਿੱਚ ਤਕਰੀਬਨ ਜ਼ਬੂਰ ਦੀ ਕਿਤਾਬ ਦੇ ਵਿੱਚ 2 ਜ਼ਬੂਰ ਹੋਰ ਐਸੇ ਨੇ ਜਿਹਦੇ ਵਿੱਚ ਤਾਰੀਖ ਨੂੰ ਦੁਹਰਾਇਆ ਗਿਆ ਵੇ। ਠੀਕ ਹੈ, और ज़बूर नंबर 105 और ज़बूर नंबर 106 ਇਹ 2 ऐसे ਜ਼ਬੂਰ ਨੇ ਜਿਹਦੇ ਵਿੱਚ ਜਿਹਦਾ ਸੇਮ ਪੈਟਰਨ ਹੈ और ਜਿਹੜਾ ਰਾਈਟਰ ਹੈ ਉਹਨੂੰ ਪੇਸ਼ ਕਰਦਾ ਹੈ। ਅੱਛਾ, ਦਿਲਚਸਪ ਗੱਲ ਹੈ ਵੇ ਕਿਉਂਕਿ ਇਹ ਇੱਕ ਕਾਮਨ ਤਰੀਕਾਕਾਰ ਸੀ ਲੋਕਾਂ ਨੂੰ ਸਿਖਾਉਣ ਦਾ, ਤਾਲੀਮ ਦੇਣ ਦਾ, ਔਰ ਖਾਸ ਤੌਰ ਤੇ ਉਹ ਕਲਚਰ ਜਿਹੜੇ ਔਰਲ ਲਿਟਰੇਟ ਕਲਚਰ ਹੁੰਦੇ ਨੇ। ਇੱਕ ਕਲਚਰ ਹੁੰਦਾ ਹੈ ਨਾ ਜਿਹੜਾ ਰਿਟਨ ਲਿਟਰੇਟ ਹੁੰਦਾ ਵੇ। ਠੀਕ ਹੈ ਨਾ, ਮਤਲਬ ਗੋਰਾ ਬੰਦਾ ਜਾਂ ਵੈਸਟਰਨ ਕੋਈ ਵੀ ਸਕਾਲਰ ਜਿਹੜਾ ਗੱਲ ਕਰੇਗਾ ਨਾ, ਉਹ ਸਾਡੇ ਜਿਹੜੇ ਪੰਜਾਬ ਦੇ ਜਿਹੜੇ ਲੋਕ ਲਿਖ ਪੜ੍ਹ ਨਹੀਂ ਨਾ ਸਕਦੇ ਉਹਨਾਂ ਨੂੰ ਕਹੇਗਾ ਇਹ ਇਲਿਟਰੇਟ ਨੇ। ਠੀਕ ਹੈ ਨਾ, ਕੀ ਲਫ਼ਜ਼ ਅਸੀਂ ਯੂਜ਼ ਕਰਨੇ ਆ, ਲਿਟਰੇਟ ਔਰ ਇਲ, ਮਤਲਬ ਜੀ ਕਮਜ਼ੋਰੀ ਹੈ, ਲਿਖ ਪੜ੍ਹ ਨਹੀਂ ਸਕਦੇ, ਇਲਿਟਰੇਟ ਨੇ। ਅੱਛਾ, ਉਹਨਾਂ ਨੂੰ ਇਹ ਨਹੀਂ ਪਤਾ ਕਿ ਐਕਚੁਅਲੀ ਉਹ ਇਲਿਟਰੇਟ ਨਹੀਂ ਨੇ, ਉਹ ਸਿਰਫ ਤੁਹਾਡੇ ਅੰਗਰੋਂ ਅੰਗਰੇਜ਼ੀ ਦੇ ਹਰੂਫ ਲਿਖ ਪੜ੍ਹ ਨਹੀਂ ਸਕਦੇ। ਦੇ ਆਰ ਲਿਟਰੇਟ ਬਟ ਦੇ ਆਰ ਔਰਲੀ ਲਿਟਰੇਟ। ਉਹ ਸੁਣ ਕੇ ਚੀਜ਼ਾਂ ਨੂੰ ਕਰਦੇ ਨੇ। ਜਿਵੇਂ ਮਿਊਜ਼ਿਕ, ਮੈਂ ਚੁੱਕੇ ਮੌਸੀਕੀ ਦਾ ਤਾਲਿਬ ਇਲਮ ਆ, ਸੋ ਮੌਸੀਕੀ ਦਾ ਤਾਲਿਬ ਇਲਮ ਹੁੰਦਿਆਂ ਇੱਥੇ ਤੁਸੀਂ ਵੇਖੋਗੇ ਕਿ ਵੈਸਟਰਨ ਮਿਊਜ਼ਿਕ ਜਿਹੜਾ ਵੇ ਉਹ ਆਈ ਐਂਡ ਹੈਂਡ ਕੰਟੈਕਟ ਹੈ। ਠੀਕ ਹੈ ਨਾ, ਜੇ ਅਸੀਂ ਮਿਊਜ਼ਿਕ ਨੋਟੇਸ਼ਨ ਵੇਖਦੇ ਆ ਉਹਨੂੰ ਲੋਕੀ ਜਿਹੜੇ ਟ੍ਰੇਨਡ ਇੱਥੋਂ ਦੇ ਲੋਕ ਨੇ ਕੀ ਕਰਦੇ ਨੇ, ਉਹ ਆਈ ਪੇਪਰ ਤੇ ਨੋਟਸ ਵੇਖਦੇ ਨੇ ਔਰ ਵਜਾਈ ਹੁੰਦੇ ਨੇ। ਠੀਕ ਹੈ, ਲੇਕਿਨ ਸੇਮ ਚੀਜ਼ ਹੀ ਸਾਡੇ ਕੰਟੈਕਸਟ ਦੇ ਵਿੱਚੋਂ ਲੋਕੀ ਸੁਣ ਕੇ ਵਜਾਈ ਹੁੰਦੇ ਨੇ। ਓਕੇ, ਵਜਾਨ ਸੇਮ ਚੀਜ਼ ਦੇ ਨੇ ਲੇਕਿਨ ਸਿਰਫ ਉਹਦਾ ਆਈ ਟੂ ਹੈਂਡ ਕੰਟੈਕਟ ਹੈ, ਜਦਕਿ ਇਸ ਪਾਸੇ ਈਅਰ ਟੂ ਹੈਂਡ ਕੰਟੈਕਟ। ਠੀਕ ਹੈ, ਵਾਇਲਨ ਜਿਹੜਾ ਅਸੀਂ ਸਿੱਖਨੇ ਆ ਇਹਨੂੰ ਜਿਹੜਾ ਵੈਸਟਰਨ ਜਾਂ ਜਿਹੜਾ ਤਰੀਕਾਕਾਰ ਇਹਨੂੰ ਸੁਜ਼ੂਕੀ ਮਾਡਲ ਕਿਹਾ ਜਾਂਦਾ ਹੈ ਕਿ ਤੁਸੀਂ ਜਦੋਂ ਸਾਜ਼ ਵਜਾਣਾ ਸਿੱਖੋ ਜੀ ਤੁਹਾਂ ਵੈਸਟਰਨ ਨੋਟੇਸ਼ਨ ਮਾਡਲ ਕਰਨਾ ਵੇ ਕਿ ਤੁਹਾਂ ਸੁਜ਼ੂਕੀ ਮਾਡਲ ਕਰਨਾ ਵੇ। ਦਿਸ ਇਜ਼ ਅ ਮਿਊਜ਼ੀਕਲ ਟਰਮ ਜਿਹਨੂੰ ਅਸੀਂ ਯੂਜ਼ ਕਰਨੇ ਆ ਕਿ ਜੀ ਤੁਸੀਂ ਸੁਣ ਕੇ ਵਜਾਓਗੇ ਕਿ ਤੁਸੀਂ ਵੇਖ ਕੇ ਵਜਾਣਾ ਸਿੱਖੋਗੇ। ਸੋ ਅਲਟੀਮੇਟਲੀ ਐਂਡ ਗੋਲ ਇੱਕੋ ਹੀ ਹੈ। ਸੋ ਅਸੀਂ ਵੇਖਦੇ ਆ ਕਿ ਜਿਹੜੇ ਜਿੰਨੇ ਵੀ ਔਰਲ ਲਿਟਰੇਟ ਕਲਚਰ ਨੇ ਉਹਨਾਂ ਦੇ ਵਿੱਚ
किस्से सुनाना, गीतां दे जरिए कहानियां, और एक नस्ल तो दूजी नस्ल तक अपने फोक ट्रेडिशन नूं ओनू फॉरवर्ड करना जिहड़ा वे दैट वाज अ कॉमन प्रैक्टिस। अच्छा, मोस्टली ਇਹ ਕੰਮ ਚੂंकि ਉਹਨਾਂ ਕੋਲ ਹੁੰਦਾ ਸੀ ਜਿਹੜੇ ਟ੍ਰੇਨਡ ਲੋਕ ਹੁੰਦੇ ਹਨ, ਜਿਹੜੇ ਔਰੈਲਿਟੀ ਦੇ ਵਿੱਚ, ਪੋਇਟਰੀ ਦੇ ਵਿੱਚ, ਮਿਊਜ਼ਿਕ ਦੇ ਵਿੱਚ ਜਿਹੜੇ ਆਲਰੇਡੀ ਜਿਹੜੇ ਸਕਿਲਡ ਲੋਕ ਹੁੰਦੇ ਹਨ। ਇਸ ਲਈ ਵੇਖੋਗੇ ਕਿ ਆਸਫ ਜਿਹੜਾ ਵੇ ਉਹਨੇ ਵੀ ਸੇਮ ਕੰਮ ਕੀਤਾ ਵੇ, ਔਰ ਬਨੀ ਕੋਰਾ ਨੇ ਵੀ ਇਹ ਕੰਮ ਕੀਤਾ ਵੇ, ਈਵਨ ਦਾਊਦ ਨੇ ਵੀ ਇਹ ਕੰਮ ਕੀਤਾ ਵੇ, ਈਵਨ ਮੂਸਾ ਨੇ, ਜਦੋਂ ਮੂਸਾ ਨੇ ਇਸਤਸਨਾ ਦੀ ਕਿਤਾਬ ਦੁਹਰਾਈ ਏ ਤੇ ਉਹਦਾ ਜਿਹੜਾ ਆਖਰੀ ਚੈਪਟਰ 31 ਤੇ 32 ਉਹਦੇ ਵਿੱਚ ਖੁਦਾ ਨੇ ਉਹਨੂੰ ਕਿਹਾ ਨਾ ਕਿ ਭਾਈ ਹੁਣ ਇਹਨਾਂ ਦੇ ਖਿਲਾਫ ਗਵਾਹੀ ਕੀ ਰੱਖੇਗਾ, ਕਿਵੇਂ ਯਾਦ ਰੱਖਣਗੇ। ਮੂਸਾ ਨੇ ਕਿਹਾ ਮੈਂ ਗੀਤ ਦੇ ਵਿੱਚ ਇਹਨੂੰ ਪਰੋ ਦਾਂਗਾ, ਇਹਨੂੰ ਮੈਂ ਪੋਇਟਰੀ 'ਚ ਲਿਖ ਦਾਂਗਾ ਸਾਰੀ ਸ਼ਰੀਅਤ ਨੂੰ, ਤਾਂ ਕਿ ਇਹ ਯਾਦ ਰੱਖਣ, ਫਿਰ ਇਹ ਗੀਤ ਜਿਹੜਾ ਵੀ ਇਹਨਾਂ ਦੇ ਖਿਲਾਫ ਗਵਾਹੀ ਦੇਗਾ ਜੇ ਇਹ ਮੁਕਰਨਗੇ ਤੇ। ਇੰਟਰਸਟਿੰਗਲੀ ਯਾਨੀ ਉਹਨੇ ਪੋਇਟਰੀ ਨੂੰ ਗਵਾਹੀ ਬਣਾ ਦਿੱਤਾ ਕਿ ਜੀ ਪੋਇਟਰੀ ਗਵਾਹੀ ਬਣੇਗੀ ਅਗਰ ਇਹ ਮੁਕਰ ਗਏ ਤੇ। ਇਸਤਸਨਾ ਦਾ ਆਖਰੀ ਬਾਬ ਜਿਹੜਾ ਨਾ ਜਿੱਥੇ ਮੂਸਾ ਦਾ ਗੀਤ ਹੈ ਉਹਨੂੰ ਕਿਹਾ ਗਿਆ। ਓਕੇ, ਨਾਓ ਇਹਦਾ ਨਵੇਂ ਐਤਮ ਵਿੱਚ ਬੜਾ ਇੰਪੋਰਟੈਂਟ ਕਿਰਦਾਰ ਹੈ, ਕਿਉਂਕਿ ਅਸੀਂ ਜਦੋਂ ਰਸੂਲਾਂ ਦੇ ਅਮਾਲ ਤੇ ਉਹਦਾ 7ਵਾਂ ਬਾਬ ਪੜ੍ਹਦੇ ਆ ਨਾ, ਸੋ ਉਹ ਬੜਾ ਲੰਬੀ, ਉਹ ਵੀ ਉਹ ਸਟੀਫਨ ਦੀ ਤਕਰੀਰ ਹੈ ਯਹੂਦੀ ਸਨਹੀਡਰਨ ਸਦਰੇ ਅਦਾਲਤ ਦੇ ਸਾਹਮਣੇ, ਔਰ ਸਟੀਫਨ ਨੇ ਸੇਮ ਪੈਟਰਨ ਜਿਹੜਾ ਹਿਸਟਰੀ ਹੈ ਨਾ ਪੂਰੀ ਦੀ ਪੂਰੀ, ਉਹ ਉਹਨੇ ਬਨੀ ਇਸਰਾਇਲ ਕੌਮ ਦੇ ਜਿਹੜੇ ਯਿਸੂ ਮਸੀਹ ਦੇ ਦੌਰ ਦੇ ਜਿਹੜੇ ਬਜ਼ੁਰਗ ਸਨ, ਜਿਹੜੀ ਸਦਰੇ ਅਦਾਲਤ ਸੀ, ਸਟੀਫਨਸ ਨੇ ਸੇਮ ਇਹ ਜ਼ਬੂਰ ਦਾ ਪੈਟਰਨ ਫੋਲੋ ਕਰਦਿਆਂ ਹੋਇਆ ਉਹਨੇ ਸੇਮ ਤਾਰੀਖ ਜਿਹੜੀ ਹੈ ਨਾ ਉਹ ਉਹਨੇ ਉਹਨਾਂ ਦੇ ਬਜ਼ੁਰਗਾਂ ਦੇ ਸਾਹਮਣੇ, ਸਦਰੇ ਅਦਾਲਤ ਦੇ ਸਾਹਮਣੇ ਪੇਸ਼ ਕੀਤੀ ਤੇ ਅਲਟੀਮੇਟਲੀ ਉਹਨਾਂ ਨੂੰ ਸੰਸਾਰ ਕਰ ਦਿੱਤਾ, ਕਿਉਂਕਿ ਉਹਨਾਂ ਕੋਲ ਜਵਾਬ ਕੋਈ ਨਹੀਂ ਸੀ, ਉਹਨਾਂ ਦੇ ਕੋਲ ਕਾਊਂਟਰ ਆਰਗੂਮੈਂਟ ਹੀ ਕੋਈ ਨਹੀਂ ਸੀ, ਕਿਉਂਕਿ ਸਟੀਫਨਸ ਨੇ ਪੂਰੀ ਤਾਰੀਖ ਦੌਰਾਨ ਦੇ ਬਾਅਦ ਦਾਊਦ ਦਾ ਜਿਹੜਾ ਅਸਾਂ ਆਖਰੀ ਵਾਲਾ ਪੜਿਆ ਵੇ ਉਹ ਪ੍ਰੋਮਿਸ ਨੂੰ ਲਿਆ ਕੇ ਕਿੱਥੇ ਖਤਮ ਕੀਤਾ, ਖੁਦਾਵੰਦ ਯਿਸੂ ਮਸੀਹ ਦੀ ਜ਼ਾਤ ਤੇ। ਔਰ ਸਾਰੇ ਯਹੂਦੀ ਉਹ ਸਾਰੇ ਬਿਫਰ ਗਏ, ਉਹ ਗੁੱਸੇ ਚ ਆ ਗਏ, ਔਰ ਉਹਨਾਂ ਸਟੀਫਨਸ ਨੂੰ ਕੀ ਕਰ ਦਿੱਤਾ, ਸੰਸਾਰ ਕਰ ਦਿੱਤਾ। ਪਹਿਲਾ ਸ਼ਹੀਦ ਜਿਹੜਾ ਵੇ ਨਿਊ ਟੈਸਟਾਮੈਂਟ ਦੇ ਵਿੱਚ, ਫਸਟ ਮਾਰਟਰ ਉਹ ਸਟੀਫਨਸ ਹੈ, ਔਰ ਉਹਨੇ ਸੇਮ ਇਹ ਸਟੋਰੀ ਨੂੰ ਉਹਨੇ ਬਿਆਨ ਕੀਤਾ ਵੇ ਰਸੂਲਾਂ ਦੇ ਅਮਾਲ 7ਵੇਂ ਬਾਬ ਦੇ ਵਿੱਚ। ਓਕੇ ਜੀ, ਸੋ ਇਹਦੇ ਮੇਨ ਥੀਮ ਜਿਹੜੇ ਨੇ ਜ਼ਬੂਰ ਦੇ, ਬੜਾ ਲੰਬਾ ਜ਼ਬੂਰ ਹੈ, 72 ਆਇਤਾਂ ਨੇ ਇਹਦੀਆਂ ਸਾਡੇ ਕੋਲ, ਔਰ ਇਹਦੇ ਮੇਨ ਥੀਮ ਨੇ ਦੇ ਵਿੱਚ ਹੋਵੇ ਟਰਸਟ, ਖੁਦਾ ਤੇ ਭਰੋਸਾ, ਉਮੀਦ, ਹੋਪ, ਔਰ ਫਿਰ ਜਨਰੇਸ਼ਨਲ ਕੋਵੈਨੈਂਟ ਜਿਹੜਾ ਨਸਲ ਦਰ ਨਸਲ ਖੁਦਾ ਦਾ ਅਹਿਦ ਹੈ ਨਾ ਜਿਹੜਾ, ਉਹਨੂੰ ਗੱਲ ਕੀਤੀ ਗਈ ਹੈ। ਔਰ ਉਹਦੇ ਬਾਅਦ 3 ਅਦਵਾਰ ਨੂੰ, ਪ੍ਰੈਜ਼ੈਂਟ, ਪਾਸਟ ਐਂਡ ਫਿਊਚਰ। ਅੱਛਾ, ਜਿਹੜਾ ਵੇ ਨਾ ਪ੍ਰੈਜ਼ੈਂਟ, ਪਾਸਟ ਔਰ ਫਿਊਚਰ, ਉਹ ਵੀ ਮੇਰੇ ਤੁਹਾਡੇ ਵਰਗੇ ਜਿਹੜੇ ਇਨਸਾਨ ਨੇ ਨਾ ਜਿਨ੍ਹਾਂ ਦੀ ਡੇਟ ਆਫ ਬਰਥ ਔਰ ਡੇਟ ਆਫ ਡੈਥ ਹੁੰਦੀ ਹੈ, ਉਹਨਾਂ ਵਾਸਤੇ ਪ੍ਰੈਜ਼ੈਂਟ, ਪਾਸਟ ਔਰ ਫਿਊਚਰ ਹੁੰਦਾ ਵੇ। ਖੁਦਾ ਲਈ ਟਾਈਮ ਜ਼ੋਨ, ਖੁਦਾ ਦੀ ਜ਼ਾਤ ਜਿਹੜੀ ਹੈ ਉਹ ਟਾਈਮ ਜ਼ੋਨ ਤੋਂ ਬਾਹਰ ਹੈ, ਠੀਕ ਹੈ ਨਾ। ਖੁਦਾ ਨੂੰ ਅਸੀਂ ਟਾਈਮ ਦੇ ਵਿੱਚ ਕੈਦ ਨਹੀਂ ਕਰ ਸਕਦੇ। ਮੇਰੇ ਔਰ ਅਸੀਂ ਔਰ ਤੁਸੀਂ ਜਿਹੜੇ ਨਾ, ਅਸੀਂ ਟਾਈਮ ਵਿੱਚ ਕੈਦ ਆ, ਖੁਦਾ ਨਹੀਂ ਹੈ। ਸੋ ਖੁਦਾ ਜਦੋਂ ਗੱਲ ਕਰਦਾ ਵੇ ਗॉड इज फ्रॉम इटर्निटी टू इटर्निटी, ठीक है, फ्रॉम अजल से लेकर अब तक, ठीक है। सो अव्वल व आखिर, यानी ना इब्तदा ते ना ओदी इंतहा, ठीक है जी। मेरी तुहाडी इब्तदा भी है, इंतहा भी है, साडी डेट ऑफ डेथ भी है, डेट ऑफ बर्थ भी हुंदी है। ओके, नाउ सो ਅਸੀਂ ਇਹਨੂੰ ਅਗਰ ਤਕਸੀਮ ਕਰਾਂਗੇ ਤੇ ਮੈਂ ਅੱਜ ਇਹਨੂੰ ਮੈਂ ਸੈਕਸ਼ਨ ਵਾਈਜ਼ ਤਕਸੀਮ ਨਹੀਂ ਕਰਾਂਗਾ। ਅੱਜ ਦੇ ਵਿੱਚੋਂ ਮੈਂ ਸਿਰਫ ਤੁਹਾਡੇ ਨਾਲ ਚੰਦ ਇੱਕ ਮੇਜਰ ਜਿਹੜੀਆਂ ਜਿਹੜੇ ਕਨਸੈਪਟ ਜਿਹੜੇ ਉੱਭਰ ਕੇ ਮੈਨੂੰ ਜਿਹੜੇ ਜਿਨ੍ਹਾਂ ਨੇ ਮੇਰੀ ਮੈਨੂੰ ਮੈਗਨੈਟਿਕ ਪੁੱਲ ਕੀਤਾ ਵਾ ਨਾ, ਜਿਨ੍ਹਾਂ ਮੈਨੂੰ ਖਿੱਚਿਆ ਆਪਣੇ ਨਾਲ, ਆਈ ਵਿਲ ਜਸਟ ਸ਼ੇਅਰ ਵਿਦ ਯੂ few concepts. Number 1, ਪਹਿਲਾ ਜਿਹੜਾ ਕਨਸੈਪਟ ਹੈ ਨਾ ਉਹ ਵੇ ਕਮਿਊਨੀਕੇਸ਼ਨ ਮੋਡ। ਅੱਛਾ ਵੇਖੋ, ਖੁਦਾ ਦਾ ਕਮਿਊਨੀਕੇਸ਼ਨ ਮੋਡ ਜਿਹੜਾ ਵੇ ਨਾ ਉਹ ਹਮੇਸ਼ਾ ਖੁਦਾ ਆਪਣੇ ਦੌਰ ਦੀ ਕਟਿੰਗ ਐਜ ਟੈਕਨੋਲੋਜੀ ਯੂਜ਼ ਕਰਦਾ ਵੇ। ਕਦੀ ਵੀ ਖੁਦਾ ਨੇ ਆਊਟਡੇਟਡ ਟੈਕਨੋਲੋਜੀ ਯੂਜ਼ ਨਹੀਂ ਕੀਤੀ, ਓਕੇ, because he is creator, he knows, he is always ahead of us, ਠੀਕ ਹੈ। ਸੋ ਭਾਵੇਂ ਮੂਸਾ ਦਾ ਦੌਰ ਸੀ, ਉਦੋਂ ਵੀ ਖੁਦਾ ਨੇ ਪਹਿਲੀ ਵਾਰੀ ਲਿਖਣ ਦਾ ਕੰਮ ਆਇਆ, ਖੁਦਾ ਦੀ ਉਂਗਲੀ ਨੇ ਐਸਾ ਕਰ ਸਿੱਖਿਆ ਕਿ God's finger written down the first cutting edge technology on the stone tablets, ਠੀਕ ਹੈ ਨਾ। ਉਸ ਦੌਰ ਦੀ ਮੋਸਟ ਐਡਵਾਂਸ ਟੈਕਨੋਲੋਜੀ ਸੀ ਖੁਦਾ ਨੇ ਯੂਜ਼ ਕੀਤੀ, ਠੀਕ ਹੈ। ਉਹਦੇ ਬਾਅਦ ਜਿਵੇਂ ਜਿਵੇਂ ਅਸੀਂ ਅੱਗੇ ਹੁੰਦੇ ਆ, ਸੋ ਔਰੈਲਿਟੀ, ਰਿਟਨ, ਦੋਵੇਂ ਚੀਜ਼ਾਂ, ਔਰਲ ਵੀ ਨਾਲ ਚੱਲਦਾ ਰਿਹਾ ਔਰ ਰਿਟਨ ਵੀ ਨਾਲ ਚੱਲਦਾ ਰਿਹਾ। ਉਹਦੇ ਬਾਅਦ ਖੁਦਾ ਨਬੀਆਂ ਦੇ ਵਸੀਲੇ ਕਲਾਮ ਕਰਦਾ ਰਿਹਾ। ਉਹਦੇ ਬਾਅਦ ਉਸ ਦੌਰ ਦੇ ਵਿੱਚ ਜਿੰਨੇ ਉਸ ਦੌਰ ਦੇ ਮੀਡੀਅਮਸ ਔਰ ਮੋਡਸ ਅਵੇਲੇਬਲ ਸਨ ਉਹ ਖੁਦਾ ਨੇ ਯੂਜ਼ ਕੀਤੇ। ਅਸੀਂ ਚੂੰਕਿ ਇਸ ਵੇਲੇ ਸ਼ਾਇਰੀ ਦੀ ਕਿਤਾਬ ਦੇ ਵਿੱਚ ਆ ਔਰ ਜ਼ਬੂਰਾਂ ਜਿਹੜੀ ਕਿਤਾਬ ਹੈ ਅਸੀਂ ਡੀਲ ਕਰ ਰਹੇ ਹਾਂ ਇੱਕ ਆਰਟਿਸਟ ਦੀ, ਜਿਹੜਾ ਉਹਨੇ ਲਿਖਿਆ ਹੈ, ਜਿਹੜਾ ਉਹਨੂੰ ਇਨਸਪਾਇਰਡ ਖੁਦਾ ਦਾ ਕਲਾਮ ਮਿਲਿਆ ਵੇ। ਆਸਫ ਜੋ ਕਿ ਸਿੰਗਰ ਹੈ, ਆਸਫ ਦਾ ਘਰਾਣਾ ਜਿਹੜਾ ਵੇ ਉਹ ਸੀਅਰਸ ਨੇ, ਪ੍ਰੋਫਿਟਸ ਨੇ। ਆਸਫ ਦਾ ਘਰਾਣਾ ਜਿਹੜਾ ਦੇ ਆਰ ਵੈਲ ਐਜੂਕੇਟਡ, ਵੈਲ ਸਟੀਮਡ, ਬਿਊਰੋਕ੍ਰੇਸੀ ਹੈ ਜਿਹੜੀ ਇਸਰਾਈਲ ਦੇ ਸ਼ਾਹੀ ਮਾਮਲਾਤ ਨੂੰ ਵੀ ਵਹਿੰਦੀ ਹੈ। ਸੋ ਅਸੀਂ ਇੱਕ ਐਸੇ ਬੰਦੇ ਦੇ ਨਾਲ ਔਰ ਐਸੇ ਕਬੀਲੇ ਦੇ ਨਾਲ ਡੀਲ ਕਰਨ ਦੇ ਪੜ੍ਹਨ ਦੇ ਹਾਂ ਕਿ ਦੇ ਆਰ ਹਾਈਲੀ ਕੁਆਲੀਫਾਈਡ
ठीक है, वो कोई एवं किलो इधर उधर उठ के नहीं खाना आगे कि जनाब जेड़े मर्जी आके जो मर्जी अपना कहानियां ते कहावतां सुनाई जान। दे हैव अ प्रॉपर हिस्टरी, दे हैव प्रॉपर ट्रेनिंग, दे हैव प्रॉपर स्किल्स एक्चुअली हाउ टू डिलीवर एंड कम्युनिकेट टू द कम्युनिटी। सो 78 ਦੇ ਵਿੱਚ ਅਸੀਂ ਵੇਖਦੇ ਆ ਕਿ ਆਸਫ ਜਿਹੜਾ ਵੇ ਉਹ ਕੀ ਕਹਿੰਦਾ ਜੀ, ਲੋਕਾਂ ਨੂੰ ਬੁਲਾਣ ਰਿਹਾ ਵੇ, ਇਟਸ ਅ ਕਾਮਨ ਕਾਲ, ਪਬਲਿਕ ਕਾਲ, ਇਟਸ ਅ ਕਮਿਊਨਿਟੀ ਕਾਲ, ਐ ਮੇਰੇ ਲੋਗੋ, ठीक है जी, मेरी शरीयत को सुनो। सो ही इज रिप्रेजेंटिंग गॉड्स वॉइस, खुदा दी आवाज बन के वो की कह रहा है, ऐ मेरे लोगो मेरी की करो, शरीयत नु सुनो ते मेरे मुंह दी गल्लां ते की लाओ, ਕੰਨ ਲਾਓ। ठीक है ना, तो ਕੰਨ ਲਾਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੰਨ ਨੂੰ ਜਾ ਕੇ ਜਿਵੇਂ ਅਸੀਂ ਫੋਨ ਕੰਨ ਨੂੰ ਲਾ ਦਿੰਦੇ ਆ ਲਾ ਲਈਏ। ਠੀਕ ਹੈ, ਇਹਦਾ ਮਤਲਬ ਹੈ ਅੰਦਰ ਰਿਸਪੌਂਡ ਟੂ ਦੈਟ, ਉਹਨੂੰ ਸੁਣੋ, ਸੁਣੋ ਸਹੀ, ਲੇਕਿਨ ਉਹਨੂੰ ਕੀ ਕਰੋ, ਦੈਨ ਉਹਨੂੰ ਰਿਸਪੌਂਡ ਕਰੋ। ਠੀਕ ਹੈ, ਸੋ ਰਿਸਪੌਂਡ ਕਰਨ ਦਾ ਮਤਲਬ ਕੀ ਹੈ, ਕਹਿੰਦਾ ਜੀ ਕਿਉਂ ਸੁਣੋ। ਹੁਣ ਅੱਗੇ ਉਹ ਜਿਹੜਾ ਮੀਡੀਅਮ ਔਰ ਮੋਡ ਦੱਸਣ ਲੱਗਾ ਨਾ ਕੀ ਹੈ, ਆਂਦਾ ਮੈਂ ਤਮਸੀਲ में कलाम करूंगा, ओके, और कदीम मुअम्मे कहूंगा, रिडल्स ਸਾਡੇ ਭੇੜੀਆਂ ਪਾਉਂਦੇ ਨਾ, ਬੁਝਾਰਤਾਂ ਪਾਉਂਦੇ ਨੇ। ਠੀਕ ਹੈ ਨਾ, ਸੋ ਉਹ ਕਹਿੰਦਾ ਜੀ ਮੈਂ ਜਿਹੜਾ ਮੇਰਾ ਮੀਡੀਅਮ ਹੋਏਗਾ ਨਾ ਗੱਲ ਕਰਨ ਦਾ ਖੁਦਾ ਦੇ ਕਲਾਮ ਦਾ, ਖੁਦਾ ਫਰਮਾ ਰਿਹਾ ਮੈਂ ਕੀ ਕਰਾਂਗਾ ਕਿ ਮੈਂ ਤੁਹਾਨੂੰ ਤਮਸੀਲਾਂ ਚ ਕਲਾਮ ਕਰਾਂਗਾ ਤੇ ਕਦੀਮ ਮੁਅੰਮੇ ਕਵਾਂਗਾ। ਓਕੇ, ਇਧਰ ਪੜ੍ਹੋ ਜਰਾ ਦੂਜੀ ਆਇਤ ਤੁਹਾਡੇ ਕੋਲ ਪੰਜਾਬੀ ਚ ਕੀ ਲਿਖਿਆ ਹੈ? ਮੈਂ ਰੂਪ ਕਥਾਵਾਂ ਦੁਆਰਾ ਬੋਲਾਂਗਾ ਅਤੇ ਪੁਰਾਣੇ ਸਮੇਂ ਦੇ ਭੇਦ ਖੋਲਾਂਗਾ। ਉਹ ਪੁਰਾਣੇ ਸਮੇਂ ਦੇ ਭੇਦ। ਓਕੇ ਜੀ, ਹਾਂਜੀ ਅੰਕਲ ਜੀ ਤੁਹਾਡੇ ਕੋਲ ਕੀ ਹੈ? दूसरी आयत। हाँ जी, मेरे ते लिखिया जी, मैं अपना मुंह दृष्टांतां विच खोलांगा, मैं पुराने समयां दियां बुझारतां उचारांगा। हाँ बुझारतां, ठीक है ना, बुझारतां, मुअम्मा, रिडल और ਜਿਹੜਾ ਵੇ ਨਾ ਮਤਲਬ ਸਟੋਰੀਜ਼, ਪੈਰਾਬਲਸ आई विल टेल। अच्छा ਹੁਣ ਦਿਲਚਸਪ ਗੱਲ ਹੈ ਵੇ ਕਿ ਖੁਦਾਵੰਦ ਯਿਸੂ ਮਸੀਹ ਨੇ ਇਹ ਵਾਲਾ ਕੋਡ, ਇਹ ਵਾਲਾ ਜ਼ਬੂਰ ਨੰਬਰ 78 ਡਾਇਰੈਕਟ ਕੋਡ ਕੀਤਾ ਵੇ ਯਿਸੂ ਮਸੀਹ ਨੇ ਆਪਣੇ ਮੋਡ ਆਫ ਟੀਚਿੰਗ ਨੂੰ। ਓਕੇ, ਖੋਲੋ ਜੀ ਮਤੀ ਦੀ ਇੰਜੀਲ 13 ਬਾਬ ਤੇ ਉਹਦਾ ਜਨਾਬ 35 ਆਇਤ ਜਰਾ ਪੜੋ ਜੀ। ਯਿਸੂ ਇਸ ਲਈ ਕਰਦੇ ਸਨ ਕਿ ਨਬੀ ਦੇ ਇਹ ਕਹੇ ਹੋਏ ਸ਼ਬਦ ਪੂਰੇ ਹੋਣ, ਮੈਂ ਰੂਪ ਕਥਾਵਾਂ ਦੇ ਰਾਹੀਂ ਉਹਨਾਂ ਨਾਲ ਬੋਲਾਂਗਾ। ਮਤੀ ਦੀ ਇੰਜੀਲ ਉਹਦਾ 13 ਬਾਬ ਤੇ 35 ਆਇਤ। हाँ जी, सिस्टर ज्योति पढ़ रहे हैं। हाँ जी सिस्टर ज्योति। ਮੈਂ ਰੂਪ ਕਥਾਵਾਂ ਦੇ ਰਾਹੀਂ ਉਹਨਾਂ ਨਾਲ ਬੋਲਾਂਗਾ, ਮੈਂ ਉਹਨਾਂ ਤੇ ਉਹ ਗੱਲਾਂ ਪ੍ਰਗਟ ਕਰਾਂਗਾ ਜਿਹੜੀਆਂ ਸ੍ਰਿਸ਼ਟੀ ਦੇ ਰੂਪ ਤੋਂ ਸ਼ੁਰੂ ਤੋਂ ਹੀ ਗੁਪਤ ਹਨ। ਓਕੇ, ਥੈਂਕ ਯੂ। ਜਿਹੜੀਆਂ ਗੁਪਤ ਹਨ, ਭੇਦ ਸਨ, ਉਹਨਾਂ ਨੂੰ ਮੈਂ ਕਿਵੇਂ ਬਿਆਨ ਕਰਾਂਗਾ? ਬੁਝਾਰਤਾਂ ਕਰਕੇ। ਸੋ ਇਹਦਾ ਮਤਲਬ ਹੈ ਕਿ ਖੁਦਾਵੰਦ ਯਿਸੂ ਮਸੀਹ ਡਾਇਰੈਕਟ ਆਸਫ ਦੇ ਜ਼ਬੂਰ ਨੂੰ ਕੋਟ ਕਰਨ ਦੇ ਨੇ ਕਿ ਇਹ ਉਹ ਗੱਲ ਹੈ ਜਿਹੜੀ ਆਸਫ ਨੇ ਕੀਤੀ ਸੀ, ਔਰ ਮੈਂ ਉਹ ਹੀ ਮੈਥਡ ਜਿਹੜਾ ਵੇ ਆਸਫ ਦੀ ਜ਼ੁਬਾਨੀ ਮੈਂ ਕੋਈ 550 600 ਸਾਲ 700 ਸਾਲ ਪਹਿਲਾਂ ਮੈਂ ਗੱਲ ਕੀਤੀ, ਹੁਣ ਮੈਂ ਇਹ ਗੱਲਾਂ ਤੁਹਾਡੇ ਸਾਹਮਣੇ ਅਨਫੋਲਡ ਕਰਨ ਡਿਆ ਵਾਂ। ਹੁਣ ਮੈਂ ਤੁਹਾਡੇ ਸਾਹਮਣੇ ਇਹ ਭੇਦ ਖੋਲ ਦੇਣ ਲੱਗਾ ਵਾਂ ਜਿਹਦੀ ਬੜੇ ਨਬੀਆਂ ਨੂੰ ਔਰ ਬੜੇ ਲੋਕਾਂ ਨੂੰ ਆਰਜ਼ੂ ਸੀ ਕਿ ਇਹ ਗੱਲਾਂ ਸੁਣਨ। ਸੋ ਵੀ ਨੋ ਨਾਓ ਕਿ ਖੁਦਾਵੰਦ ਯਿਸੂ ਮਸੀਹ ਨੇ ਇਹ ਜ਼ਬੂਰ ਨੂੰ ਤਮਸੀਲ, ਰਮਜ਼, ਕਹਾਣੀ ਨੂੰ ਕੀ ਕੀਤਾ ਵੇ? ਬਿਆਨ ਕੀਤਾ ਵੇ। ਅੱਛਾ, ਹੁੰਦਾ ਹੈ ਜਿਸੀ ਕਿ that was a rabbinical style। ਠੀਕ ਹੈ, ਪਹਿਲੇ ਦੌਰ ਤੋਂ ਮੂਸਾ ਦੇ ਤੌਰਾਤ ਤੋਂ ਲੈ ਕੇ ਇਹ ਰੱਬੀਆਂ ਦਾ, ਸੇਜਸ ਦਾ ਸਟਾਈਲ ਹੁੰਦਾ ਸੀ ਕਿ ਉਹ ਕੋਈ ਉਹਨਾਂ ਟੀਚਿੰਗ ਦੇਣੀ ਹੁੰਦੀ ਸੀ ਨਾ, ਜਦੋਂ ਜਾਂ ਕੋਈ ਕਹਾਣੀ ਸੁਣਾਣੀ ਹੁੰਦੀ ਸੀ ਜਾਂ ਕੋਈ ਗੱਲ ਦੱਸਣੀ ਹੁੰਦੀ ਸੀ ਹਿਕਮਤ ਔਰ ਦਨਾਈ ਦੀ, ਉਹ ਡਾਇਰੈਕਟ ਨਹੀਂ ਹਨ ਦੱਸਦੇ, ਉਹ ਕਹਾਣੀ ਸੁਣਾਉਂਦੇ ਹਨ। ਔਰ ਕਹਾਣੀ ਸੁਣਾਉਣ ਤੋਂ ਬਾਅਦ ਇਹ ਸਟੂਡੈਂਟਸ ਦਾ ਹੋਮਵਰਕ ਹੁੰਦਾ ਸੀ, ਉਹਨਾਂ ਦੀ ਅਸਾਈਨਮੈਂਟ ਹੁੰਦੀ ਸੀ ਕਿ ਉਹ ਜਾ ਕੇ ਤੇ ਇਹਦੇ ਕੀ ਲੱਭਣ, ਹੁਣ ਇਹਦੇ ਮਤਲਬ ਲੱਭਣ। ਠੀਕ ਹੈ, ਅੱਛਾ, ਉਹ ਜਦੋਂ ਉਹਨਾਂ ਨੂੰ ਮਤਲਬ ਸਮਝ ਆਉਂਦਾ ਸੀ ਨਾ ਤੇ ਫਿਰ ਉਹ ਕੀ ਮੂਮੈਂਟ ਹੁੰਦਾ ਸੀ? ਵਾਓ, ਇਨਲਾਈਟਨ। ਓਕੇ, ਓ ਵਾਹ, ਇਹਦਾ ਮਤਲਬ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀ। ਇੰਟਰਸਟਿੰਗ ਰਹੀ ਹੈ। ਕਦੇ ਤੁਹਾਂ ਫੇਸ ਕੀਤਾ ਹੋਇਆ? ਕਦੀ ਹੋਇਆ ਮੂਮੈਂਟ ਵਾਹ ਓਏ ਯਾਰ ਵਾਹ ਵਾਹ, ਮੈਨੂੰ ਤਾਂ ਪਤਾ ਨਹੀਂ ਇਹ ਗੱਲ ਦਾ ਹੈ, ਮਤਲਬ ਵਾਹ ਰੀਅਲੀ ਐਂਡ ਸੀ ਵਾਹ, ਉਹ ਜਿਹੜਾ ਮੂਮੈਂਟ ਨਾ, ਵਾਓ ਮੂਮੈਂਟ ਜਿਹੜਾ ਵੇ, ਓਕੇ, ਕਲਾਮ ਸੁਣ ਕੇ ਔਰ ਉਹਨੂੰ ਵੇਖ ਕੇ ਔਰ ਉਹਨੂੰ ਸਮਝ ਕੇ ਜਦੋਂ ਇੱਕਦਮ ਅੰਦਰੋਂ ਲਾਈਟ ਜੀ ਜਲਦੀ ਹੈ ਨਾ, ਉਹ ਰੀਅਲੀ ਕਨੈਕਸ਼ਨ, ਇਹ ਕਨੈਕਸ਼ਨ ਸੀ ਇਹਦੇ ਨਾਲ ਗੱਲ ਦਾ, ਉਹ ਇਹਦਾ ਇਹ ਮਤਲਬ ਸੀ। ਲੋ ਅਸੀਂ ਤੇ ਐਵੇਂ ਨੇਰੇ ਜੀ ਬੈਠੇ ਰਹੇ ਹਾਂ। ਓਕੇ, ਡਿਡ ਯੂ ਗॉट ਇਟ? ਠੀਕ ਹੈ, ਮੈਨੂੰ ਤਾਂ ਕਈ ਵਾਰੀ ਹੁੰਦਾ ਮੈਂ ਹਰ ਰੋਜ਼ ਵਾਓ ਮੂਮੈਂਟ ਜੋ ਗੁਜ਼ਰਨਾ ਵਾ, ਜਦੋਂ ਮੈਂ ਇਹਦੀ ਤਿਆਰੀ ਲਈ ਬਹਿਨਾ ਵਾਂ ਜਾਂ ਜਦੋਂ ਮੈਂ ਇਹਨੂੰ ਪੜ੍ਹਨਾ ਵਾਂ ਜਾਂ ਜਦੋਂ ਮੈਂ ਸੰਡੇ ਨੂੰ ਕਲਾਮ, ਮੈਂ ਜਿੰਨੇ ਚਿਰ ਤੱਕ ਮੈਂ ਇੰਜ ਨਾ ਹਿੱਲਾ ਕੁਰਸੀ ਤੋਂ ਉੱਠ ਕੇ
ਠੀਕ ਹੈ ਨਾ, ਕਿ ਯਾਰ ਇਹ ਕੀ ਗੱਲ ਹੋ ਗਈ ਹੈ, ਵਾਹ ਵਾਟ ਇਜ਼ ਦਿਸ। ਮਤਲਬ ਜਿਹੜੀ ਚੀਜ਼ ਨੇ ਮੈਨੂੰ ਹੈਰਤ ਨਹੀਂ ਦੇਣੀ, ਉਹ ਦੱਸੋ ਮੈਂ ਲੋਕਾਂ ਨੂੰ ਕਿਵੇਂ ਹੈਰਤ ਅਦਾ ਕਰ ਸਕਾਂਗਾ, ਠੀਕ ਹੈ ਨਾ। ਸੋ ਦੈਟਸ ਦ ਆਈਡੀਆ ਕਿ ਯੂ ਕੇਮ ਟੂ ਅ ਵਾਓ ਮੋਮੈਂਟ, ਰੀਅਲੀ ਵਾਓ, ਦੈਟਸ ਗ੍ਰੇਟ। ਸੋ that's the concept, okay, that's the reason ਤਾਲਿਬ ਇਲਮ ਜਾਂ ਸਟੂਡੈਂਟ ਜਿਹੜਾ ਹੁੰਦਾ ਸੀ ਕਿਸੇ ਵੀ ਰਬਾਈ ਦਾ ਜਾਂ ਕਿਸੇ ਦਾ, ਉਹ ਜਦੋਂ ਉਸ ਤਮਸੀਲ ਨੂੰ, ਉਸ ਕਹਾਣੀ ਨੂੰ ਸੁਣ ਕੇ ਜਦੋਂ ਉਹਦੇ ਭੇਦਾਂ ਨੂੰ ਜਦੋਂ ਖੋਲਦਾ ਸੀ, ਰਿਲੇਟ ਕਰਦਾ ਸੀ ਨਾ, that was the moment of learning and enlightenment। ਉਹਦੇ ਅੱਖਾਂ ਖੁੱਲ ਜਾਂਦੀਆਂ, ਯਾਰ ਕੀ ਵਾਕਈ ਇੰਝ ਦੀ ਗੱਲ ਹੈ। that's the point, okay। so anyway, ਸੋ ਅਸੀਂ ਕਹਿੰਦੇ ਆ ਜੀ ਕਿ that was the medium, that was the mode ਜਿਹੜਾ ਇਸਤੇਮਾਲ ਹੋਇਆ ਵੇ। ਲੇਕਿਨ ਇਸ ਮੀਡੀਅਮ ਔਰ ਮੋਡ ਦਾ ਜਿਹੜਾ ਮੇਜਰ ਪਰਪਸ ਸੀ ਉਹ ਕੀ ਸੀ? ਪਰਪਸ ਸੀ ਜੀ ਪੈਰੈਂਟਲ ਪੈਡਾਗੋਜੀ। ਤਾਂ ਵੇਖਿਆ ਨਾ ਬੱਚਿਆਂ ਦੇ ਦੁੱਧ ਹੁੰਦਾ ਨਾ, ਛੋਟੇ ਬੱਚੇ ਜਦੋਂ ਹੁੰਦੇ ਨੇ, ਉਹ ਲਿਖਿਆ ਹੁੰਦਾ ਜੀ ਪੈਡੀਗਰੀ, ਦਿਸ ਇਜ਼ ਜਿਵੇਂ ਲਿਖਿਆ ਹੁੰਦਾ ਡੌਗਸ ਪੈਡੀਗਰੀ, ਜਾਂਦੇ ਨਾ ਜਦੋਂ, ਠੀਕ ਹੈ ਨਾ, ਉਹਨਾਂ ਦੇ ਲਿਖਿਆ ਹੁੰਦਾ ਜੀ ਐਕਚੁਅਲੀ ਇਟਸ ਆਈ ਥਿੰਕ ਇਟਸ ਅ ਗ੍ਰੀਕ ਵਰਡ, ਇਫ ਆਮ ਨਾਟ ਰੋਂਗ, ਲੈਟਿਨ ਜਾਂ ਗ੍ਰੀਕ। ਇਹਦਾ ਮਤਲਬ ਹੈ ਜੀ ਉਹਦੀ ਪਰਵਰਿਸ਼, ਉਹਦੀ ਗਿਜ਼ਾ ਕੀ ਹੈ, ਠੀਕ ਹੈ ਨਾ। ਸੋ ਪੈਡਾਗੋਜੀ ਮੀਨਸ ਅ ਮੈਥਡ ਆਫ ਟੀਚਿੰਗ, ਕਿ ਤੁਸੀਂ ਕਿਵੇਂ ਸਿਖਾਓਗੇ। ਸੋ ਜਦੋਂ ਅਸੀਂ ਆਉਂਦੇ ਹਾਂ ਨਾ ਚੌਥੀ ਆਇਤ ਤੋਂ ਬਾਅਦ, ਉਹ ਕਹਿੰਦੇ ਜੀ ਉਹ ਮੁਅੰਮੇ ਔਰ ਉਹ ਜਿਹੜੀਆਂ ਚੀਜ਼ਾਂ ਹਨ ਉਹਨਾਂ ਨੂੰ ਕੀ ਹੈ ਕਿ ਅਸੀਂ ਆਪਣੀ ਹਮਾਰੇ ਬਾਪ ਦਾਦਾ ਨੇ ਹਮਕੋ ਬਤਾਇਆ। ਓਕੇ ਜੀ, ਨਾ ਵੇਖੋ ਹੁਣ ਜਨਰੇਸ਼ਨਲ ਕਨੈਕਸ਼ਨ ਚੇਨ ਵੇਖਿਓ ਜਰਾ ਕਿਵੇਂ ਨਿਕਲਦੀ ਹੈ, ਠੀਕ ਹੈ। ਸਾਡੇ ਬਾਪ दादा ने सानू दस्या, जिनको हम उनकी औलाद से पोशीदा नहीं रखेंगे, बल्कि आइंदा पुश्त को भी खुदावंद की तारीफ और उसकी कुदरत और अजायब जो उसने किया है की करांगे जी। बता, we will transfer the teaching। और ट्रांसफर किवें करोगे? जरा खोलो इस्तिस्ना छठा बाब, इस्तिस्ना की किताब 6वां बाब 6वीं तो 9वीं आयत जरा पढ़ो जी। खुदा ने मूसा ਦੀ ਮਾਰਫਤ ਜਦੋਂ ਸ਼ਰੀਅਤ ਦਿੱਤੀ ਤੇ ਖੁਦਾ ਨੇ ਸੇਮ ਗੱਲ ਕੀਤੀ, ਔਰ ਆਸਫ ਉਹਨੂੰ ਰਿਪੀਟ ਕਰਨ ਡਿਆ ਇੱਥੇ, ਔਰ ਉਹਨੂੰ ਹੀ ਅੱਗੇ ਕੋਟ ਕਰਨ ਡਿਆ ਵੇ। ਬੁੱਕ ਆਫ ਡਿਟਰੋਨੋਮੀ ਔਰ ਉਹਦਾ 6ਵਾਂ ਬਾਬ 6 ਤੋਂ 9ਵੀਂ ਆਇਤ। ਵਿਵਸਥਾ ਸਾਰ ਉਹਦਾ 6ਵਾਂ ਬਾਬ 6 ਤੋਂ 9ਵੀਂ ਆਇਤ ਤੱਕ। ਅਤੇ ਇਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ, ਤੁਸੀਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ। ਤੁਸੀਂ ਆਪਣੇ ਘਰ ਬੈਠਿਆਂ ਉੱਠਦੇ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਔਰ ਉੱਠਦਿਆਂ ਉਹਨਾਂ ਦਾ ਚਰਚਾ ਕਰੋ। ਤੁਸੀਂ ਉਹਨਾਂ ਨੂੰ ਨਿਸ਼ਾਨੀਆਂ ਲਈ ਆਪਣੇ ਹੱਥ ਉੱਤੇ ਬੰਨੋ ਅਤੇ ਉਹ ਤੁਹਾਡੇ ਨੇਤਰਾਂ ਦੇ ਵਿਚਕਾਰ ਤਵੀਤ ਜਿਹੀਆਂ ਹੋਣ। ਤੁਸੀਂ ਉਹਨਾਂ ਨੂੰ ਆਪਣੇ ਘਰ ਦੀਆਂ ਚੁਗਾਠਾਂ ਉੱਤੇ ਅਤੇ ਆਪਣੇ ਫਾਟਕਾਂ ਉੱਤੇ ਲਿਖੋ। Here you go, ठीक है जी। This is the very famous Shema Shema Yisrael Adonai Ha-Alom, ठीक है जी। सुन है इस्राइल, खुदावंद तेरा खुदा एक ही खुदावंद है। अगे बड़ा हुक्म है, तू अपने सारे दिल से, तू पर्सनली सारना पहला आप, और बाद की है, और ये बातें, ये शरीयत और तालीम ਜਿਹੜੀ ਤੈਨੂੰ ਦਿੱਤੀ ਗਈ ਹੈ, ਟੀਚਿੰਗ ਦਿੱਤੀ ਗਈ ਹੈ, ਇਹਨੂੰ ਕੀ ਕਰਨਾ ਵੇ? तेरे दिल पर पहला अपने दिल ते नक्श करी, पहला आप ही अमल करी देते, ठीक है। और फिर की करी, और फिर नेक्स्ट स्टेप है तो उनको अपनी औलाद के की कराना, ओरल लिटरेट, ज़हन नशीन, मतलब ਉਹਨਾਂ ਦੀ ਮੈਮਰੀ ਦੇ ਵਿੱਚ ਜਿਹੜੀ ਨਾ ਪੈਨੀਟ੍ਰੇਟ ਹੋ ਜਾਣ, ਉਹ ਫਿਕਸ ਹੋ ਜਾਣ ਉਹਨਾਂ ਦੇ ਵਿੱਚ, ਠੀਕ ਹੈ। और ਕਿਵੇਂ में ज़हन नशीन कराना, और यानी ਮੈਮਰੀ ਉਹਨਾਂ ਦੀ ਮੈਮਰੀ ਕਿੰਡਲ ਹੋ ਜਾਏ ज़हन ਦੇ ਵਿੱਚ, ਜਨਾਬ ਇੰਜ ਫਰਫਰ ਜਨਾਬ ਇੰਜ ਯਾਦ ਹੋਣ ਕਿੱਥੇ ਕਿਹੜੀ ਗੱਲ ਹੈ ਕਿਵੇਂ में, ठीक है। और वो घर बैठे, घर छोन पावे, और राह चलते, लेटते और उठते, ठीक है। मतलब तुम वेख्या वे लेटते उठते, शाम और सुबह, पहला लेटना फिर जागना, ओके। सो इट्स अगेन डे एंड नाइट, और उनका जिक्र किया करना, ओके। मेमोरी रिकिंडल अगेन एंड अगेन। व्हाई वी नीड कम्युनिटी, व्हाई वी नीड टू गो टू चर्च, व्हाई वी नीड एवरीडे बाइबल स्टडी, व्हाई वी नीड एवरीडे कनेक्शन विद गॉड, ताकि साडा जिहड़ा राबता वे रिलेशनशिप है, मेमोरी, ਉਹ ਹਮੇਸ਼ਾ ਰੀਫਰੈਸ਼ ਹੁੰਦੀ ਰਹੇ। ਉਹਦੀ ਵਜ੍ਹਾ ਕੀ ਹੈ? ਸਾਨੂੰ ਗਜਨੀ ਫਿਲਮ ਵਾਂਗੂ ਅਸੀਂ ਪਾਗਲ ਹੋ ਜਾਂਦੇ ਆ, ਔਰ ਸਾਡੀ ਸ਼ਾਰਟ ਟਰਮ ਮੈਮਰੀ ਲਾਸ ਹੋ ਜਾਂਦਾ ਹੈ, ਅਸੀਂ ਭੁੱਲ ਜਾਂਦੇ ਆ ਖੁਦਾ ਨੇ ਕੀ ਕੰਮ ਕੀਤੇ ਨੇ, ਠੀਕ ਹੈ। ਦੈਟਸ ਵਾਈ ਵੀ ਨੀਡ ਅਗੇਨ ਐਂਡ ਅਗੇਨ ਐਂਡ ਅਗੇਨ, ਔਰ ਅੱਗੇ ਨਿਸ਼ਾਨ ਦੇ ਤੌਰ ਤੇ। ਸੋ ਅਸੀਂ ਵੇਖਦੇ ਆ ਕਿ ਆਸਫ ਜਿਹੜਾ ਵੇ ਐਜ਼ ਅ ਟੀਚਰ ਹੁੰਦਿਆ ਹੋਇਆ, ਪਹਿਲਾਂ ਉਹ ਟੀਚਿੰਗ ਮੈਥਡ ਦੱਸਦਾ ਵੇ, ਓਕੇ। ਪਹਿਲਾਂ ਇਨਵਾਈਟ ਕਰਦਾ ਵੇ, ਫਿਰ ਉਹ ਟੀਚਿੰਗ ਮੈਥਡ ਐਂਡ ਮੋਡ ਦੱਸਦਾ ਵੇ, ਉਹਦੇ ਬਾਅਦ ਉਹ ਦੱਸਦਾ ਵੇ ਕਿ ਕੰਟੈਂਟ ਜਿਹੜਾ ਵੀ ਉਹ ਕੀ ਹੈ। ਕੰਟੈਂਟ ਤੁਸੀਂ ਬਾਹਰੋਂ ਕਿਧਰੋਂ ਨਹੀਂ ਲੈਣਾ, देयर इज नथिंग आउटसाइड, ओके।
ਜਿਹੜਾ ਖੁਦਾ ਤੁਹਾਨੂੰ ਸ਼ਰੀਅਤ ਦਿੱਤੀ ਹੈ, ਸ਼ਹਾਦਤ ਵਿਟਨਸ ਜਿਹੜੀ ਖੁਦਾ ਨੇ ਕਾਇਮ ਕੀਤੀ है अपनी, तुसा ओदी गवाही देनी है। मुकर्रर की 5वीं आयत, जिनकी बाबत उसने हमारे बाप दादा को हुक्म दिया कि वो अपनी औलाद को उनकी क्या दें, की लिखा जी वर्ड 5वीं आयत दे विच, ਅਤੇ ਇਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ, ਤੁਸੀਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਓ, ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਤੇ ਉੱਠਦਿਆਂ ਉਹਨਾਂ ਦਾ ਚਰਚਾ ਕਰੋ। हाँ, थैंक यू जी, थैंक यू अंकल जी। 78 की 5वीं आयत की लिखा है, तू उनको उनकी तालीम दें। अगेन द फोकस इज ऑन टीचिंग। जिन्ने ਤੁਹਾਨੂੰ ਇੱਕ ਮਿਸਾਲ ਦੇਣਾ, ਜਿਹੜੇ ਲੋਕ ਆਨਲਾਈਨ ਹੀ ਵੇਖਣ ਦੇ ਨਾ, ਆਨਲਾਈਨ ਦਾ ਵੇਖਣ ਦੇ, ਠੀਕ ਹੈ, ਤੁਸੀਂ ਵੇਖਿਆ ਹੋਏਗਾ ਕਿ ਜਿਹੜੀ ਨਵੇਂ ਆਦਮ ਵਿੱਚ ਵੀ ਜਿਹੜੀਆਂ 5 ਨਿਯਮਤਾਂ ਨੇ ਨਾ, ਜਿਹੜੀਆਂ ਖੁਦਾਵੰਦ ਯਿਸੂ ਨੇ ਜਿਹੜੀਆਂ ਦਿੱਤੀਆਂ ਨੇ ਇਫਸੀਆਂ 4ਥੇ ਬਾਬ ਦੇ ਵਿੱਚ, ठीक है, उसने बाज को रसूल, बाज को उस्ताद, बाज को नबी, बाज को मुबशर बनाकर कलीसिया को दे दिया। ओके जी, कलीसिया ने गिफ्ट मिलने हैं, ठीक है, ਉਹਦੇ ਵਿੱਚ ਤੁਸੀਂ ਵੇਖੋਗੇ कि उस्ताद, नबी, बाज को रसूल, अपोस्टल, अपोस्टल तो बाद की है टॉप तक कौन बंदा है, टीचर, टीचिंग। वाई? क्योंकि तुसी मौजदे करने वाले या ਜਿਹੜੇ ਨਾ ਕਰਨ ਵਾਲੇ, और ਬੰਦਾ ਕਰੋਗੇ ਇੱਕ ਮੌਜਦੇ ਤੋਂ ਬਾਅਦ ਦੂਜਾ ਲੱਭੇਗਾ, ਇੱਕ ਡੋਪਾਮਾਈਨ ਐਕਸਪੀਰੀਅੰਸ ਤੋਂ ਬਾਅਦ ਦੂਜਾ ਡੋਪਾਮਾਈਨ ਐਕਸਪੀਰੀਅੰਸ ਲੱਭੇ, ਡੋਪਾਮਾਈਨ, ਸੌਰੀ, ਡੋਪਾਮਾਈਨ ਕਹਿੰਦਾ ਨਾ ਦਿਮਾਗ ਦੀ ਜਿਹੜੀ ਲਾਈਕਸ ਵੇਖ ਕੇ ਤੇ ਬੰਦਾ ਬੜਾ ਖੁਸ਼ ਹੋ ਜਾਂਦਾ ਹੈ ਨਾ, ਐਵੇਂ ਅੰਦਰ ਦਾ ਹੋ ਜਾਂਦਾ ਹੈ, ਠੀਕ ਹੈ। ਸੋ ਇੱਕ ਮੌਜਜ਼ਾ ਵੇਖਿਆ ਜੀ, ਇੱਕ ਸ਼ਿਫਾਇਆ ਦਵਾਈਆ ਸੁਣਿਆ ਕੰਮ, ਔਰ ਇੱਕ ਸੁਣਿਆ, ਮੈਂ ਖਿਲਾਫ ਨਹੀਂ ਹਾਂ ਸ਼ਿਫਾਇਆ ਦਵਾਈਆ ਦੇ, ਆਈ ਬਿਲੀਵ ਪਰਸਨਲੀ ਖੁਦਾ ਕੰਮ ਕਰਦਾ ਹੈ, ਲੇਕਿਨ at the expense of God's word, at the expense of the teaching, at the expense of the God's drilling, खुदा दा कलाम और तालीम दी expense तो सिर्फ लोगों को कहानियां सुना के फारग कर दो और सारी जिंदगी नेरे च बैठे रहन, that's not a case, that's unjust, ठीक है। उस्ताद क्यों? उस्ताद दी ग्रिप इंज हुंदी है, जिन्हों उस्ताद दे हत्थों कोई खिच के लैके, जिहदी तालीम ठीक है ना, जिहदी टीचिंग ठीक है, खुदा दे कलाम दी बिब्लिकल रूटेड तालीम है, वो बंदा कभी हिल नहीं सकता, ठीक है। सो की लिखा है, अपनी औलाद को क्या दें, उनकी तालीम दें, टीच देम, ठीक है, और आइंदा पुश्त। सो दैट इज द मिशन, एक्चुअली चर्च दा मिशन, खुदा दे लोकां दा, बिलीवर्स दा मिशन है वे कि ओ सार नाल पहला लोकां नूं सिखाउण दी बजाय किन्हां नूं सिखाउण, ਆਪਣੇ ਬੱਚਿਆਂ ਨੂੰ। पहली मिशन फील्ड जिहड़ी है ओ लोकां दा, खुदा दे लोकां दा घर है, ठीक है। पिछले दिनां मैं एक प्रोग्राम वेख रहा सा, और मेरे एक दोस्त ने प्रोफेसर, और उन्होंने एक प्रोग्राम किया जी कि पादरियां दे बच्चे सार नाल ज्यादा बिगड़े क्यों होंदे ने, ठीक है। मतलब मैं भी पादरी हां, मेरे भी घर 2 मुंडे ने, ठीक है, मतलब खुदा रहम करे, वी आर ट्राइंग आवर लेवल बेस्ट कि ਉਹ ਜਿਹੜੇ ਨੇ ਉਹ ਖੁਦਾ ਖੌਫੀ ਦੇ ਵਿੱਚ, ਔਰ ਜਿਹੜਾ ਪੈਟਰਨ ਉਹ ਆਪਣੇ ਪਿਓ ਨੂੰ ਜਾਂ ਮਾਂ ਨੂੰ ਵਹਿੰਦੇ ਨੇ ਘਰ ਦੇ ਵਿੱਚ, ਉਹਨੂੰ ਫੋਲੋ ਕਰਨ, ਉਹਨਾਂ ਦੇ ਨਾਲ ਉਹ ਸਾਰੀ ਜ਼ਿੰਦਗੀ ਰਵੇ, ਠੀਕ ਹੈ। ਲੇਕਿਨ ਇਹਦੇ ਬਾਵਜੂਦ ਅਸੀਂ ਵੇਖਦੇ ਹਾਂ ਕਿ ਸਾਡਾ ਜਿਹੜਾ ਮੈਂ ਆਪ ਹੀ ਵੇਖਿਆ ਵੇ, ਬਹੁਤ ਸਾਰੇ ਪਾਕਿਸਤਾਨ ਦੇ ਵਿੱਚ ਵੀ, ਪੰਜਾਬੀ ਸਾਡੇ ਕਲਚਰ ਦੇ ਵਿੱਚ ਵੀ, ਠੀਕ ਹੈ, ਬਹੁਤ ਸਾਰੇ ਚਰਚ ਲੀਡਰਸ ਐਸੇ ਨੇ ਜਿਨ੍ਹਾਂ ਦੀਆਂ ਫੈਮਿਲੀ ਦੀਆਂ ਗਵਾਹੀਆਂ ਜਿਹੜੀਆਂ ਨਾ, ਖਾਨਦਾਨੀ ਗਵਾਹੀਆਂ ਜਿਹੜੀਆਂ ਨੇ, ਦੇ ਆਰ ਰੀਅਲੀ ਵਰਸਟ ਟੂ ਬੈਡ ਨੇ। ਉਹਨਾਂ ਦੇ ਬੱਚੇ ਮਤਲਬ ਤਬਾਹ ਬਰਬਾਦ ਹੋ ਗਏ, ਮਤਲਬ ਨਾ ਕੋਈ ਐਜੂਕੇਸ਼ਨ ਪ੍ਰੋਪਰ ਦੀ, ਨਾ ਉਹ ਕ੍ਰਿਸਚਨ ਫੇਥ ਨੂੰ ਜਾਰੀ ਰੱਖ ਸਕੇ, ਕਰਪਸ਼ਨ ਉਹਨਾਂ ਦੇ ਵਿੱਚ, ਮਤਲਬ ਹਰ ਤਰ੍ਹਾਂ ਦੀ ਜਿਹੜੀ ਦੁਨਿਆਵੀ ਬਦੀ ਹੁੰਦੀ ਹੈ ਨਾ, ਜਾਂ ਜਿਹੜਾ ਵੀ ਕੋਈ ਚੈਲੰਜ ਹੁੰਦੇ ਨੇ, ਉਹ ਉਹਨਾਂ ਦੇ ਵਿੱਚ ਹੁੰਦੇ ਨੇ। ਹਾਲਾਂਕਿ ਬਾਅਦ ਬੜੇ ਅੱਛੇ ਵੀ ਖਾਨਦਾਨ ਨੇ, ਬਾਅਦ ਬੜੇ ਅੱਛੇ ਖੁਦਾ ਦੇ ਖਾਦਮ ਨੇ ਇਹਨਾਂ ਦੇ ਬੱਚੇ, ਲੇਕਿਨ ਮੈਂ ਚੁੱਕਿ ਆਪ ਵੀ ਪਾਦਰੀ ਹਾਂ, ਸੋ ਲੇਕਿਨ ਮੈਂ ਜਿਹੜੀ ਗੱਲ ਕਰਨ ਆਵੇ ਕਿ ਉਹਦੀ ਪ੍ਰੋਬਲਮ ਕੀ ਹੁੰਦੀ, ਕਿਉਂਕਿ ਲੋਕਾਂ ਨੂੰ ਜਾਂ ਬਾਹਰ ਦਾ ਫੋਕਸ, ਬਾਹਰ ਦਾ ਪ੍ਰੈਸ਼ਰ ਇੰਨਾ ਹੁੰਦਾ ਵਾ ਉਹਨਾਂ ਦੇ ਜ਼ਿਹਨਾਂ ਦੇ ਵਿੱਚ ਕਿ ਉਹ ਆਪਣੇ ਜਿਹੜੀ ਪ੍ਰਾਇਮਰੀ, ਜਿਹੜੀ ਉਹਨਾਂ ਦੀ ਟਾਸਕ ਹੈ, ਜਿਹੜੀ ਪ੍ਰਾਇਮਰੀ ਮਿਸ਼ਨ ਫੀਲਡ ਹੈ, ਉਹਨੂੰ ਕੀ ਕਰ ਦਿੰਦੇ ਨੇ, ਇਗਨੋਰ ਕਰ ਦਿੰਦੇ ਨੇ। ਸੋ ਦੈਟਸ ਅ ਮੇਜਰ ਟਾਸਕ। ਸੋ ਖੁਦਾ ਦਾ ਕਲਾਮ ਸਿਖਾਉਂਦਾ ਵੇ ਕਿ ਪਹਿਲਾਂ ਦੂਜਿਆਂ ਦੀ ਔਲਾਦ ਨੂੰ ਸਿਖਾਉਣ ਤੋਂ ਪਹਿਲਾਂ ਕਿਹਨੂੰ ਸਿਖਾਓ, ਪਹਿਲਾਂ ਆਪਣੀ ਔਲਾਦ ਨੂੰ ਸਿਖਾਓ, ਪਹਿਲਾਂ ਤੇਰੇ ਦਿਲ ਪਰ ਨਕਸ਼ ਰਹੇ, ਫਿਰ ਤੂੰ ਆਪਣੀ ਔਲਾਦ ਨੂੰ ਸਿਖਾਈ, ਤੇ ਫਿਰ ਉਹਦੇ ਬਾਅਦ ਜਿਹੜਾ ਵੇ ਨਾ, ਉਹਦੇ ਬਾਅਦ ਬਾਹਰ ਦਾ ਕੰਮ है, ठीक है। तो वो भी जान लें और वो भी अपने औलाद को सिखाएं, और आउटकम की है, क्यों सिखाएं, 3 चीजें ने, दे लर्न टू ट्रस्ट इन गॉड, दे रिमेंबर गॉड्स डीड, अगेन मेमोरी, शॉर्ट टर्म मेमोरी लॉस्ट, ओके जी, ट्रस्ट, रिमेंबर, खुदा दे हुक्मां नूं की करन, याद रखन, ओके जी। नाउ इत्थों तक काम ठीक है। हुण अगे जिहड़ा मेन थीम है ना, ਉਹ ਵੇ जनाब अली 2 किस्म ਦੀਆਂ जनरेशन हर दौर ਦੇ ਵਿੱਚ ਹੁੰਦੀਆਂ ਨੇ, ठीक है, और ਇਹ ਅੱਗੇ ਦਿੱਤਾ ਗਿਆ ਵੇ, ਇੱਕ ਉਹ ਜਨਰੇਸ਼ਨ ਹੁੰਦੀ ਹੈ ਜਿਹਨੂੰ ਅਸੀਂ ਵਿਲਡਰਨੈਸ ਜਨਰੇਸ਼ਨ ਕਹਿੰਦੇ ਆ ਜਾਂ ਮੋਜ਼ਿਸ ਜਨਰੇਸ਼ਨ ਕਹਿੰਦੇ ਆ, ਔਰ ਇੱਕ ਉਹ ਜਨਰੇਸ਼ਨ ਹੈ ਜਿਹੜੀ ਜੋਸ਼ੂਆ ਜਨਰੇਸ਼ਨ ਹੈ, ਠੀਕ ਹੈ। ਵਿਲਡਰਨੈਸ ਜਨਰੇਸ਼ਨ ਉਹ ਵੇ ਜਿਹੜੀ ਬਿਆਬਾਨ ਦਾ ਐਕਸਪੀਰੀਅੰਸ ਕਰਦੀ ਹੈ, ਜਿਹੜੀ ਹਾਰਡਸ਼ਿਪਸ ਵੰਦੀ ਹੈ, ਠੀਕ ਹੈ, ਜਿਹੜੀ ਨਿਕਲਦੀ ਹੈ ਗੁਲਾਮੀ ਦੇ ਵਿੱਚੋਂ ਔਰ ਟਰਾਈ ਕਰਦੇ ਨੇ। ਦੂਜੀ ਜਨਰੇਸ਼ਨ ਉਹ ਵੇ ਜਿਹੜੇ ਜਾ ਕੇ ਪ੍ਰੋਮਿਸ ਲੈਂਡ ਦੇ ਵਿੱਚ ਕੀ ਕਰਦੀ, ਵਸ ਜਾਂਦੀ ਹੈ, ਠੀਕ ਹੈ। ਸੋ ਚੈਲੰਜ ਦੋਵਾਂ ਜਨਰੇਸ਼ਨ ਦੇ ਕੀ ਨੇ?
ਇੱਥੇ ਆਸਫ ਯਾਦ ਕਰਾਉਣ ਡਿਆ ਵੇ ਕਿ ਦੋਵੇਂ ਜਨਰੇਸ਼ਨ ਫੇਲ ਹੋ ਗਈਆਂ। ਕਿਵੇਂ ਫੇਲ ਹੋਈਆਂ? ਉਹਨਾਂ ਖੁਦਾ ਦੇ ਹੁਕਮਾਂ ਨੂੰ ਯਾਦ ਨਹੀਂ ਰੱਖਿਆ। ਓਕੇ, ਅਗੇਨ ਮੈਮਰੀ। ਨੰਬਰ 2, ਖੁਦਾ ਦੇ ਨਾਲ ਫੇਥਫੁਲ ਨਹੀਂ ਰਹੇ। ਠੀਕ ਹੈ, ਉਹਨਾਂ ਵਫਾਦਾਰੀ ਨਹੀਂ ਰੱਖੀ ਖੁਦਾ ਦੇ ਨਾਲ। ਸੋ ਅਗਰ ਅਸੀਂ ਵੇਖਾਂਗੇ ਕਿ ਉਹਨਾਂ ਨੇ, ਅਗਰ ਤੁਸੀਂ ਵੇਖੋ ਨਾ, ਮੈਮਰੀ ਲਾਸ ਕਮ ਸੇ ਕਮ 3 ਵਾਰੀ ਮੈਮਰੀ ਦਾ ਜ਼ਿਕਰ ਹੋਇਆ ਵੇ। 3 ਵਾਰੀ ਮੈਮਰੀ ਲਾਸ ਦਾ ਜ਼ਿਕਰ ਆਇਆ ਵੇ। 7ਵੀਂ ਆਇਤ ਯਾਦ ਰੱਖਣ, 11ਵੀਂ ਆਇਤ ਯਾਦ ਨਾ ਰੱਖਿਆ, 42 ਆਇਤ ਉਹਨਾਂ ਭੁੱਲ ਗਏ। ਠੀਕ ਹੈ, ਉਹਦੇ ਬਾਅਦ ਤੁਸੀਂ ਵੇਖੋਗੇ ਕਿ ਉਹਨਾਂ ਨੇ ਖੁਦਾ ਨੂੰ ਅਜ਼ਮਾਇਆ, ਟੈਸਟਡ। 3 ਵਾਰੀ ਲਫ਼ਜ਼ ਟੈਸਟਡ ਆਇਆ ਵੇ, ਉਹਨਾਂ ਨੇ ਅਜ਼ਮਾਇਆ। 18ਵੀਂ ਆਇਤ, 41 ਆਇਤ ਤੇ 56 ਆਇਤ, 18, 41 ਐਂਡ 56। ਸੋ ਤੁਸੀਂ ਵੇਖਦੇ ਹੋ ਕਿ ਇਹ 3 ਜਿਹੜੇ ਲਫ਼ਜ਼ ਨੇ ਨਾ, ਦੇ ਟੈਸਟਡ ਗॉड ਐਂਡ ਦੇ ਫੋਰਗੇਟ। ਦੋਵੇਂ ਜਨਰੇਸ਼ਨ, ਵਿਲਡਰਨੈਸ ਜਨਰੇਸ਼ਨ ਵੀ ਔਰ ਪ੍ਰੋਮਿਸ ਲੈਂਡ ਜੋਸ਼ੂਆ ਜਨਰੇਸ਼ਨ ਵੀ, ਦੋਵੇਂ। ਓਕੇ, ਨਾਓ ਜਿਹੜਾ ਉਹਨਾਂ ਦਾ ਮੇਨ ਚੀਜ਼ਾਂ ਹਨ ਨਾ, ਜਿਹੜੀਆਂ ਉਹਨਾਂ ਨੇ ਖੁਦਾ ਨੂੰ ਅਜ਼ਮਾਇਆ। ਅੱਛਾ, ਹੈ ਕੀ ਸਨ ਚੀਜ਼ਾਂ? ਦਿਲਚਸਪ ਗੱਲ ਵੇਖੋ, ਰੋਟੀ, ਉਹ ਸਾਨੂੰ ਰੋਟੀ ਨਹੀਂ ਲੱਭਦੀ। ਆ ਵੇਖੋ ਕਿ ਸਾਡੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਵੇ ਨਾ, ਮਤਲਬ ਕਿ ਜਨਾਬ ਉਹ ਪਬਲਿਕ ਜਿਹੜੀ ਹੈ ਨਾ, ਉਹ ਭਾਵੇਂ ਜਿੰਨੇ ਮਰਜ਼ੀ ਰਚੇ ਹੋਣ, ਠੀਕ ਹੈ ਨਾ, ਉਹਨਾਂ ਦੀ ਜਿਹੜੀ ਬੇਸਿਕ ਚੀਜ਼ ਨਾ, ਜਿਹੜੀ ਕਦੀ ਨਹੀਂ ਮੁੱਕਦੀ, ਜਿਹੜੀ ਸਾਡੀ ਨਸਲ ਦਰ ਨਸਲ ਦੀ ਭੁੱਖ ਹੈ ਨਾ, ਜਿਹੜੀ ਉਹ ਕਦੀ ਨਹੀਂ ਮੁੱਕਦੀ। ਔਰ ਜਿਹੜੀ ਗੁਲਾਮੀ ਦੀ ਜਨਰੇਸ਼ਨ ਨਾ, ਜਿਹੜੇ ਮੈਂਟਲੀ ਗੁਲਾਮ ਹੋਣ, ਮੈਂ ਤੁਹਾਨੂੰ ਓਨੈਸਟਲੀ ਦੱਸਾਂ, ਲੋਕੀ ਬੁਰਾ ਵੀ ਸ਼ਾਇਦ ਮਨਾਉਣਗੇ ਇਸ ਗੱਲ ਦਾ, ਲੇਕਿਨ ਅਸੀਂ ਜਿਹੜੇ ਇੰਡੀਆ ਪਾਕਿਸਤਾਨ ਤੋਂ ਲੋਕ ਆ ਨਾ, ਅਸੀਂ ਜ਼ਹਿਨੀ ਗੁਲਾਮ ਆ। ਵੀ ਆਰ ਮੈਂਟਲੀ ਸਲੇਵ। ਠੀਕ ਹੈ, ਅਸੀਂ ਗੁਲਾਮ ਆ। ਜਿਹੜਾ ਵੀ ਸਾਡੇ ਤੋਂ ਕੋਈ ਅੱਛਾ ਗੋਰਾ ਚਿੱਟਾ ਬੰਦਾ ਬਾਹਰੋਂ ਆ ਜਾਏਗਾ, ਅਸੀਂ ਉਹਦੇ, ਮਤਲਬ ਸਾਡੀ ਜ਼ਹਿਨੀ ਗੁਲਾਮੀ ਹੈ। ਠੀਕ ਹੈ, ਅੱਛਾ, ਜਿਹੜਾ ਕੋਈ ਜਨਾਬ ਕੋਈ ਸਾਡੇ ਤੋਂ ਕੋਈ ਅੱਛਾ ਖਾਂਦਾ ਪੀਂਦਾ ਲੋਕ ਹੋਏਗਾ, ਅਸੀਂ ਉਹਦੇ ਗੁਲਾਮ ਹੋ ਜਾਵਾਂਗੇ। ਜਿਹੜਾ ਕੋਈ ਐਜੂਕੇਸ਼ਨਲ ਥੋੜਾ ਜਿਹਾ ਜ਼ਿਆਦਾ ਹੋਏਗਾ, ਮਤਲਬ ਇੱਜ਼ਤ ਰਿਸਪੈਕਟ ਦੇਣਾ ਹੋਰ ਗੱਲ ਹੈ, ਲੇਕਿਨ ਗੁਲਾਮੀ ਦੀ ਹੱਦ ਤੱਕ ਆ ਜਾਣਾ, ਠੀਕ ਹੈ, ਦੈਟਸ ਡਿਫਰੈਂਟ, ਇੰਟਾਇਰਲੀ ਡਿਫਰੈਂਟ ਸਟੋਰੀ। ਕਿ ਤੁਹਾਡੀ ਜਨਾਬ ਅੱਖਾਂ ਹੀ ਨਾ ਖੁੱਲਣ ਦੇ, ਤੁਹਾਡੇ ਦਿਮਾਗ ਦੀ ਬੱਤੀਆਂ ਨਾ ਖੁੱਲਣ ਦੇ ਬੰਦਾ। ਠੀਕ ਹੈ, ਸੋ ਵੀ ਨੋ ਹੇਅਰ ਕਿ ਜਿਹੜੀ ਗੁਲਾਮੀ ਦੀਆਂ ਬੜੀਆਂ ਕਿਸਮਾਂ ਹੁੰਦੀਆਂ ਨੇ। ਠੀਕ ਹੈ, ਦੇयर ਆਰ lots of kind of aspects or the levels and layers of slavery। ਸਾਰਿਆਂ ਨਾਲ ਵਰਸਟ ਸਲੇਵਰੀ ਹੋਵੇ ਜਿਹੜੀ ਜ਼ਹਿਨੀ ਗੁਲਾਮੀ ਹੁੰਦੀ ਹੈ, ਔਰ ਨਸਲ ਦਰ ਨਸਲ ਗੁਲਾਮੀ ਚੱਲਦੀ ਰਹਿੰਦੀ ਹੈ। ਦੈਟਸ ਦ ਵਰਸਟ ਕੰਡੀਸ਼ਨ ਜਿਹੜੀ ਹੈ। ਓਕੇ, ਸੋ ਅਸੀਂ ਵੇਖਦੇ ਪਏ ਕਿ ਜੀ ਉਹਨਾਂ ਦੀ ਮੇਨ ਜਿਹੜੀ ਤਾਨ ਸੀ ਨਾ, ਕਿੱਥੇ ਆ ਕੇ ਟੁੱਟਦੀ ਸੀ? ਉਹ ਜੀ ਰੋਟੀ, ਸਾਨੂੰ ਰੋਟੀ ਕਿੱਥੋਂ ਖਵਾਏਗਾ? ਠੀਕ ਹੈ, ਉਹ ਕਲਾਮ ਸਾਰਾ ਚ ਸਟੋਰੀ ਸੁਣਾਉਣ ਡਿਆ, ਬਿਆਬਾਨ ਚਟਾਨਾਂ ਨੂੰ ਚੀਰ ਦਿੱਤਾ ਖੁਦਾ ਨੇ, ਨਦੀਆਂ ਵਗਾੜਤੀਆਂ ਖੁਦਾ ਨੇ, ਉਹਨਾਂ ਨੂੰ ਖੁਰਾਕਾਂ, ਔਰ ਖੁਰਾਕ ਵੀ ਕਿਹੜੀ ਖਵਾਈ? ਇੰਟਰਸਟਿੰਗਲੀ ਫਰਿਸ਼ਤਿਆਂ ਦੀ। ਐਂਜਲ ਸਾਡੇ ਨਾਲ ਬੈਠੀ ਹੈ, ਐਂਜਲ ਪਤਾ ਨਹੀਂ ਕੀ ਖਾਂਦੀ ਹੈ, ਲੇਕਿਨ ਇੱਥੇ ਕਲਾਮ ਵਿੱਚ ਲਿਖਿਆ ਵੇ ਕਿ ਖੁਦਾ ਨੇ ਬਨੀ ਇਸਰਾइल ਨੂੰ, ਤੁਸੀਂ ਇਹ ਵੇਖੋਗੇ ਨਾ 24 ਆਇਤ ਵਿੱਚ ਕੀ ਲਿਖਿਆ ਵੇ, और उसने अफलाक को हुक्म दिया और खाने के लिए उन पर मन बरसाया और उनको आसमानी खुराक बख्शी, इंसान ने फरिश्तों की ग़िज़ा खाई। आहा, इंटरेस्टिंग जी। ਮੈਨੂੰ ਨਹੀਂ ਪਤਾ ਫਰਿਸ਼ਤੇ ਹੋਰ ਕਿਹੜੀਆਂ ਡਿਸ਼ਾਂ ਖਾਂਦੇ ਹੋਣਗੇ, ਠੀਕ ਹੈ, ਲੇਕਿਨ ਕਿਹੜੇ ਉਹਨਾਂ ਦੇ ਮੈਨੂ ਹੋਣਗੇ ਅਸਮਾਨ ਦੇ ਉੱਤੇ, ਵੀ ਡਸਨਟ ਨੋ ਦੈਟ। ਠੀਕ ਹੈ, ਲੇਕਿਨ ਇੰਨਾ ਪਤਾ ਵੇ ਉਹਨਾਂ ਚੋਂ ਇੱਕ ਮੈਨੂ ਜ਼ਰੂਰ ਖੁਦਾ ਨੇ ਬੰਦਿਆਂ ਨੂੰ ਚਖਾਇਆ। ਠੀਕ ਹੈ, ਔਰ ਉਹ ਇਸਰਾइल ਨੇ ਫਰਿਸ਼ਤਿਆਂ ਦੇ ਮੈਨੂ ਨੂੰ ਟੇਸਟ ਕੀਤਾ ਜੀ, ਫਰਿਸ਼ਤੇ ਕੀ ਖਾਂਦੇ ਨੇ। ਇੰਟਰਸਟਿੰਗਲੀ। ਅੱਛਾ, ਸਵਾਲ ਵੇਖੋ ਇਹਨਾਂ ਲੋਕਾਂ ਦੇ, ਉਹ ਕਹਿੰਦੇ ਜੀ, ਤੁਸੀਂ ਵੇਖੋਗੇ ਨਾ, ਜਦੋਂ 18ਵੀਂ ਆਇਤ ਲਿਖਿਆ ਜੀ, और सरकशी बियाबान में ਜਿਹੜੀ ਸੀ ਨਾ ਵਿਲਡਰਨੈਸ ਜਨਰੇਸ਼ਨ सरकशी करती रही, हमेशा बगावत ਤੇ ਆਮਾਦ ਰਹੀ। बगावत ਕਰਦੇ ਕਿੱਥੋਂ ਸਨ? और उन्होंने अपनी ख्वाहिश के मुताबिक खाना मांगकर, खुदा उन्होंने दे रहा फरिश्तियां दी खुराक। ठीक है ना, एक तो एक आला किस्म दी जनाब, ਜਿਹੜੀ ਮਤਲਬ ਇਨਸਾਨ ਸੋਚ ਵੀ ਨਹੀਂ ਸਕਦਾ, ਜਿਹੜੀ ਜ਼ਮੀਨ ਦੀ ਸ਼ੈ ਹੀ ਨਹੀਂ ਹੈ। ਠੀਕ ਹੈ, ਉਹ ਕੀ ਮੰਗਣ ਦੇ ਨੇ? ਉਹ ਸਾਨੂੰ ਗੰਡੇ ਯਾਦ ਹੁੰਦੇ ਨੇ, ਸਾਨੂੰ ਮੱਛੀ ਯਾਦ ਹੁੰਦੀ ਹੈ, ਤੇ ਸਾਨੂੰ ਲਸਣ ਯਾਦ ਹੁੰਦਾ, ਤੇ ਮੂਸਾ ਬਿਆਬਾਨ ਮਾਰਨ ਲੈ ਆਇਆ, ਤੇਰਾ ਭਲਾ ਹੋ ਜਾਏ, ਸਾਨੂੰ ਕਿੱਥੇ ਲੈ ਆਇਆ, ਇੱਥੇ ਤਾਂ ਰੋਟੀ ਵੀ ਕੋਈ ਨਹੀਂ ਲੱਭਦੀ। ਉਹ ਗੋਸ਼ਤ ਸਾਨੂੰ ਚਾਹੀਦਾ, ਗੋਸ਼ਤ ਖਵਾ ਸਾਨੂੰ, ਕਿੰਨੇ ਦਿਨ ਹੋ ਗਏ ਨੇ, ਚਸਕਾ ਨਹੀਂ ਪਿਆ, ਮੂੰਹ ਦਾ ਟੇਸਟ ਹੀ ਫਿੱਕਾ ਜਿਹਾ ਹੋ ਗਿਆ ਵੇ। ਮਤਲਬ ਅਜੀਬ ਕੌਮ ਹੈ। ਔਰ ਅਜ਼ਮਾਇਆ ਖੁਦਾ ਨੂੰ ਕਿਤੇ ਖੁਲਾ ਕੇ, ਔਰ ਨਾ ਸਿਰਫ ਬਲਕਿ ਖਾਣਾ ਮੰਗਿਆ ਕਿ ਜੀ ਮੈਨੂੰ ਇਹ ਡਿਸ਼ ਚਾਹੀਦੀ ਹੈ, ਮੈਂ ਤੇ ਸਵੇਰੇ ਉੱਠ ਕੇ ਬ੍ਰੈਕਫਾਸਟ ਕਰਨਾ ਵੇ, ਮੈਨੂੰ ਤੇ ਜੀ ਲੰਚ ਚਾਹੀਦਾ ਜੀ, ਮੈਨੂੰ ਤਾਂ ਡਿਨਰ ਤੇ ਚਾਹੀਦਾ। ਮੇਰਾ ਮੁੰਡਾ ਵੱਡਾ ਹੋਣ ਡਿਆ, ਵੱਡੇ ਵਾਲਾ, ਉਹ ਹਰ ਰੋਜ਼ ਦਾ ਮੈਨੂ ਚੇਂਜ ਹੋਇਆ ਹੁੰਦਾ। ਠੀਕ ਹੈ, ਉਹ ਕਦੀ ਕੋਈ ਸ਼ੈ, ਕਦੀ ਕੋਈ ਸ਼ੈ, ਕਦੀ ਕੋਈ ਸ਼ੈ। ਉਹ ਮੈਂ ਉਹਨੂੰ ਕਿਹਾ ਭਾਈ ਹੱਥੋਂ ਲਾ ਰੱਖ, ਤੇ ਕੋਵਿਡ ਨੇ ਸਾਨੂੰ ਸਾਰਿਆਂ ਨੂੰ ਉਂਝ ਮੋਟਿਆਂ ਕਰ ਛੱਡਿਆ, ਉੱਤੋਂ ਨਿਤ ਨਵੀਆਂ ਸ਼ੈਵਾਂ, ਨਵੀਂ ਚੀਜ਼ਾਂ ਟੇਸਟ ਕਰਨੀਆਂ। ਤੋ ਮਤਲਬ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਵਾਂ ਕਿ the same thing happened with them। ਠੀਕ ਹੈ, ਲੇਕਿਨ ਚਲੋ ਖਾਣਾ ਮੰਗਿਆ, ਠੀਕ ਹੈ, ਤੁਹਾਨੂੰ ਡਿਸ਼ ਮੰਗੀ, ਲੇਕਿਨ ਉਹਦੇ ਬਾਅਦ ਟੋਟਲੀ ਖੁਦਾ ਦੇ ਖਿਲਾਫ ਬਗਾਵਤ ਹੀ ਕਰ ਦੇਣੀ। ਠੀਕ ਹੈ, ਖੁਦਾ ਦੇ ਖਿਲਾਫ ਲਿਖਿਆ ਬਕਨੇ ਲਗੇ, ਖੁਦਾ ਦੇ ਖਿਲਾਫ ਉਹਨਾਂ ਨੇ ਬਲਾਸਫੇਮੀ ਸ਼ੁਰੂ ਕਰ ਦਿੱਤੀ। ਔਰ ਸਵਾਲ ਕੀ ਕੀਤਾ? ਆਂਦੇ ਨੇ ਜੀ ਕਿ ਖੁਦਾ ਬਿਆਬਾਨ ਚ ਟੇਬਲ ਲਾ ਸਕਦਾ ਬੜਾ? ਕੈਨ ਹੀ ਸੈਟ ਅ ਟੇਬਲ? ਕੀ ਉਹ ਦਸਤਰਖਾਨ ਵਿਛਾ ਸਕਦਾ ਬਿਆਬਾਨ ਦੇ ਵਿੱਚ? ਖੁਦਾ ਦਾ ਹੈ ਵਾਲਾ ਇੰਨੇ ਵਸ ਦੀ ਗੱਲ। ਆ 20-25 ਲੱਖ ਦਾ ਮਜਮਾ ਹੈ ਕਿ ਖੁਦਾ ਕਿੱਡੀ ਕੋ ਲੰਮੀ ਟੇਬਲ ਲਾਏਗਾ ਇੱਥੇ?
ਜਾਂ ਕਿੱਡਾ ਕੁ ਲੰਮਾ ਦਸਤਰਖਾਨ ਵਿਛਾਏਗਾ, ਠੀਕ ਹੈ ਨਾ। ਤੁਸੀਂ ਵੇਖੋ ਕਿ ਲਫ਼ਜ਼ ਦਸਤਰਖਾਨ ਜ਼ਬੂਰ 23 ਚ ਵੀ ਇਸਤੇਮਾਲ ਹੋਇਆ, ਤੂੰ ਮੇਰੇ ਦੁਸ਼ਮਨों के रूबरू मेरे आगे की करना जी, मेज बिछाना, मेरी टेबल ਵਿਛਾਣਾ ਹੈ, ਤੂੰ ਦਸਤਰਖਾਨ ਲਾਣਾ ਮੇਰੇ ਲਈ, ਠੀਕ ਹੈ ਨਾ। ਸੋ ਦਸਤਰਖਾਨ ਅਸੀਂ ਨਹੀਂ ਲਾਂਦੇ, ਓਕੇ। ਰਾਤੀ ਸਾਡੀ ਬੜੀ ਅੱਛੀ ਦਾਵਤ ਸੀ, ਮੈਥਿਊ ਸਾਹਿਬ, ਸਾਡੇ ਮੈਥਿਊ ਖੋਖਰ ਸਾਹਿਬ ਨੇ, ਉਹਨਾਂ ਬੜੇ ਅੱਛੇ ਡਿਸ਼ਾਂ ਤਿਆਰ ਕੀਤੀਆਂ, ਔਰ ਸਾਨੂੰ ਸਮਝ ਨਹੀਂ ਆਉਂਦੀ ਕੀ ਖਾਣਾ ਕੀ ਛੱਡਣਾ ਹੈ, ਔਰ ਜਾਂ ਵੱਡੇ ਵੱਡੇ ਦੇਗਚੇ ਤੇ ਜਨਾਬ ਮਾਰ ਆਪਣਾ ਉਹਨਾਂ ਨੇ ਮਿਹਨਤ ਕੀਤੀ ਹੋਈ, ਇਟ ਵਾਸ ਅ ਟੇਸਟੀ ਫੂਡ। ਸਵਾਲ ਉਹਨਾਂ ਕੀਤਾ ਜੀ ਕਿ ਖੁਦਾ ਸਾਨੂੰ ਦਸਤਰਖਾਨ ਲਾ ਕੇ ਦੇ ਸਕਦਾ ਇੱਥੇ? ਉਹਨਾਂ ਨੇ ਕਿਹਾ ਤੁਹਾਨੂੰ ਮੈਂ ਲਾ ਕੇ ਦੇਣਾ, ਮੈਂ ਲਾ ਕੇ ਦਵਾਂਗਾ, ਤੁਹਾਡੇ ਨੱਕਾਂ ਚੋਂ ਵੀ ਕੱਢਾਂਗਾ, ਠੀਕ ਹੈ। ਸੋ ਕੀ ਅੱਗੋਂ ਆਉਂਦਾ ਹੈ ਕਿ ਸਾਨੂੰ ਗੋਸ਼ਤ ਦੇਗਾ ਖੁਦਾ ਇੱਥੇ? ਅਸੀਂ ਤੇ ਮਨ ਖਾ ਖਾ ਕੇ ਅੱਕ ਗਏ ਆ, ਠੀਕ ਹੈ। ਆ ਕੀ ਰੋਜ਼ ਇੱਕ ਡਿਸ਼ ਮੈਂ ਨਹੀਂ ਖਾਣੀ, ਮੈਨੂੰ ਸਾਨੂੰ ਨਵੀਆਂ ਸ਼ਾਮਾਂ ਦਿਓ, ਠੀਕ ਹੈ ਨਾ। ਸੋ ਅਸੀਂ ਵੇਖਦੇ ਹਾਂ ਜੀ ਕਿ that was the idea, so they forget actually। ਔਰ ਤੁਹਾਨੂੰ ਯਾਦ ਹੈ ਖੁਦਾਵੰਦ ਯਿਸੂ ਮਸੀਹ ਨੇ ਐਸੇ ਆਇਤ ਨੂੰ ਔਰ ਐਸੇ ਆਰਗੂਮੈਂਟ ਨੂੰ ਕੋਡ ਕੀਤਾ ਵੇ ਯਹੂਦੀਆਂ ਦੇ ਨਾਲ ਆਰਗੂਮੈਂਟ ਕਰਦਿਆਂ ਹੋਇਆ। ਓਕੇ, ਜ਼ਰਾ ਖੋਲੋ ਯਹੋਨਾ ਦੀ ਇੰਜੀਲ 6ਵਾਂ ਬਾਬ ਤੇ 31 ਆਇਤ ਜ਼ਰਾ ਪੜ੍ਹੋ। ਸੰਤ ਯੋਹੰਨਾ ਉਹਦੀ 6 ਬਾਬ ਉਹਦੀ 31 ਆਇਤ ਪੜਾਂਗੇ ਸੀ। ਸਾਡੇ ਪੁਰਖਾਂ ਨੇ ਉਜਾੜ ਵਿੱਚ ਮੰਨਾ ਖਾਦਾ ਸੀ, ਜਿਸ ਤਰ੍ਹਾਂ ਧਰਮ ਗ੍ਰੰਥ ਵਿੱਚ ਲਿਖਿਆ ਹੋਇਆ ਹੈ, ਉਸਨੇ ਉਹਨਾਂ ਨੂੰ ਖਾਣ ਲਈ ਸਵਰਗ ਵਿੱਚੋਂ ਰੋਟੀ ਦਿੱਤੀ। ਠੀਕ ਹੈ, ਯਿਸੂ ਮਸੀਹ ਕੀ ਕਹਿੰਦੇ ਨੇ ਅੱਗੇ ਪੜੋ ਜ਼ਰਾ। ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜੋ ਮੂਸਾ ਨੇ ਤੁਹਾਨੂੰ ਰੋਟੀ ਦਿੱਤੀ ਸੀ, ਉਹ ਸਵਰਗੀ ਰੋਟੀ ਨਹੀਂ ਸੀ, ਸਗੋਂ ਮੇਰਾ ਪਿਤਾ ਅਸਲੀ ਸਵਰਗੀ ਰੋਟੀ ਤੁਹਾਨੂੰ ਦਿੰਦਾ ਹੈ। ਓਕੇ ਜੀ, ਹਾਂਜੀ, ਥੈਂਕ ਯੂ। ਖੁਦਾਵੰਦ ਯਿਸੂ ਮਸੀਹ ਕੀ ਕਹਿ ਰਹੇ ਨੇ ਭਾਈ? ਤੁਹਾਂ ਅੱਛਾ, ਮਨ ਦਾ ਮਤਲਬ ਕੀ ਹੈ? ਐਕਚੁਅਲੀ ਮਨ ਦਾ ਮਤਲਬ ਹੈ ਕੀ ਹੈ? ਓਕੇ, ਮਨ ਐਕਚੁਅਲੀ ਕੋਈ ਪ੍ਰੋਪਰ ਨਾਉਨ ਨਹੀਂ ਹੈ। ਉਹ ਜਦੋਂ ਨਿਕਲੇ ਨਾ ਰਾਤ ਨੂੰ, ਜਦੋਂ ਰਾਤੀ ਸਵੇਰੇ ਜਦੋਂ ਖੁਦਾ ਨੇ ਅਸਮਾਨ ਤੋਂ ਔਸ ਵਰਗਿਆਂ ਉਹ ਜਦੋਂ ਥੱਲੇ ਸੁੱਟਿਆ ਨਾ, ਪਾਲੇ ਵਰਗਾ ਵਾਈਟ ਸੀ, ਕਲਾਮ ਮਿਲਿਆ, ਸਵੇਰੇ ਨਿਕਲੇ ਨਾ, ਉਹਨਾਂ ਕਿਹਾ ਆਹ ਕੀ ਹੈ? ਤਾਂ ਇਬਰਾਨੀ ਚ ਉਹਨਾਂ ਕਿਹਾ ਮਨ, ਮਤਲਬ ਵਾਟ ਇਜ਼ ਦਿਸ? ਉਹਦਾ ਨਾਂ ਹੀ ਪੈ ਗਿਆ ਕੀ ਹੈ, ਕਿ ਮਨ, ਠੀਕ ਹੈ ਨਾ। ਮਤਲਬ ਹੈ ਕੀ ਹੈ? ਹੁਣ ਸਮਝ ਨਹੀਂ ਆਉਂਦੀ, ਜ਼ਮੀਨ ਤੇ ਉਹਨੇ ਐਸੀ ਕੋਈ ਸ਼ੈ ਕਦੀ ਵੇਖੀ ਨਹੀਂ ਸੀ, ਸੋ ਇਸ ਲਈ ਉਹਨਾਂ ਨੂੰ ਸਮਝ ਹੀ ਨਾ ਆਈ ਕਿ ਉਹਨੇ ਕਿਹਾ ਜੀ ਵਾਟ ਇਜ਼ ਦਿਸ? ਉਹ ਮਨ ਕੀ ਹੈ? ਸਵਾਲ, ਕੁਐਸਚਨ ਮਾਰਕ। ਉਹਨੇ ਕਿਹਾ ਮਨ ਨਹੀਂ ਹੈ, ਸਾਨੂੰ ਨਹੀਂ ਪਤਾ ਕੀ ਹੈ, ਠੀਕ ਹੈ। ਸੋ ਦੈਟਸ ਦ ਆਈਡੀਆ। ਯਿਸੂ ਮਸੀਹ ਕੀ ਕਹਿੰਦੇ ਨੇ? ਤੁਸੀਂ ਕਹਿੰਦੇ ਹੋ ਜੀ ਤੁਹਾਡੇ ਬਾਪ ਦਾਦਾ ਨੇ ਅਸਮਾਨੀ ਖੁਰਾਕ ਖਾਈ, ਅਸਮਾਨੀ ਰੋਟੀ ਖਾਧੀ। ਨੇ ਕਿਹਾ ਅਸਮਾਨੀ ਰੋਟੀ ਤੁਹਾਂ ਨਹੀਂ ਖਾਧੀ, ਅਸਲ ਦੇ ਵਿੱਚ ਇੱਥੇ ਸਾਨੂੰ ਇਹ ਦੱਸਣ ਦੇ ਨੇ ਕਿ ਤੁਹਾਂ ਐਕਚੁਅਲੀ ਫਰਿਸ਼ਤਿਆਂ ਦੀ ਖੁਰਾਕ ਖਾਧੀ। ਰੀਅਲ ਅਸਮਾਨੀ ਰੋਟੀ ਜਿਹੜੀ ਉਤਰੀ ਅਸਮਾਨੋਂ, ਉਹ ਯਿਸੂ ਮਸੀਹ ਨੇ ਕਿਹਾ ਕੌਣ ਹੈ? ਉਹ ਮੈਂ ਹਾਂ, ਠੀਕ ਹੈ। ਤੁਹਾਨੂੰ ਖੁਦਾ ਹੋਣ ਦੇ ਰਿਹਾ ਅਸਲੀ ਰੋਟੀ ਜਿਹੜੀ ਹੈ ਨਾ, ਅਸਲੀ ਮਨ ਜਿਹੜਾ ਵੇ, ਉਹ ਸਾਰਾ ਸ਼ੈਡੋ ਸੀ, ਉਹ ਸਾਰਾ ਸਿਰਫ ਜਿਹੜਾ ਸੀ ਅਕਸ ਸੀ, ਉਹ ਓਰੀਜਨਲ ਨਹੀਂ ਸੀ। ਓਰੀਜਨੈਲਿਟੀ ਜਿਹੜੀ ਹਕੀਕੀ ਅਸਮਾਨੀ ਰੋਟੀ ਜਿਹੜੀ ਹੈ ਨਾ, ਉਹ ਇਹ ਹੋਣ ਉਤਰੀ ਜੇ, ਜਿਹੜੀ ਤੁਹਾਨੂੰ ਸਮਝ ਨਹੀਂ ਆਉਂਦੀ, ਠੀਕ ਹੈ। ਦੈਟ ਵਾਸ ਦ ਆਈਡੀਆ। ਓਕੇ ਜੀ, ਸੋ ਅਸੀਂ ਵੇਖਦੇ ਹਾਂ ਜੀ ਕਿ ਇਹਦੇ ਵਿੱਚ ਅਸੀਂ ਵੇਖਦੇ ਹਾਂ ਕਿ ਜਿਹੜਾ ਤੁਹਾਨੂੰ ਪੈਟਰਨ ਨਜ਼ਰ ਆਏਗਾ ਨਾ। ਅੱਛਾ, ਇੱਕ ਚੀਜ਼ ਹੋਰ ਜਿਹੜੀ ਦੇ ਵਿੱਚ ਮੈਂ ਨੋਟ ਕੀਤੀ ਹੈ, ਤੁਸੀਂ ਵੇਖੋ ਕਿ ਦੋ ਜਗ੍ਹਾ ਤੋਂ ਨਾ ਫਰਿਸ਼ਤਿਆਂ ਦਾ ਜ਼ਿਕਰ ਹੋਇਆ ਵੇ। ਸੋ ਖੁਦਾ ਦੀ ਜਿਹੜੀ ਅਨਸੀਨ ਵਰਲਡ ਹੈ, ਖੁਦਾ ਦੀ ਜਿਹੜੇ ਰਿਸੋਰਸਸ ਨੇ, ਸੁਪਰਨੈਚੁਰਲ ਜਿਹੜੇ ਖੁਦਾ ਦੀ ਫੋਰਸਸ ਨੇ, ਹਾਊ ਦੇ ਵਰਕ ਔਨ ਬਿਹਾਫ ਆਫ ਗॉड्स ਪੀਪਲ। ਜਿਹੜੇ ਲੋਕ ਪਰੇਸ਼ਾਨ ਨੇ ਔਰ ਸੁਣਨ ਦੇ ਨੇ ਇਹ ਪ੍ਰੋਗਰਾਮ ਨੂੰ ਔਰ ਵੇਖਣ ਦੇ ਨੇ, ਜਿਹੜੇ ਲੋਕ ਰੋਟੀ ਤੋਂ ਪਰੇਸ਼ਾਨ ਨੇ, ਜਿਹੜੇ ਲੋਕ ਕਿਸੇ ਖੌਫ ਦੇ ਵਿੱਚ ਨੇ, ਜਿਹੜੇ ਲੋਕ ਕਿਸੇ ਡਿਪਰੈਸ਼ਨ ਦੇ ਵਿੱਚ ਨੇ, ਜਿਹਨਾਂ ਲੋਕਾਂ ਅਨਸਰਟੇਨਿਟੀ ਹੈ, ਤੁਹਾਨੂੰ ਮੈਂ ਗਰੰਟੀ ਦੇਣਾ ਚਾਹੁੰਦਾ ਵਾਂ ਕਿ ਤੁਸੀਂ ਅਗਰ ਬਲੀਵਰ, ਦੇਖੋ ਫਰਕ ਹੁੰਦਾ ਹੈ, ਇੱਕ ਹੁੰਦਾ ਹੈ ਈਮਾਨ ਰੱਖਣਾ ਔਰ ਇੱਕ ਹੁੰਦਾ ਹੈ ਟਰਸਟ ਰੱਖਣਾ। ਓਕੇ, ਬਲੀਵ, ਅਗਰ ਕੋਈ ਬੰਦਾ ਕਹਿੰਦਾ ਨਾ ਮੈਂ ਖੁਦਾ ਤੇ ਈਮਾਨ ਰੱਖਣਾ, ਓਕੇ, ਸੋ ਵਾਟਸ ਦ ਬਿਗ, ਮਤਲਬ ਕੀ ਹੈ? ਵਾਟਸ ਨੈਕਸਟ? ਈਮਾਨ ਤਾਂ ਕੋਈ ਵੀ ਰੱਖ ਸਕਦਾ, ਠੀਕ ਹੈ ਨਾ ਭਾਈ। ਵੇਖੋ ਸਾਡੇ ਜਿਵਿਸ਼ ਦੋਸਤ ਨੇ ਉਹ ਵੀ ਈਮਾਨ ਰੱਖਦੇ ਨੇ, ਸਾਡੇ ਮੁਸਲਮਾਨ ਦੋਸਤ ਨੇ ਉਹ ਵੀ ਖੁਦਾ ਤੇ ਈਮਾਨ ਰੱਖਦੇ ਨੇ, ਲੇਕਿਨ ਸਾਡੇ ਕ੍ਰਿਸਚਨ ਵੀ ਨੇ ਖੁਦਾ ਤੇ ਈਮਾਨ ਰੱਖਦੇ ਨੇ, ਹੋਰ ਵੀ ਲੋਕ ਕਿਸੇ ਨਾ ਕਿਸੇ ਸ਼ੈ ਤੇ ਈਮਾਨ ਰੱਖਦੇ ਨੇ। ਬਟ ਹਾਊ ਮੈਨੀ ਆਰ ਦੋਜ਼ ਹੂ ਟਰਸਟ ਇਨ ਗॉड? ਠੀਕ ਹੈ ਨਾ। ਯਾਕੂਬ ਲਿਖਦਾ ਵੇ ਭਾਈ ਤੂੰ ਈਮਾਨ ਰੱਖਣਾ ਹੈ, ਓਕੇ ਠੀਕ ਹੈ। ਉਹ ਕਹਿੰਦਾ ਸ਼ੈਤਾਨ ਵੀ ਈਮਾਨ ਰੱਖते हैं, ਬਲਕਿ ਤੇਰੇ ਨਾਲ ਇੱਕ ਹੱਥ ਅੱਗੇ ਨੇ, ਈਮਾਨ ਵੀ ਰੱਖਦੇ ਨੇ, ਤੂੰ ਤੋਂ ਕੰਬਦੇ ਵੀ ਨੇ। ਉਹਨੇ ਕਿਹਾ ਤੇਰੇ ਤੇ ਉਹਨਾਂ ਚ ਕੀ ਫਰਕ ਹੈ? ਬਲਕਿ ਤੇਰੇ ਨਾਲ ਇੱਕ ਡਿਗਰੀ ਉੱਤੇ ਹੀ ਨੇ, ਅਸੀਂ ਤੇ ਕੰਬਦੇ ਵੀ ਨਹੀਂ। ਈਮਾਨ ਤੇ ਅਸੀਂ ਬੜੀ ਦੂਰ ਦੀ ਗੱਲ ਹੋ ਗਈ। ਉਹਦੇ ਨਾ ਸਿਰਫ ਸ਼ੈਤਾਨ ਈਮਾਨ ਰੱਖते हैं, ਬਲਕਿ ਥਰਥਰਾਤੇ ਵੀ हैं, ਉਹਨਾਂ ਨੂੰ ਕੰਬਣੀ ਵੀ ਪੈ ਜਾਂਦੀ ਹੈ ਜਦੋਂ ਖੁਦਾ ਦੇ ਅੱਗੇ ਜਾਂ ਖੁਦਾ ਦਾ ਨਾਮ ਲਿਆ ਜਾਂਦਾ ਵੇ। ਪ੍ਰੋਬਲਮ ਹੈ ਫਰਕ, ਵਾਟਸ ਦ ਡਿਫਰੈਂਸ? Can do you trust in God? ਦੂਜੇ ਨੰਬਰ ਤੇ ਆਵੇ, ਤੁਸੀਂ ਟਰਸਟ ਰੱਖੋ ਜਾਂ ਨਾ ਰੱਖੋ। ਸਾਰਿਆਂ ਨਾਲ ਵੱਡਾ ਚੈਲੰਜ ਹੈ ਵੇ ਕਿ ਖੁਦਾ ਤੁਹਾਡੇ ਤੇ ਟਰਸਟ ਕਰ ਸਕਦਾ ਕਿ ਨਹੀਂ। ਦੈਟਸ ਦ ਬਿਗੇਸਟ ਕੁਐਸਚਨ। ਓਕੇ, ਬੜੀ ਦੁਨੀਆ ਟਰਸਟ ਰੱਖਦੀ ਖੁਦਾ ਦੇ। ਸਾਡੇ ਅਮਰੀਕਨ ਡਾਲਰ ਤੇ ਲਿਖਿਆ ਹੁੰਦਾ, ਜਿੰਨਾ ਲੋਕਾਂ ਮੇਰਾ ਵਾਲਟ ਕੋਲ ਨਹੀਂ, ਤੁਹਾਨੂੰ ਮੈਂ ਡਾਲਰ ਤੇ ਲਿਖਿਆ ਵਿਖਾਦਾ।
ठीक है कि जी ट्रस्ट इन वी ट्रस्ट इन गॉड, ऐ लिखा ਹੁੰਦਾ ਨਾ ਅੰਕਲ ਜੀ ਡਾਲਰ ਤੇ, ट्रस्ट इन गॉड, ट्रस्ट इन गॉड, ओके हाँ ठीक जी, है, हाँ जी, वो ट्रस्ट इन गॉड, ट्रस्ट इन गॉड, ओके दैट इज द प्रॉब्लम कि ਅਸੀਂ ਈਵਨ ਅਮਰੀਕਨ ਡਾਲਰ ਵੀ ਇਹ ਕਹਿੰਦਾ ਵੇ ਕਿ ਟਰਸਟ ਇਨ ਗॉड, ਕਿ ਰੁਪਏ ਪੈਸੇ ਦੇ ਡਾਲਰਾਂ ਦੇ ਟਰਸਟ ਨਾ ਕਰੋ, ਕਿਹਦੇ ਟਰਸਟ ਕਰੋ, ਟਰਸਟ ਇਨ ਗॉड। ਲੇਕਿਨ ਮੈਂ ਤੁਹਾਨੂੰ ਦੂਜਾ ਪਰਸਪੈਕਟਿਵ ਦੇਣਾ ਚਾਹਨਾ ਵਾਂ ਕਿ ਖੁਦਾ ਸਾਡੇ ਤੇ ਟਰਸਟ ਕਰ ਸਕਦਾ ਕਿ ਨਹੀਂ ਕਰ ਸਕਦਾ, ਦੈਟਸ ਦ ਕੁਐਸਚਨ, ਠੀਕ ਹੈ। ਅੱਛਾ, ਪਹਿਲੀ ਵਾਰੀ ਲਫ਼ਜ਼ ਅਸੀਂ ਵੇਖਿਆ ਫਰਿਸ਼ਤਿਆਂ ਦਾ 24 ਆਇਤ ਦੇ ਵਿੱਚ, ਅਗਲੀ ਵਾਰੀ ਇੱਕ ਹੋਰ ਜਗ੍ਹਾ ਫਰਿਸ਼ਤਿਆਂ ਦਾ ਜ਼ਿਕਰ ਹੈ ਔਰ ਉਹ 49 ਆਇਤ 49 वर्स, और लिखा वे उसने अजाब के फरिश्तों की फौज भेजकर अपने कहर की शिद्दत, गैज़ो गज़ब और बला को उन पर नाज़िल किया। इंटरेस्टिंगली एक पासे फरिश्तियां दी खुराक जेड़े मिनिस्टरिंग फरिश्ते ने, और एक पासे वो फरिश्तियां दी फौज है जेड़ी प्रोटेक्टिव है, ठीक है, जेड़ी खुदा दे बिहाफ ते खुदा दे लोकां नूं प्रोटेक्ट करदे ने। एक पासे प्रोविडेंस फौज है, एक तरफ प्रोटेक्टेड फौज है, ठीक है। इंटरेस्टिंग मतलब खुदा दे फरिश्ते, कलाम में लिखा है खुदा दा फरिश्ता तंबू लगा के, ज़बूर 34 च कहंदा वे कि तंबू लगा के अपने लोकां दे की करदा है, रखवाली करदा वे, ठीक है, खुदा दा फरिश्ता। ओके, सो ਅਸੀਂ ਵੇਖਦੇ ਜੀ ਕਿ ਅਗੇਨ ਉਹ ਫਿਰ ਸਟੋਰੀ ਦੱਸਦਾ ਵੇ ਔਰ ਪੂਰੇ ਬਨੀ ਇਸਰਾਇਲ ਦੀ ਬਿਆਬਾਨ ਔਰ ਫਿਰ ਸਮੁੰਦਰ ਦੇ ਵਿੱਚੋਂ ਨਿਕਲਣ ਦੀ ਔਰ ਪੂਰੀ ਕਹਾਣੀ, ਐਂਡ ਅਲਟੀਮੇਟਲੀ ਹੀ ਬ੍ਰੌਟ them into the time of the prophet Samuel ਔਰ ਏਲੀ ਕਾਹਨ। ਅਸੀਂ ਜਦੋਂ ਪੜ੍ਹਦੇ ਆ ਕਿ 55 ਆਇਤ ਦੇ ਵਿੱਚ ਉੱਥੇ ਲਿਖਿਆ ਵੇ ਹੁਣ ਇੱਥੋਂ ਸ਼ਿਫਟ ਚੇਂਜ ਹੋ ਰਹੀ ਹੈ, ਹੁਣ ਬਿਆਬਾਨ ਦੇ ਵਿੱਚੋਂ ਪ੍ਰੋਮਿਸ ਲੈਂਡ ਚ ਆ ਕੇ ਤੇ ਹੁਣ ਅੱਗੇ ਉਹਨਾਂ ਦੀ ਤੀਜੀ ਚੌਥੀ ਪੀढ़ी ਜਿਹੜੀ ਹੈ ਨਾ ਉਹ ਸੈਟਲ डाउन हो गई है, ठीक है। तो लिखा जी वो उनको अपने मकदस की सरहद तक लाया, खुदा ने लैके आया वे ਜਿਹੜਾ ਖੁਦਾ ਨੇ ਹਾਸਲ ਕੀਤਾ ਸੀ, ਖੁਦਾ ਨੇ ਕੌਮਾਂ ਨੂੰ ਕੱਢਿਆ ਵੀ ਔਰ ਇਸਰਾਇਲ ਦੀ ਮਿਰਾਸ ਵੰਡ ਕੇ 12 ਕਬੀਲਿਆਂ ਨੂੰ ਦੇ ਦਿੱਤੀ ਏ, ਔਰ ਉਹਨਾਂ ਨੇ ਉਹਦੇ ਬਾਵਜੂਦ ਉੱਥੇ ਉਹਨਾਂ ਫਿਰ ਪੈਟਰਨ ਆਈ ਰੱਖਿਆ, ਬਿਆਬਾਨ ਵਿੱਚ ਵੀ ਅਜ਼ਮਾਇਆ, ਫਿਰ ਉਹਦੇ ਬਾਅਦ ਜਦੋਂ ਵਸ ਗਏ ਫਿਰ ਅਜ਼ਮਾਇਆ, ਜਦੋਂ ਖੁਦਾ ਨੇ ਉਹਨਾਂ ਨੂੰ ਦੁਬਾਰਾ ਤੋਂ ਸੈਟਲ ਡਾਊਨ ਕੀਤਾ, ਮਕਦਸ ਦਿੱਤਾ, ਖੈਮਾ ਲਾਇਆ, ਫਿਰ ਅਜ਼ਮਾਇਆ। सरकशी की और शर्तों को ना माना, बल्कि अपने बाप दादा की तरह की कीता जी बेवफाई। जरा इत्थे लफ्ज ना बेवफाई वाला ਉਹ ਇਹ ਹੀ ਹੈ ਕਿ ਜਿਵੇਂ ਬੀਵੀ ਜਾਂ ਜਿਹੜੀ ਮਨਕੂਹਾ ਬੀਵੀ ਹੈ ਜਿਹੜੀ ਜਾਂ ਮੰਗੇਤਰ ਜਿਹਦੀ ਮੰਗਣੀ ਹੋ ਚੁੱਕੀ ਹੈ ਜਾਂ ਜਿਹਨੇ ਪ੍ਰੋਮਿਸ ਕੀਤਾ ਹੋਇਆ ਵੇ ਜ਼ਿੰਦਗੀ ਦੇ ਨਾਲ ਆਪਣਾ ਕੋਵੈਨੈਂਟ ਜਿਹਨੇ ਬਣਿਆ ਵੇ, ਠੀਕ ਹੈ, ਆਪਣੇ ਪਾਰਟਨਰ ਦੇ ਨਾਲ, ਔਰ ਉਹ ਕੋਵੈਨੈਂਟ ਨੂੰ ਕੀ ਕਰਦੇ, ਨਾ ਸਿਰਫ ਤੋੜਦੇ ਬਲਕਿ ਆਪਣੇ ਕਿਸੇ ਦੂਜੇ ਬॉयਫ੍ਰੈਂਡ ਜਾਂ ਗਰਲਫ੍ਰੈਂਡ ਦੇ ਨਾਲ ਕੀ ਹੋ ਜਾਏ, ਉਹਦਾ ਰਿਲੇਸ਼ਨਸ਼ਿਪ ਬਣ ਜਾਏ। ਇੱਥੇ ਸੇਮ ਵਰਡ ਹੈ ਵੇ, ਉਹਨਾਂ ਬੇਵਫਾਈ ਕੀਤੀ, ਬਰਗਸ਼ਤਾ ਹੋ ਗਏ ਔਰ ਖੁਦਾ ਦੀ ਵਫਾਦਾਰੀ ਤੋਂ ਕੀ ਹੋ ਗਏ, ਹਟ ਗਏ। ਔਰ ਜਿਹੜੇ ਉਹਨਾਂ ਕੌਮਾਂ ਦੇ, ਉਹਨਾਂ ਮੁਲਕਾਂ ਦੇ ਜਿਹੜੇ ਦੇਵੀ ਦੇਵਤਾ ਹਨ, ਹਰੇ ਦਰਖਤ ਹਨ, ਉੱਚੀਆਂ ਚਟਾਨਾਂ ਹਨ ਜਿੱਥੇ ਉਹਨਾਂ ਨੇ ਖੋਦੀ ਹੋਈ ਮੂਰਤਾਂ ਹਨ, ਉਹਨਾਂ ਨੇ ਖੁਦਾ ਨੂੰ ਛੱਡ ਕੇ ਤੇ ਉਹ ਉਹਨਾਂ ਦੇ ਮਗਰ ਚੱਲਣਾ ਸ਼ੁਰੂ ਹੋ ਗਏ। ਜੀ ਫਿਰ ਖੁਦਾ ਨੂੰ ਗੁੱਸਾ ਆ ਗਿਆ ਔਰ ਖੁਦਾ ਦੀ ਮੁਹੱਬਤ ਜਿਹੜੀ ਹੈ ਉਹ ਨਫ਼ਰਤ ਵਿੱਚ ਬਦਲ ਗਈ। ਐਂਡ ਦੈਟਸ ਇੰਟਰਸਟਿੰਗ ਫਿਗਰੇਟਿਵ ਸਪੀਚ, ਠੀਕ ਹੈ। ਤਾਂ ਅਸੀਂ ਵੇਖਦੇ ਹਾਂ ਕਿ ਮਤਲਬ ਜਿਹਦੇ ਨਾਲ ਬੰਦੇ ਨੂੰ ਬੜੀ ਜ਼ਿਆਦਾ ਮੁਹੱਬਤ ਇਸ਼ਕ ਹੋਏ ਔਰ ਇੱਕ ਮੌਕਾ ਐਸਾ ਆਏ ਕਿ ਜਨਾਬ ਉਹ ਟਰਨ ਆਊਟ ਹੋ ਕੇ ਤੇ ਉਹ ਨਫ਼ਰਤ ਦੇ ਵਿੱਚ ਬਦਲ ਜਾਏ। ਮਤਲਬ ਦੈਟਸ ਇੰਟਰਸਟਿੰਗ ਐਕਚੁਅਲੀ ਅਗਰ ਵੇਖਿਆ ਜਾਏ ਤਾਂ ਨਫ਼ਰਤ ਔਰ ਮੁਹੱਬਤ ਇੱਕ ਹੀ ਸਿੱਕੇ ਦੇ ਦੋ ਰੁਖ ਨੇ, ਠੀਕ ਹੈ ਨਾ, ਕਿਉਂਕਿ ਦੋਵਾਂ ਦਾ ਕੀ ਬਣਿਆ ਹੁੰਦਾ ਹੈ, ਕਨੈਕਸ਼ਨ। ਨਫ਼ਰਤ ਕਰਨ ਵਾਲੇ ਬੰਦੇ ਨੂੰ ਬੰਦਾ ਨਹੀਂ ਭੁੱਲਦਾ ਤੇ ਮੁਹੱਬਤ ਕਰਨ ਵਾਲੇ ਨੂੰ ਨਹੀਂ ਭੁੱਲਦਾ, ਠੀਕ ਹੈ ਨਾ, ਉਹ ਹਮੇਸ਼ਾ ਉਹਦੇ ਦਿਮਾਗਾਂ ਤੇ ਸੋਚਾਂ ਤੇ ਕੀ ਰਹਿੰਦੇ ਨੇ। ਸੋ ਦੋਵਾਂ ਦੇ ਵਿੱਚ ਐਕਚੁਅਲੀ ਕਨੈਕਸ਼ਨ ਕੀ ਹੈ ਕਿ ਦੇ ਕੈਪਟ ਯੋਰ ਮੈਮਰੀ, ਦੇ ਕੈਪਟ ਯੋਰ ਮਾਈਂਡ, ठीक है, दे बॉगलिंग यू। सो खुदा कहता है जी इन गैरत लाई लिखा जी खुदा ये सुनकर गजबनाक हुआ, उसने इस्राइल से सख्त नफरत की। इंटरेस्टिंग लगता है, इमेजिन करो खुदा आंदा जेड़ा इन्हू छेड़दा, मेरी अख दी पुतली नू छेड़दा वे, आंदा इस्राइल मैं क्यों कर तुझसे बरगश्ता हो जाऊं, आंदा कि मैं तुझे मोहब्बत की डोरियों से सिंचा। मतलब खुदा दी मोहब्बत, अनकंडीशनल लव, रिलेंटलेस लव है खुदा दा, और ओह खुदा दी मोहब्बत जेड़ी है शिफ्ट होके और टर्न होके ट्रांसफॉर्म होके नफरत दे विच बदल गई। और जो नफरत बदली है ਉਹਦੀ ਵਜ੍ਹਾ ਕੀ ਸੀ, ਉਹਦੀ ਵਜ੍ਹਾ ਉਹਨਾਂ ਦੇ ਆਪਣੇ ਕਰਤੂਤ, ਉਹਨਾਂ ਦੇ ਆਪਣੇ ਕੰਮ, ਉਹਨਾਂ ਦੇ ਖੁਦਾ ਨਾਲ ਬਰਗਸ਼ਤਗੀ ਔਰ ਬੇਵਫਾਈ। ਮਤਲਬ ਉਹ ਖੁਦਾ ਨਾਲ ਬਾਰ-ਬਾਰ ਵਾਅਦਾ ਕਰਕੇ ਕਿਸੇ ਪਾਸੇ ਟਿਕਦੇ ਨਹੀਂ ਹਨ ਐਕਚੁਅਲੀ, ਠੀਕ ਹੈ ਨਾ। ਕਦੀ ਛਾਲ ਮਾਰੀ ਮੈਂਡਕਾਂ ਗੁਰੂ ਉਧਰ, ਉਧਰੋਂ ਛਾਲ ਮਾਰੀ ਮੈਂਡਕਾਂ ਗੁਰੂ ਉਧਰ, ਉਧਰੋਂ ਛਾਲ ਮਾਰੀ ਉਧਰ, ਕਿਸੇ ਜਗ੍ਹਾ ਕੋਈ ਟਿਕਾਣਾ ਹੀ ਕੋਈ ਨਹੀਂ, ਠੀਕ ਹੈ ਨਾ। So they never have a sustainable relationship with God and God's temple and God's worship. That was the major problem with them, ठीक है। लिखिए जी सो उसने सैला के मस्कन को तरक कर दिया। हेयर वी आर जिथे पहला मस्कन काम होया सी, जिथे जगह ते एली काहन और ओदे बेटे खिदमत करदे हन, और उस जगह दे उत्ते सैमुअल नु खुदा ने की कीता सी, ओदे कस्टडी दे विच दित्ता। होया की उत्थे खुदा ने की कीता, जंग होई है, लड़ाई होई है, फिलिस्ती आपा ने उन्हां दे उत्ते,
ਔਰ ਜਦੋਂ ਫਲਸਤੀ ਆ ਪਏ ਨੇ ਤੇ ਐਦ ਦਾ ਸੰਦੂਕ ਉਹ ਜੰਗ 'ਚ ਲੈ ਗਏ, ਐਦ ਦਾ ਸੰਦੂਕ, ਕਿਉਂਕਿ ਕਨਸੈਪਟ ਇਹ ਹੁੰਦਾ ਸੀ ਕਿ ਜਿਹਦਾ ਦੇਵੀ ਦੇਵਤਾ ਜੰਗ 'ਚ ਆਏਗਾ ਨਾ ਉਹ ਜੰਗ ਜਿੱਤ ਜਾਏਗਾ। ਉਧਰੋਂ ਆਪਣੇ ਦੇਵੀ ਦੇਵਤਾ ਉਹਨਾਂ ਦੇ ਬੈਨਰ ਔਰ ਸਾਰੇ ਲੈ ਕੇ ਆਏ ਹੋਏ ਤੇ ਫਲਿਸਤੀ ਉਹਨਾਂ ਤੇ ਆ ਪਏ। ਇਹਨਾਂ ਨੂੰ ਸਮਝ ਨਾ ਆਈ ਕਿ ਅਸਲ ਵਿੱਚ ਤੇ ਸਾਡੀ ਕਰਪਸ਼ਨ ਹੈ, ਸਾਡੇ ਕਰਤੂਤ ਨੇ, ਜਿਹਦੀ ਵਜ੍ਹਾ ਨਾਲ ਖੁਦਾ ਦਾ ਜਲਾਲ ਜਿਹੜਾ ਵੇ ਉਹ ਸਾਡੇ ਚੁੱਕੀ ਹੋ ਗਿਆ ਵੇ, ਉੱਠ ਗਿਆ ਵੇ। ਸੋ ਆਪਣੇ ਕੰਮਾਂ ਵੱਲ ਗੌਰ ਨਹੀਂ ਕੀਤਾ ਕਿ ਸਾਡੇ ਕੀ ਕਰਤੂਤ ਨੇ। ਇਹ ਸੋਚਿਆ ਕਿ ਜੀ ਅਸੀਂ ਖੁਦਾ ਦਾ ਸੰਦੂਕ ਲੈ ਜਾਵਾਂਗੇ ਨਾ ਜਦੋਂ ਬੈਟਲਫੀਲਡ ਦੇ ਵਿੱਚ, ਅਸੀਂ ਜਿੱਤ ਜਾਵਾਂਗੇ। ਖੁਦਾ ਨੇ ਕਿਹਾ ਭਾਈ ਜਾਓ, ਮੈਂ ਨਾਲ ਨਹੀਂ, ਜੇ ਤੁਹਾਡੇ ਸੰਦੂਕ ਲੈ ਜਾਵਾਂ। ਸੰਦੂਕ ਇਜ਼ ਐਨ ਇਮੇਜ ਓਨਲੀ, ਸੰਦੂਕ ਇਟਸੈਲਫ ਇਜ਼ ਨਥਿੰਗ। ਮੇਰੀ ਪ੍ਰੈਜ਼ੈਂਸ ਹੈ ਜਿਹੜੀ ਉਹ ਸੰਦੂਕ ਨੂੰ ਕੀ ਕਰਾਂਦੀ ਹੈ, ਸੇਕਰਡ ਬਣਾਉਂਦੀ ਹੈ, ਉਹਨੂੰ ਪਾਵਰਫੁਲ ਬਣਾਉਂਦੀ ਹੈ। ਠੀਕ ਹੈ, ਸੋ ਖੁਦਾ ਨੇ ਕਿਹਾ ਮੇਰੀ ਪ੍ਰੈਜ਼ੈਂਸ से ਆਏ ਕੋਈ ਨਹੀਂ, तो ਜਾਓ ਜੋ ਮਰਜ਼ੀ ਕਰੋ। ਸੰਦੂਕ ਖੋ ਕਤਾ, ਸੰਦੂਕ ਜਦੋਂ ਖੋ ਕਤਾ ਨਾ, ਸੋ ਤੁਸੀਂ ਅਗਰ ਪੜੋਗੇ ਨਾ ਇੱਥੇ ਹੋਇਆ ਕੀ ਹੈ, ਜ਼ਰਾ ਪੜੋ ਜੀ ਰੈਫਰੈਂਸ, ਪਹਿਲਾ ਸੈਮੂਅਲ 4 ਬਾਬ ਦੀ 20 ਤੇ 22 ਆਇਤ। ਫਸਟ ਸੈਮੂਅਲ 4 ਬਾਬ 20 ਤੋਂ 22 ਆਇਤ। ਪਹਿਲਾ ਸੈਮੂਅਲ 4 ਬਾਬ ਉਹਦੀ 20 ਤੋਂ 21 ਤੇ 22 ਆਇਤ। ਅਤੇ ਉਹਦੇ ਮਰਨ ਦੇ ਵੇਲੇ ਉਹਨਾਂ ਤੀਵੀਆਂ ਨੇ ਜੋ ਉੱਥੇ ਸਨ ਉਹਨੂੰ ਆਖਿਆ, ਉਧਰ ਨਾ, ਕਿਉਂ ਜੋ ਤੈਂ ਪੁੱਤਰ ਜਣਿਆ ਹੈ। ਪਰ ਉਹਨੇ ਉੱਤਰ ਨਾ ਦਿੱਤਾ, ਸਗੋਂ ਧਿਆਨ ਵੀ ਨਾ ਕੀਤਾ। ਅਤੇ ਉਹਨੇ ਉਸ ਮੁੰਡੇ ਦਾ ਨਾਮ ਇੱਕ ਬੋਧ ਧਰਿਆ ਅਤੇ ਬੋਲੀ, ਇਸਰਾਇਲ ਦੇ ਤੋਂ ਪ੍ਰਤਾਪ ਜਾਂਦਾ ਰਿਹਾ। ਪਰਮੇਸ਼ਵਰ ਦਾ ਸੰਦੂਕ ਖੁੱਸ ਗਿਆ ਅਤੇ ਉਹਦੇ ਸਾਰੇ ਭਗਤੇ ਦੇ ਕਾਰਨ ਵੀ, ਅਤੇ ਉਹ ਬੋਲੀ ਪ੍ਰਤਾਪ ਇਸਰਾਇਲ ਤੋਂ ਜਾਂਦਾ ਰਿਹਾ, ਕਿਉਂ ਜੋ ਪਰਮੇਸ਼ਵਰ ਦਾ ਸੰਦੂਕ ਖੋਇਆ ਗਿਆ। ਥੈਂਕ ਯੂ। ਸੋ ਤੁਸੀਂ ਵੇਖਣ ਰਹੇ ਹੋ ਫਿਲਿਸਤੀਆਂ ਨਾਲ ਲੜਾਈ ਹੋਈ ਹੈ, ਸੰਦੂਕ ਲੈ ਗਏ ਨੇ। ਏਲੀ ਕਾਹਨ ਆਪਣੇ ਪਿੱਛੇ ਬੁੱਢਾ ਵਡੇਰਾ ਬੰਦਾ ਵੇ, ਉਹਦੇ ਮੁੰਡੇ ਦੋਵੇਂ ਕਾਹਨ, ਹੁਫਨੀ ਔਰ ਫਿਨਹਾਸ, ਉਹ ਦੋਵੇਂ ਜੰਗ 'ਚ ਮਾਰੇ ਗਏ। ਨਾ ਸਿਰਫ ਦੋਵੇਂ ਮਾਰੇ ਗਏ, ਬਲਕਿ ਜ਼ਬੂਰ ਨਵੀ ਸਾਨੂੰ ਕੀ ਕਹਿੰਦਾ ਵੇ ਕਿ ਖੁਦਾ ਜਦੋਂ ਗਜ਼ਬਨਾਕ ਹੋਇਆ ਵੇ, ਅੱਗ ਉਹਨਾਂ ਦੇ ਜਵਾਨਾਂ ਨੂੰ ਖਾ ਗਈ। ਕੋਈ ਜਵਾਨ ਮਰਦ ਨਾ ਉਸ ਜਨਰੇਸ਼ਨ ਵਿੱਚ ਬਚਿਆ ਕਿ ਜਿਹਦੇ ਨਾਲ ਵਿਆਹ ਹੋਏ, ਜਿਨ੍ਹਾਂ ਦੇ ਸੁਹਾਗ ਨਾ ਗਾਏ ਗਏ, ਯਾਨੀ ਬੰਦੇ ਮੁੱਕ ਗਏ। ਇੰਨੇ ਬੰਦੇ ਕਤਲ ਕੀਤੇ ਫਿਲਿਸਤੀਆਂ ਨੇ। ਠੀਕ ਹੈ, ਨਾ ਸਿਰਫ ਹੈ ਬਲਕਿ ਉਹਨਾਂ ਦੀ ਬੇਵਾ ਔਰਤਾਂ ਨੂੰ ਮੌਕਾ ਹੀ ਨਹੀਂ ਮਿਲਿਆ ਕਿ ਉਹ ਨੋਹਾ ਵੀ ਕਰ ਸਕਣ, ਕਿਉਂਕਿ ਅਸੀਂ ਇੱਥੇ ਸਟੋਰੀ ਪੜ੍ਹਨ ਡਏ ਹਾਂ, ਹੁਫਨੀ ਦੀ, ਫਿਨਹਾਸ ਦੀ ਬੀਵੀ ਦਾ ਜ਼ਿਕਰ ਹੈ। ਉਹਨੇ ਜਿਹੜੇ ਬੇਟੇ ਨੂੰ ਜਨਮ ਦਿੱਤਾ, ਉਹਨੇ ਉਹਦਾ ਨਾਂ ਹੀ ਅਕਬੂਦ ਰੱਖਿਆ। ਅਕਬੂਦ ਦਾ ਮਤਲਬ ਹੈ ਖੁਦਾ ਦਾ ਪ੍ਰਤਾਪ, ਖੁਦਾ ਦੀ ਪ੍ਰੈਜ਼ੈਂਸ, ਖੁਦਾ ਦੀ ਹਜ਼ੂਰੀ ਸਾਡੇ ਤੋਂ ਕੀ ਹੋ ਗਈ, ਤੁਰ ਗਈ, ਖੁੱਸ ਗਈ ਸਾਡੇ ਕੋਲ। ਠੀਕ ਹੈ, ਸੋ ਕੀ ਹੋਇਆ ਜੀ, ਲਿਖਿਆ ਜੀ ਉਹਦੇ ਬਾਅਦ ਅਸੀਂ ਵੇਖਦੇ 65 ਆਇਤ ਤੋਂ ਖੁਦਾ ਉੱਠਿਆ, ਔਰ ਇੰਜ ਉੱਠਿਆ ਵੇ, ਜ਼ਬੂਰ ਨਵੀਸ ਕਹਿ ਰਿਹਾ, ਆਸਫ ਕਹਿ ਰਿਹਾ ਵੇ, ਜਿਵੇਂ ਕੋਈ ਬੰਦਾ ਪੀ ਕੇ, ਨਵੀਂ ਸ਼ਰਾਬ ਪੀ ਕੇ ਤੇ ਫਿਰ ਉੱਠਦਿਆਂ ਨਾ ਲਲਕਾਰੇ ਮਾਰਦਾ ਹੈ। ਉਹ ਆਂਦਾ ਜੀ ਉਹਨੇ ਇਮੇਜ ਉਹ ਯੂਜ਼ ਕੀਤਾ ਹੈ ਕਿ ਖੁਦਾ ਇੰਜ ਉੱਠਿਆ ਵੇ ਕਿ ਜੋ ਮੈਂ ਕਿਸ ਵਕਤ ਲਲਕਾਰਤਾ ਹੋ। ਠੀਕ ਹੈ ਨਾ, ਉੱਠ ਕੇ ਆ ਸ਼ੇਰ ਜਵਾਨ ਗੱਭਰੂ, ਗਿਬੋਰ, ਇਹ ਜਿਹੜਾ ਹਿਬਰੂ ਵਰਡ ਹੈ ਨਾ, ਉਹ ਵੇ ਗਿਬੋਰ, ਮਤਲਬ ਜਵਾਨ ਮਰਦ ਅੰਗਰੂ, ਪ੍ਰੋਫੈਸ਼ਨਲ ਸਕਿੱਲ, ਨਾਈਟ ਅੰਗਰੂ। ਲਿਖਿਆ ਖੁਦਾ ਉੱਠਿਆ ਵੇ, ਤੇ ਖੁਦਾ ਨੇ ਪਤਾ ਫਿਰ ਜਿਹੜਾ ਉਹਨਾਂ ਲੋਕਾਂ ਕੋਲ ਬਦਲਾ ਕਿਵੇਂ ਲਿਆ। ਇਟਸ ਇੰਟਰਸਟਿੰਗ ਸਟੋਰੀ, ਇਹਨੂੰ ਫਿਰ ਕਿ ਟਾਈਮ ਅਨਫੋਲਡ ਕਰਾਂਗੇ, ਲੇਕਿਨ ਮੈਂ ਤੁਹਾਨੂੰ ਇੱਕ ਹਿੰਟ ਦੇਣ ਲੱਗਾ ਵਾਂ। ਨਾ ਸਿਰਫ ਇਹ ਕਿ ਉਹਨਾਂ ਨੂੰ ਖੁਦਾ ਨੇ ਉਹਨਾਂ ਦੇ ਦੇਵੀ ਦੇਵਤਾ ਬੁੱਤਾਂ ਨੂੰ ਮਾਰਿਆ, ਬਲਕਿ ਉਹਨਾਂ ਬੰਦਿਆਂ ਨੂੰ ਬਵਾਸੀਰ ਕਰ ਦਿੱਤੀ। ਉਹਨਾਂ ਦੀ ਪੂਰੀ ਕੌਮ ਦੇ ਵਿੱਚ ਬਵਾਸੀਰ ਆ ਗਈ, ਨਾ ਕਿ ਇਹਨੂੰ ਵਹਾਨ ਜੋਗੇ ਤੇ ਨਾ ਕਿਸੇ ਕੋ ਪੁੱਛਣ ਜੋਗੇ ਕਰੀਏ ਕੀ ਦਾ। ਠੀਕ ਹੈ, ਉਹਨਾਂ ਨੂੰ ਸ਼ਰਮਿੰਦਾ ਕਰ ਦਿੱਤਾ। ਇੱਥੇ ਲਿਖਿਆ ਨਾ ਲਫ਼ਜ਼ ਜਿਹੜਾ, तब खुदावन नींद से जाग उठा, उसने अपने मुखालफों को मार कर पसपा कर दिया, उसने उनको हमेशा के लिए रुसवा कर दिया। जिहड़ी रुसवाई सी ना, शर्मिंदगी फिलिस्तीनियां दे विच, इस रीते उन्होंने कायना ने कहा, भाई गोलियां बनाओ गोल गोल सोने दियां, ते चूहियां जिहड़ियां ना ਉਹ ਤੁਸੀਂ ਛੱਡੋ ਉਹਨਾਂ ਦੇ ਵਿੱਚ, ਕਿਉਂਕਿ ਤਾਉਨ ਦੀ ਵਬਾ ਵੀ ਫੈਲ ਗਈ ਤੇ ਨਾਲ ਨਾਲ ਉਹਨਾਂ ਦੇ ਬੰਦਿਆਂ ਨੂੰ, ਉਹਨਾਂ ਨੂੰ ਹੈਮਰੋਇਡਸ ਜਿਹੜੇ ਨੇ, ਹੈਮਰੋਇਡਸ ਜਿਹੜੇ ਨੇ ਉਹ ਹੋਣੇ। ਅੰਗਰੇਜ਼ੀ ਚ ਕੀ ਕਹਿੰਦੇ ਨੇ ਐਂਜਲ ਹੈ ਬਿਮਾਰੀ ਨੂੰ, ਕੀ ਕਹਿੰਦੇ ਨੇ ਬਵਾਸੀਰ ਨੂੰ? ਹਾਂਜੀ, ਹੈਮਰੋਇਡਸ ਹੀ ਕਹਿੰਦੇ ਆ। ਹੈਮਰੋਇਡਸ, ਹੇਅਰ ਯੂ ਗੋ। ਓਕੇ, ਮਤਲਬ ਉਹ ਆਪਣੇ ਵੱਲੋਂ ਜੰਗ ਜਿੱਤ ਕੇ ਖੁਦਾ ਦਾ ਸੰਦੂਕ ਲੈ ਕੇ, ਖੁਦਾ ਨੇ ਸਾਰੇ ਬੰਦਿਆਂ ਨੂੰ ਜਨਾਬ ਐ ਸ਼ਰਮਿੰਦਾ ਕੀਤਾ, ਆਲੇ ਦੁਆਲੇ ਸਾਰੇ ਉਹ ਪਾਗਲ ਹੋ ਗਏ, ਕਰੀਏ ਕੀ। ਠੀਕ ਹੈ, ਸੋ ਅਲਟੀਮੇਟਲੀ ਉਹਨਾਂ ਸੰਦੂਕ ਵਾਪਸ ਘੱਲਿਆ। ਦੈਟ ਅਨਦਰ ਸਟੋਰੀ। ਲੇਕਿਨ उसके बाद ਅਸੀਂ ਵੇਖਦੇ ਜੀ फाइनल थॉट है वे, खुदा ने यूसुफ के खेमे को छोड़ दिया, इफ्राइम के कबीले को ना चुना, बल्कि जूडा के कबीले को चुना। ओके, नाउ हियर कम, और दाऊद, और ਅਸੀਂ ਵੇਖਦੇ ਆ कि खुदा ने दाऊद ਨੂੰ ਕਿੱਥੋਂ ਚੁਣਿਆ ਵੇ ਜੀ? 17 उसने अपने बंदे दाऊद को चुना और भेड़ सालों में से उसे ले लिया और उससे बच्चे वाली भेड़ों की चुपानी से हटा लाया। मेरी गल ध्यान ਨਾਲ ਸੁਣਿਆ जरा। बाइबल मुकद्दस ਦੀ हिस्ट्री भी
और न्यू टेस्टामेंट की हिस्ट्री भी है। खुदावन यीशु मसीह ने भी ਜਿਹੜੇ ਸ਼ਾਗਿਰਦ ਚੁਣੇ ਨੇ ਔਰ ਖੁਦਾ ਨੇ ਜਿਹੜੇ ਬਾਕੀ ਲੋਕ ਵੀ ਚੁਣੇ ਪੂਰੀ ਬਾਈਬਲ ਦੇ ਵਿੱਚ, ਕਦੀ ਖੁਦਾ ਨੇ ਵਿਹਲਾ ਬੰਦਾ ਤੇ ਫਾਰਗ ਬੰਦਾ ਨਹੀਂ ਚੁਣਿਆ। ਨੈਵਰ ਐਵਰ। ਹਮੇਸ਼ਾ ਖੁਦਾ ਉਹ ਬੰਦਾ ਚੁਣਦਾ ਸੀ ਜਿਹੜਾ ਆਲਰੇਡੀ ਆਪਣੇ ਛੋਟੇ ਜਿਹੇ ਜਿਹੜੀ ਉਹਨੂੰ ਇਲਾਕਾ ਮਿਲਿਆ ਹੁੰਦਾ ਸੀ, ਜਿਹੜੀ ਉਹਦੀ ਮਿਨਿਸਟਰੀ ਉਹਦੇ ਕੋਲ ਹੁੰਦੀ ਸੀ ਜਾਂ ਕੰਮ ਹੁੰਦੇ ਸੀ, ਜਿਹੜਾ ਆਲਰੇਡੀ ਉਹਦੇ ਨਾਲ ਕਮਿਟਡ ਹੁੰਦਾ ਸੀ, ਜਿਹੜਾ ਆਲਰੇਡੀ ਉਸ ਕੰਮ ਵਿੱਚ ਵਫਾਦਾਰ ਹੁੰਦਾ ਸੀ, ਜਿਹੜਾ ਆਲਰੇਡੀ ਉਸ ਕੰਮ ਨੂੰ ਦਿਆਨਤਦਾਰੀ ਨਾਲ ਕਰਦਾ ਹੁੰਦਾ ਸੀ। ਖੁਦਾ ਹਮੇਸ਼ਾ ਉਹ ਬੰਦੇ ਨੂੰ ਚੁਣਦਾ ਸੀ, ਕਿਉਂਕਿ ਖੁਦਾ ਉਹਦੇ ਉਸੇ ਛੋਟੀ ਜਿਹੀ ਖਿਦਮਤ ਨੂੰ ਹਮੇਸ਼ਾ ਕੀ ਕਰਦਾ ਸੀ, ਵੱਡੇ ਪੈਮਾਨੇ ਤੇ ਲੈ ਆਉਂਦਾ ਸੀ। ਠੀਕ ਹੈ, ਦੈਟ ਵਾਜ਼ ਦਾ ਆਈਡੀਅਲ। ਜਿਹੜੇ ਲਿਖਿਆ ਨਾ, ਜੋ ਥੋੜੇ ਮੈਂ ਦਿਆਨਤਦਾਰ ਨਹੀਂ ਉਹਨੂੰ ਅੱਗੇ ਵੀ ਕੋਈ ਨਹੀਂ ਮਿਲਣਾ। ਠੀਕ ਹੈ, ਜਿਹੜਾ ਸਾਨੂੰ ਟਾਈਮ ਮਿਲਿਆ, ਜਿਹੜੀ ਸਾਡੀ ਕਮਿਟਮੈਂਟ, ਜਿਹੜੀ ਖੁਦਾ ਸਾਨੂੰ ਖਿਦਮਤ ਦਿੱਤੀ ਹੈ, ਅਗਰ ਅਸੀਂ ਉਸ 1 ਘੰਟੇ ਦੇ ਵਿੱਚ, 1.5 ਘੰਟੇ ਦੇ ਵਿੱਚ ਇਤਵਾਰ ਨੂੰ ਚਰਚ ਜਾਣ ਲਈ, ਖੁਦਾ ਦੇ ਘਰ ਦੇ ਵਿੱਚ ਇਬਾਦਤ ਕਰਨ ਲਈ, ਗੀਤ ਗਾਉਣ ਲਈ, ਕਲਾਮ ਪੜ੍ਹਨ ਲਈ, ਖਾਣਾ ਬਣਾਉਣ ਲਈ, ਵਾਟਐਵਰ ਜੋ ਵੀ ਮਿਨਿਸਟਰੀ ਸਾਡੇ ਕੋਲ ਹੈ, ਅਗਰ ਅਸੀਂ ਉਸ ਛੋਟੀ ਮਿਨਿਸਟਰੀ ਦੇ ਵਿੱਚ ਵਫਾਦਾਰ ਨਹੀਂ ਹਾਂ ਤਾਂ ਖੁਦਾ ਉਸ ਮਿਨਿਸਟਰੀ ਨੂੰ ਕਦੀ ਐਕਸਪੈਂਡ ਨਹੀਂ ਕਰੇਗਾ। ਲੇਕਿਨ ਅਗਰ ਤੁਸੀਂ ਉਸ ਛੋਟੀ ਜਿਹੀ ਖਿਦਮਤ ਦੇ ਵਿੱਚ ਵੀ, ਭਾਵੇਂ 10 ਮਿੰਟਾਂ ਦੀ ਹੈ, ਭਾਵੇਂ 5 ਮਿੰਟਾਂ ਦੀ ਹੈ, ਭਾਵੇਂ ਘੰਟੇ ਦੀ ਹੈ, ਤੇ ਭਾਵੇਂ ਜਿੰਨੀ ਵੀ ਦੇਰ ਦੀ ਹੈ, ਇਫ ਯੂ ਆਰ ਕਮਿਟਡ, ਗॉड ਵਿਲ ਐਕਸਪੈਂਡ ਯੋਰ ਟੈਰੀਟਰੀ। ਠੀਕ ਹੈ, ਔਰ ਅਲਟੀਮੇਟਲੀ ਅਸੀਂ ਵੇਖਦੇ ਹਾਂ ਕਿ ਖੁਦਾ ਦੀ ਕੁਦਰਤ, ਖੁਦਾ ਦੀ ਜਿਹੜੀ ਬਾਦਸ਼ਾਹੀ ਹੈ, ਖੁਦਾ ਦਾ ਜ਼ੋਰ ਜੂਡਾ ਦੇ ਕਬੀਲੇ ਦੇ ਵਿੱਚੋਂ, ਦਾਊਦ ਦੇ ਘਰਾਣੇ ਦੇ ਵਿੱਚੋਂ, ਯਿਸੂ ਮਸੀਹ ਦਾ ਗ੍ਰੇਟ ਗ੍ਰੈਂਡਸਨ ਆਫ ਡੇਵਿਡ, ਖੁਦਾਵੰਦ ਯਿਸੂ ਮਸੀਹ ਜ਼ਮੀਨ ਤੇ ਆਏ ਨੇ, ਔਰ ਖੁਦਾ ਨੇ ਆਪਣੇ ਉਸ ਪ੍ਰੋਮਿਸ ਨੂੰ, ਆਪਣੇ ਜ਼ੋਰ ਨੂੰ, ਆਪਣੀ ਕੁਵਤ ਨੂੰ ਖੁਦਾਵੰਦ ਯਿਸੂ ਮਸੀਹ ਦੇ ਵਿੱਚ ਪੂਰਾ ਕੀਤਾ। ਸੋ ਮੇਰੇ ਅਜ਼ੀਜ਼ੋ, ਅਸਾਂ ਸਿੱਖਿਆ ਵੇ ਇਸ ਜ਼ਬੂਰ ਦੇ ਵਿੱਚੋਂ ਕਿ ਸਾਨੂੰ ਖੁਦਾ ਨੇ ਟਾਸਕ ਦਿੱਤੀ ਹੈ ਕਿ ਅਸੀਂ ਖੁਦਾ ਦੇ ਮਿਸ਼ਨ ਦੇ ਵਿੱਚ ਪਾਰਟਿਸਿਪੇਟ ਕਰੀਏ। ਅਸੀਂ ਖੁਦਾ ਦੇ ਦਿੱਤੇ ਗਏ ਫਰੇਮ ਆਊਟ ਦੇ ਵਿੱਚ ਆਪਣੀ ਮੈਮਰੀ ਨੂੰ ਰੀਕਿੰਡਲ ਕਰਦੇ ਰਹੀਏ। ਅਸੀਂ ਉਸ ਜਿਹੜੇ ਸਾਨੂੰ ਖੁਦਾ ਨੇ ਫੇਥ ਦਿੱਤਾ ਵੀ, ਅਸੀਂ ਉਹਨੂੰ ਵਫਾਦਾਰੀ ਦੇ ਨਾਲ ਅਗਲੀ ਜਨਰੇਸ਼ਨ ਦੇ ਹੱਥਾਂ 'ਚ ਦਈਏ। ਔਰ ਇੰਪੋਰਟੈਂਟ ਚੀਜ਼ ਜਿਹੜੀ ਹੈ ਕਿ ਅਸੀਂ ਖੁਦਾ ਦੀ ਕੁਦਰਤ ਔਰ ਖੁਦਾ ਦੀ ਕੁਵਤ ਦੇ ਨਾਲ ਸ਼ਾਮਲ ਹੋ ਕੇ ਜਿਹੜੀ ਅਸੀਂ ਰੂਹਾਨੀ ਜੰਗ ਲੜ ਰਹੇ ਹਾਂ, ਉਹਦੇ ਵਿੱਚ ਅਸੀਂ ਹਮੇਸ਼ਾ ਖੁਦਾ ਦੇ ਨਾਲ ਚੱਲਦੇ ਰਹੀਏ। ਖੁਦਾ ਸਾਨੂੰ ਜ਼ਰੂਰ ਫਤਹ ਦੇਗਾ। ਖੁਦਾ ਸਾਨੂੰ ਸਾਰਿਆਂ ਨੂੰ ਇਹਦੇ ਤੇ ਅਮਲ ਕਰਨ ਦੀ ਤੌਫੀਕ ਦੇ। ਆਮੀਨ। Amen. Thank you, Pastor Ji. ਹੁਣ ਮੈਂ ਇਨਵਾਈਟ ਕਰਾਂਗੀ ਅੰਕਲ ਜੋਸ਼ੂਆ ਨੂੰ ਕਿ ਉਹ ਆਪਣੇ ਸਵਾਲ, ਆਪਣੀ ਕਮੈਂਟਰੀ ਸਾਡੇ ਸਾਰੇ ਨਾਲ ਸ਼ੇਅਰ ਕਰਨ। ਮੈਂ ਇਸ ਜ਼ਬੂਰ ਦੇ ਵਿੱਚ ਜ਼ਿਆਦਾ ਦੇਖਿਆ ਕਿ ਜਿਹੜੀ ਇਸਰਾਈਲ ਜਨਰੇਸ਼ਨ ਸੀ, ਜਿਹੜੇ ਉਹਨਾਂ ਦੇ ਐਂਸੈਸਟਰ ਸੀ, ਉਹ ਖੁਦਾ ਦੇ ਵੱਲ ਆਉਂਦੇ ਤੇ ਸੀ, ਕਰਨਵੇ ਤੇ ਕਰਦੇ ਸੀ, ਮਗਰ ਇਹ ਆ ਵੀ ਉਹ ਦਿਲ ਤੋਂ ਨਹੀਂ ਸੀ ਰਹਿੰਦੇ, ਦਿਲ ਤੋਂ ਨਹੀਂ ਸੀ ਕਰਦੇ, ਨਾ ਹੀ ਆਪਣੇ ਗੁਨਾਹ ਦਾ ਕੋਈ ਉਹ ਪਛਤਾਤਾਪ ਕਰਦਾ ਸੀ। ਤੇ ਕਹਿਣ ਹੋਇਆ ਵੀ ਜਦੋਂ ਵੀ ਉਹ ਵਾਕਿਆ ਦੇ ਵਿੱਚ ਖੁਦਾ ਵੱਲ ਟਰਨ ਕੀਤੇ, ਮਗਰ ਉਹ ਟਰਨ ਸਹੀ ਤਰੀਕੇ ਦੇ ਨਾਲ ਨਹੀਂ ਸੀ ਹੁੰਦੇ, ਖੁਦਾ ਤੋਂ ਦੂਰ ਹੀ ਰਹਿੰਦੇ ਸੀ। ਬਾਕੀ ਇਹ ਜਿਹੜੀ ਜਿਸ ਤਰ੍ਹਾਂ ਜਨਰੇਸ਼ਨ ਟੂ ਜਨਰੇਸ਼ਨ ਜਿਹੜੀ ਹੈ, ਉਹ ਸਾਨੂੰ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਵੀ ਆਪਣੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਜਿਹੜੀ ਆ ਉਹਨਾਂ ਨੂੰ ਸਿਖਾਉਣੀ ਚਾਹੀਦੀ ਹੈ, ਤੇ ਤਾਂ ਕਿ ਤੁਸੀਂ ਫਿਰ ਤਾਂ ਹੀ ਬਾਅਦ ਦੇ ਵਿੱਚ ਬਾਹਰ ਜਾ ਕੇ ਵੀ ਦੂਸਰਿਆਂ ਨੂੰ ਵੀ ਦੱਸ ਸਕਦੇ। ਇਹ ਸਭ ਤੋਂ ਜਿਹੜੀ ਹੈ ਉਹ ਅੱਛੀ ਗੱਲ ਆ ਕਿ ਆਪਣੇ ਬੱਚਿਆਂ ਨੂੰ ਐਜੂਕੇਟ ਕਰੀਏ, ਤੇ ਸਾਰੀ ਜਿਹੜੀ each generation obey God and set their hope on him। ਬਸ ਇਹਨਾਂ ਕਿ ਅੱਜ ਮੈਂ that's it। Thank you, Uncle Ji. ਹੁਣ ਮੈਂ ਇਨਵਾਈਟ ਕਰਦੀ ਹਾਂ ਆਂਟੀ ਜੋਤੀ ਨੂੰ ਕਿ ਉਹ ਸਾਡੇ ਸਾਰੇ ਨਾਲ ਆਪਣੇ ਸਵਾਲ ਤੇ ਕਮੈਂਟਰੀ ਸ਼ੇਅਰ ਕਰਨ। ਇਹ ਜਿਹੜਾ ਮੈਂ ਸ਼ੇਅਰ ਕਰਨਾ ਚਾਹੂੰਗੀ ਕਿ ਇਹ ਜਿਹੜਾ ਜ਼ਬੂਰ ਆ, ਇਹ ਆਸਫ ਨੇ ਜੋ ਲਿਖਿਆ ਹੈ, ਉਸਨੇ ਪ੍ਰਭੂ ਦੇ ਇਸ ਵਿੱਚ ਉਸਨੇ ਜੋ ਪੁਰਾਣੇ ਨਿਯਮ ਦੇ ਵਿੱਚ ਇਹ ਸਾਰਾ ਜ਼ਬੂਰ, ਮੈਂ ਜਿੱਥੇ ਤੱਕ ਮੈਨੂੰ ਆਪਣੀ ਮੇਰੀ ਨੌਲੇਜ ਆਇਆ ਕਿ ਇਹ ਸਾਰਾ ਜ਼ਬੂਰ ਮੂਸਾ ਦੇ ਟਾਈਮ ਦਾ ਹੈ, ਕਿ ਪ੍ਰਭੂ ਨੇ ਕਿਸ ਤਰ੍ਹਾਂ ਉਹਨਾਂ ਨੂੰ ਉੱਥੋਂ ਕੱਢ ਕੇ ਲਿਆਂਦਾ ਔਰ ਕਿਸ ਤਰ੍ਹਾਂ ਉਹਨਾਂ ਦੀ ਮਦਦ ਕੀਤੀ। ਪਰ ਲੋਕ ਪ੍ਰਭੂ ਤੇ ਵਿਸ਼ਵਾਸ ਨਹੀਂ ਸੀ ਕਰਦੇ। ਜਦੋਂ ਕਿ ਮੂਸਾ ਨੂੰ ਖੁਦਾਵੰਦ ਨੇ ਚੁਣਿਆ ਸੀ ਕਿ ਮੇਰੇ ਲੋਕਾਂ ਨੂੰ ਤੋਂ ਬਾਹਰ ਲੈ ਕੇ ਆ, ਉਹਨਾਂ ਨੂੰ ਕੱਢ ਕੇ ਲਿਆ, ਮੈਂ ਉਹਨਾਂ ਦੀ ਹੈਲਪ ਕਰੂੰਗਾ ਔਰ ਮੈਂ ਉਸ ਜਗ੍ਹਾ ਤੇ ਤੁਹਾਨੂੰ ਲੈ ਕੇ ਜਾਵਾਂਗਾ ਜੋ ਜਗ੍ਹਾ ਮੈਂ ਤੁਹਾਨੂੰ ਦੇਣ ਲਈ ਤਿਆਰ ਹਾਂ। ਪਰ ਇਹਦੇ ਵਿੱਚ ਬਹੁਤ ਸਾਰਾ ਐਸੀਆਂ ਆਇਤਾਂ ਹੈ ਕਿ ਬਹੁਤ ਦਿਲ ਨੂੰ ਲੱਗਣ ਵਾਲੀਆਂ, ਕਿ ਖੁਦਾ ਦਿੱਤੇ ਸਿਰਫ ਜਿੱਥੇ ਪ੍ਰਭੂ ਕਹਿੰਦਾ ਕਿ 1 ਜਾਂ 2 ਧਰਮੀ ਹੋਣਗੇ, ਮੈਂ ਉੱਥੇ ਉਹਨਾਂ ਦੇ ਵਿੱਚ ਉਹਨਾਂ ਦੀ ਪ੍ਰਾਰਥਨਾਵਾਂ ਸੁਣਾਂਗਾ। ਕਿਉਂਕਿ ਜੋ ਮੂਸਾ ਦੇ ਨਾਲ ਲੋਕ ਸੀਗੇ, ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਖੁਦਾ ਨੂੰ ਅਜਮਾਉਣਾ ਚਾਹਿਆ ਕਿ ਪ੍ਰਭੂ ਦੇ ਨਾਲ, ਕਿ ਪ੍ਰਭੂ ਤੂੰ ਇਹ ਕਰ ਸਕਦਾ ਹੈ, ਕਿ ਪ੍ਰਭੂ ਤੂੰ ਇਸ ਤਰ੍ਹਾਂ ਕਰ ਸਕਦਾ ਹੈ। ਜਦੋਂ ਕਿ ਇਸ ਦੇ ਵਿੱਚ ਪੂਰੇ ਜ਼ਬੂਰ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਖੁਦਾ ਨੇ ਕਿੰਨੇ ਕੰਮ ਕੀਤੇ ਉਸ ਵਕਤ, ਚਟਾਨਾਂ ਦੇ ਵਿੱਚੋਂ ਪਾਣੀ ਤੱਕ ਉਹਨਾਂ ਨੂੰ ਪ੍ਰਭੂ ਨੇ ਉਹਨਾਂ ਨੂੰ ਪੀਣ ਲਈ ਦਿੱਤਾ। ਪਰ ਸਾਡਾ ਵੀ ਵਿਸ਼ਵਾਸ ਅੱਜ ਮੈਂ ਇਹ ਕਹਿਣਾ ਚਾਹੂੰਗੀ ਕਿ ਇਸ ਤਰ੍ਹਾਂ ਦਾ ਹੀ ਹੈ ਕਿ ਅਸੀਂ ਖੁਦਾ ਦੇ ਅੱਗੇ ਉਸ
ਵਿਸ਼ਵਾਸ ਨੂੰ ਪੱਕਿਆ ਨਹੀਂ ਕਰਦੇ ਸੀ, ਪ੍ਰਭੂ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ ਕਿ ਅਸੀਂ ਹਮੇਸ਼ਾ ਪ੍ਰਭੂ ਤੇ ਸ਼ੱਕ ਕਰਦੇ ਕਿ ਖੁਦਾਵੰਦ ਦੇ ਹੋਏਗਾ ਜਾਂ ਨਹੀਂ ਹੋਏਗਾ। ਔਰ ਇਸ ਦੇ ਵਿੱਚ ਬਹੁਤ ਸਾਰੀ ਸਿੱਖਿਆ ਹੈ ਕਿ ਆਪਣੇ ਬੱਚਿਆਂ ਨੂੰ ਅਸੀਂ ਕਿਸ ਤਰ੍ਹਾਂ ਆਪਣੇ ਸਾਨੂੰ ਜਾਣਨ ਵਾਲਿਆਂ ਨੂੰ ਜੋ ਸਾਨੂੰ ਪਤਾ ਹੈ ਕਿ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਦੱਸੀਏ, ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਪ੍ਰਭੂ ਦੇ ਨਜ਼ਦੀਕ ਲੈ ਕੇ ਆਈਏ। ਔਰ ਇਹ ਅਸਾਬ ਦਾ ਜੋ ਜ਼ਬੂਰ ਹੈ ਬਹੁਤ ਜ਼ਿਆਦਾ ਲੰਬਾ ਵੀ ਹੈ ਔਰ ਇਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੈ ਜੋ ਸਾਨੂੰ ਪਹਿਲੋਂ ਸ਼ੁਰੂ ਤੋਂ ਲੈ ਕੇ ਪੁਰਾਣੇ ਨਿਯਮ ਵਿੱਚ ਵੀ ਹੋਣ ਦੇ ਟਾਈਮ ਦੇ ਵਿੱਚ ਵੀ ਇਸ ਦੇ ਵਿੱਚੋਂ ਪਤਾ ਲੱਗਦੀਆਂ ਹਨ। ਮੇਰਾ ਇਹ ਸੋਚਣਾ ਇਸ ਤਰ੍ਹਾਂ ਹੈ ਕਿ ਇਸ ਦੇ ਜ਼ਬੂਰ ਵਿੱਚ ਖੁਦਾਵੰਦ ਸਾਨੂੰ ਹਰ ਇੱਕ ਚੀਜ਼ ਮੁਹੱਈਆ ਕਰਦਾ ਹੈ। ਆਮੀਨ। ਥੈਂਕ ਯੂ ਆਂਟੀ ਜੀ, ਐਂਡ ਮੈਂ ਧੰਨਵਾਦ ਕਰਦੀ ਜਿਹੜੇ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਸਾਡੇ ਅੱਜ ਦੇ ਐਪੀਸੋਡ ਵਿੱਚ ਅੱਜ ਸ਼ਾਮਿਲ ਹੋਏ ਆ। ਕੱਲ ਨੂੰ ਅਸੀਂ ਇਸ ਤਰ੍ਹਾਂ ਫਿਰ ਤੁਹਾਡੇ ਨਾਲ ਲਾਈਵ ਹੋਵਾਂਗੇ ਐਂਡ ਇਸੇ ਤਰ੍ਹਾਂ ਆਸਿਫ ਦੇ ਜ਼ਬੂਰਾਂ ਦੀ ਸਟੱਡੀ ਕਰਾਂਗੇ। ਥੈਂਕ ਯੂ। Thank you. Yes,